प्रगट पए गुर तेग बहादुर, सगल श्रेष्ठ पे टापी चादर। करम धर्म की जिन पत राखी, अटल करी कल जुग में साखी। सगल श्रेष्ठ का जाका जस पयो, जहते सरब धर्म पंचयो। तीन लोक में जय जय पई, सतगुर पैज राख इन गई। ਹਾਜ਼ਰੀਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਜਾਣਦੇ ਹੋ, ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦੇ ਪੰਜਾਬੀ ਵਿਭਾਗ ਵੱਲੋਂ ਹਿੰਦੀ ਚਾਦਰ, ਮਾਨਵਤਾ ਦੇ ਹਮਦਰਦ, ਮਨੁੱਖੀ ਸਵੈਮਾਨ ਤੇ ਆਜ਼ਾਦੀ ਦੇ ਰਾਖੇ, ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਲੈਕਚਰ ਲੜੀ ਬਾਣੀਕਾਰ ਗੁਰੂ ਤੇਗ ਬਹਾਦਰ ਜੀ ਸਫਰੇ ਸ਼ਹਾਦਤ ਦਾ ਆਗਾਜ਼ ਕੀਤਾ ਗਿਆ। ਨੌਵੇਂ ਪਾਤਸ਼ਾਹ ਜੀ ਦਾ ਜੀਵਨ ਮਨੁੱਖਤਾ ਲਈ ਚਾਨਣ ਮੁਨਾਰਾ ਹੈ। ਆਪ ਜੀ ਦੀ ਬਾਣੀ ਅਜੋਕੇ ਮਾਇਆ ਦੀ ਨੀਂਦ ਵਿੱਚ ਸੁੱਤੇ ਮਨੁੱਖ ਨੂੰ ਜਗਾ ਕੇ ਉਚੇਰੇ ਅਧਿਆਤਮਕ ਆਦਰਸ਼ਾਂ ਨਾਲ ਜੁੜਨ ਲਈ ਪ੍ਰੇਰਦੀ ਹੈ। ਇਸੇ ਵਿਸ਼ੇ ਨਾਲ ਸੰਬੰਧਿਤ ਹੈ ਸਾਡੀ ਲੈਕਚਰ ਲੜੀ ਦਾ ਅੱਜ ਦਾ ਚੌਥਾ ਲੈਕਚਰ, ਜਿਸ ਦਾ ਵਿਸ਼ਾ ਹੈ ਬਾਣੀਕਾਰ ਗੁਰੂ ਤੇਗ ਬਹਾਦਰ ਜੀ ਅਜੋਕੇ ਪ੍ਰਸੰਗ ਵਿੱਚ। ਸਾਡੇ ਸਾਰਿਆਂ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ ਕਿ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨ ਲਈ ਸਾਡੇ ਨਾਲ ਜੁੜੇ ਹਨ ਯੂਰਪੀ ਪੰਜਾਬੀ ਸੱਤ ਯੂਕੇ ਦੇ ਸੰਚਾਲਕ ਸਰਦਾਰ ਮੋਤਾ ਸਿੰਘ ਜੀ। ਮੁੱਖ ਭਾਸ਼ਣ ਦੇਣ ਲਈ ਅਸੀਂ ਖਾਸ ਤੌਰ ਤੇ ਸੱਦਾ ਦਿੱਤਾ ਹੈ ਵਿਸ਼ਵ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਪ੍ਰੋਫੈਸਰ ਬਲਕਾਰ ਸਿੰਘ ਜੀ। ਆਪਣੇ ਹਰ ਪ੍ਰੋਗਰਾਮ ਵਾਂਗ ਇਸ ਲੈਕਚਰ ਲੜੀ ਦਾ ਆਗਾਜ਼ ਵੀ ਅਸੀਂ ਰੂਹਾਨੀ ਸ਼ਬਦ ਗਾਇਨ ਨਾਲ ਕਰਾਂਗੇ। ਸੋ ਆਓ ਸਭ ਤੋਂ ਪਹਿਲਾਂ ਸਰਵਨ ਕਰਦੇ ਹਾਂ ਸਰਦਾਰ ਪ੍ਰਭਜੋਤ ਸਿੰਘ ਜੀ ਪਾਸੋਂ ਇਹ ਸ਼ਬਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅਮਰਤ ਛਤਰ ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ, ਮਥੁਰਾ ਅੰਮ੍ਰਿਤ ਬਾਇਣ। ਮੂਰਤ ਪੰਚ ਪ੍ਰਮਾਣ ਪੁਰਖ, ਗੁਰ ਅਰਜੁਨ ਪਖੋ ਨੈਣ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ। ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ ਸਾਕਾ ਜਿਨ ਕੀਆ। ਸੀਸ ਦਿਆ ਪਰ ਸਿਰ ਨਾ ਦਿਆ। ਸੀਸ ਦਿਆ ਪਰ ਸਿਰ ਨਾ ਦਿਆ। ਧਰਮ ਹੇਤ ਸਾਕਾ ਜਿਨ ਕੀਆ। ਧਰਮ ਹੇਤ ਸਾਕਾ ਜਿਨ ਕੀਆ। ਸੀਸ ਦਿਆ ਪਰ ਸਿਰ ਨਾ ਦਿਆ। ਸੀਸ ਦਿਆ ਪਰ ਸਿਰ ਨਾ ਦਿਆ। ਤਿਲਕ ਜੰਜੂ ਰਾਖਾ ਪ੍ਰਭਤਾ ਕਾ, ਕੀਨੋ ਬਡੋ ਕਲੂ ਮੈਂ ਸਾਕਾ। ਤਿਲਕ ਜੰਜੂ ਰਾਖਾ ਪ੍ਰਭਤਾ ਕਾ, ਕੀਨੋ ਬਡੋ
कलू में साका साधन हेत इति जिन करी शीश दिया पर सीना उतरी साधन हेत इति जिन करी शीश दिया पर सीना उतरी शीश दिया पर सीना उतरी धर्म हेत साका जिनकी धर्म हेत साका जिनकी शीश दिया पर सिर न शीश दिया पर सिर न दिया कर्म हेत साका जिनकी शीश दिया पर सिर न दिया कर्म हेतु साका जिनकी शीश दिया पर सिर न दिया नाटक चेतक ये कुकाजा प्रभ लोगन के आवत लाजा नाटक चेतक ये कुकाजा प्रभ लोगन के आवत लाजा कर्म हेत साका जिनकी कर्म हेत साका जिनकी शीश दिया पर सिर न दिया शीश दिया पर सिर न दिया तिलक जंजू राखा प्रभुता का तीनों बड़ो कदू में साका तिलक जंजू राखा प्रभुता का तीनों बड़ो कलू में साका साधन हेतु इति जिन करी शीश दिया पर सीना उतरी साधन हेतु इति जिन करी शीश दिया पर सीना उतरी शीश दिया पर सीना उतरी कर्म हेत साका जिनकी कर्म हेत साका जिनकी शीश दिया पर सिर न दिया शीश दिया
ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਪੰਜਾਬੀ ਵਿਭਾਗ ਦੇ ਇਸ ਲੈਕਚਰ ਲੜੀ ਦੇ ਕਨਵੀਨਰ ਡਾਕਟਰ ਮਨਜੀਤ ਸਿੰਘ ਜੀ ਨੂੰ ਗੁਜ਼ਾਰਿਸ਼ ਕਰਾਂਗੀ ਕਿ ਉਹ ਇਸ ਸਾਡੇ ਮੁੱਖ ਮਹਿਮਾਨਾਂ ਬਾਰੇ ਤੇ ਇਸ ਲੈਕਚਰ ਲੜੀ ਬਾਰੇ ਜੋ ਜਾਣਕਾਰੀ ਹੈ ਸਾਡੇ ਸਾਰਿਆਂ ਨਾਲ ਸਾਂਝਾ ਕਰਨ। ਡਾਕਟਰ ਮਨਜੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਦਬਯੋਗ ਸਾਡੇ ਅੱਜ ਦੇ ਲੈਕਚਰ ਦੇ ਪ੍ਰਧਾਨ ਸਰਦਾਰ ਮੋਤਾ ਸਿੰਘ ਜੀ ਸਰਾਏ, ਮੁੱਖ ਵਕਤਾ ਪ੍ਰੋਫੈਸਰ ਬਲਕਾਰ ਸਿੰਘ ਜੀ, ਪ੍ਰਿੰਸੀਪਲ ਡਾਕਟਰ ਜਤਿੰਦਰਵੀਰ ਸਿੰਘ ਜੀ, ਵਿਦਵਾਨ ਦੋਸਤੋ ਅਤੇ ਵਿਦਿਆਰਥੀਓ, ਆਪ ਸਭ ਦਾ ਬਾਣੀਕਾਰ ਗੁਰੂ ਤੇਗ ਬਹਾਦਰ ਜੀ ਸਫਰੇ ਸ਼ਹਾਦਤ ਦੇ ਚੌਥੇ ਲੈਕਚਰ ਗੁਰੂ ਤੇਗ ਬਹਾਦਰ ਜੀ ਅਜੋਕੇ ਪ੍ਰਸੰਗ ਵਿੱਚ ਸਵਾਗਤ ਹੈ। ਇਸ ਲੈਕਚਰ ਲੜੀ ਦੇ ਪਹਿਲੇ ਲੈਕਚਰ ਵਿੱਚ ਪੂੰਜੀਵਤ ਭਾਸ਼ਣ ਡਾਕਟਰ ਮਨਮੋਹਨ IPS, ਉਦਘਾਟਨੀ ਬੋਲ ਡਾਕਟਰ ਸੁਰਜੀਤ ਪਾਤਰ ਤੇ ਮੁੱਖ ਪੇਪਰ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨੇ ਪੇਸ਼ ਕੀਤਾ। ਆਸ਼ੀਰਵਾਦੀ ਬੋਲ ਪ੍ਰੋਫੈਸਰ ਰਵੀ ਰਵਿੰਦਰ, ਮੁਖੀ ਪੰਜਾਬੀ ਵਿਭਾਗ ਨੇ, ਦਿੱਲੀ ਯੂਨੀਵਰਸਿਟੀ ਨੇ ਸਾਂਝੇ ਕੀਤੇ। ਦੂਸਰਾ ਲੈਕਚਰ ਸਮਕਾਲੀਨ ਪ੍ਰਸਥਿਤੀਆਂ ਅਤੇ ਗੁਰੂ ਤੇਗ ਬਹਾਦਰ ਜੀ ਸੀ। ਇਸ ਦੀ ਪ੍ਰਧਾਨਗੀ ਪ੍ਰੋਫੈਸਰ ਕਰਮਜੀਤ ਸਿੰਘ, ਵਾਈਸ ਚਾਂਸਲਰ ਜਗਤ ਗੁਰੂ ਬਾਬਾ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ ਨੇ ਕੀਤੀ ਤੇ ਮੁੱਖ ਪੇਪਰ ਡਾਕਟਰ ਸਰਬਜਿੰਦਰ ਸਿੰਘ ਜੀ, ਪ੍ਰੋਫੈਸਰ ਤੇ ਹੈਡ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਡਿਪਾਰਟਮੈਂਟ ਅਤੇ ਭਾਈ ਗੁਰਦਾਸ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੇਸ਼ ਕੀਤਾ। ਤੀਸਰਾ ਲੈਕਚਰ ਗੁਰੂ ਤੇਗ ਬਹਾਦਰ ਜੀ ਦੀ ਸੰਗੀਤਕ ਤੇ ਸੱਭਿਆਚਾਰਕ ਦੇਣ ਸੀ। ਇਸ ਦੀ ਪ੍ਰਧਾਨਗੀ ਸੰਤ ਬਾਬਾ ਅਮੀਰ ਸਿੰਘ ਜੀ ਨੇ। ਹੈਡ ਜਵੱਦੀ ਟਕਸਾਲ ਨੇ ਕੀਤੀ ਤੇ ਮੁੱਖ ਪੇਪਰ ਡਾਕਟਰ ਜਸਬੀਰ ਕੌਰ, ਪ੍ਰਿੰਸੀਪਲ ਗੁਰਮਤ ਕਾਲਜ ਪਟਿਆਲਾ ਨੇ ਪੇਸ਼ ਕੀਤਾ। ਅੱਜ ਇਸ ਲੜੀ ਦਾ ਚੌਥਾ ਲੈਕਚਰ ਹੈ। ਸਾਡੇ ਇਸ ਲੈਕਚਰ ਦਾ ਵਿਸ਼ਾ ਗੁਰੂ ਤੇਗ ਬਹਾਦਰ ਜੀ ਅਜੋਕੇ ਪ੍ਰਸੰਗ ਹੈ। ਅਸੀਂ ਗੁਰੂ ਗੋਬਿੰਦ ਸਿੰਘ ਪਰਿਵਾਰ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿਉਂਕਿ ਸਾਡੇ ਵਿਚਕਾਰ ਅੱਜ ਬਹੁਤ ਹੀ ਮੰਨੀਆਂ ਪਰਮੰਨੀਆਂ ਹਸਤੀਆਂ ਮੌਜੂਦ ਹਨ। ਅਸੀਂ ਦਿਲ ਦੀਆਂ ਧੂੜ ਡੂੰਘਾਈਆਂ ਤੋਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਾਡੇ ਅੱਜ ਦੇ ਲੈਕਚਰ ਦੀ ਪ੍ਰਧਾਨਗੀ ਸਰਦਾਰ ਮੋਤਾ ਸਿੰਘ ਜੀ ਸਰਾਏ, ਸੰਚਾਲਕ ਯੂਰਪੀ ਸੱਤ UK ਕਰਨਗੇ ਤੇ ਮੁੱਖ ਪਰਚਾ ਪ੍ਰਸਿੱਧ ਵਿਦਵਾਨ, ਆਲੋਚਕ ਤੇ ਚਿੰਤਕ ਪ੍ਰੋਫੈਸਰ ਬਲਕਾਰ ਸਿੰਘ ਜੀ, ਡਾਇਰੈਕਟਰ ਵਰਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੇਸ਼ ਕਰਨਗੇ। ਹੁਣ ਮੈਂ ਆਪਣੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਤਿੰਦਰਵੀਰ ਸਿੰਘ ਜੀ, ਜਿਹੜੀ ਸਾਡੀ ਗਾਈਡਿੰਗ ਫੋਰਸ ਹਨ, ਉਹਨਾਂ ਨੂੰ ਸੱਦਾ ਦਿੰਦੀ ਹਾਂ ਕਿ ਉਹ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰਨ ਅਤੇ ਆਏ ਮਹਿਮਾਨਾਂ ਦਾ ਸਵਾਗਤ ਕਰਨ ਅਤੇ ਇੱਕ ਵਰਚੁਅਲ ਬੁਕੇ ਨਾਲ ਸਾਡੇ ਅੱਜ ਦੇ ਪ੍ਰਧਾਨ ਸਰਦਾਰ ਮੋਤਾ ਸਿੰਘ ਜੀ ਦਾ ਸਵਾਗਤ ਕਰਨ। ਪ੍ਰਿੰਸੀਪਲ ਡਾਕਟਰ ਜਤਿੰਦਰਵੀਰ ਸਿੰਘ ਜੀ। ਧੰਨਵਾਦ ਡਾਕਟਰ ਮਨਜੀਤ ਕੌਰ ਜੀ। ਮੋਤਾ ਸਿੰਘ ਸਰਾਏ ਜੀ, ਸਾਡਾ ਫੁੱਲ ਗੁਲਦਸਤਾ ਜਿਹੜਾ ਹੈ ਉਹ ਸਵੀਕਾਰ ਕਰੋ। ਵਾਹ ਜੀ ਵਾਹ, ਦੈਟਸ ਵੰਡਰਫੁਲ, ਦੈਟਸ ਸਵੀਕਾਰਿਆ ਜੀ, ਥੈਂਕ ਯੂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕਦੇ ਜਦੋਂ ਹਿੰਦੁਸਤਾਨ ਆਓ ਤੇ ਸਾਡੇ ਨਾਲ ਜ਼ਰੂਰ ਰੂਬਰੂ ਹੋ, ਪਰ ਅੱਜ ਦੀ ਸਭਾ ਦੇ ਲਈ ਅਸੀਂ ਤੁਹਾਨੂੰ ਫੁੱਲਾਂ ਤੋਂ ਵਧੀਆ ਹੋਰ ਕੋਈ ਸੁਗਾਤ ਨਹੀਂ ਦੇ ਸਕਦੇ। ਇਹ ਭਾਵਨਾ ਹੈ ਸਰ, ਸਾਡੀ ਭਾਵਨਾ। ਪਹੁੰਚ ਗਈ ਹਾਂ ਜੀ, ਬਿਲਕੁਲ ਪਹੁੰਚ ਗਈ ਹਾਂ। ਹੁਣ ਮੈਂ ਡਾਕਟਰ ਮਨਜੀਤ ਕੌਰ ਜੀ ਨੂੰ ਗੁਜ਼ਾਰਿਸ਼ ਕਰਾਂਗੀ ਕਿ ਡਾਕਟਰ ਬਲਕਾਰ ਸਿੰਘ ਜੀ, ਡਾਇਰੈਕਟਰ ਵਿਸ਼ਵ ਪੰਜਾਬੀ ਸੈਂਟਰ ਜੀ ਦਾ ਸਵਾਗਤ ਵਰਚੁਅਲ ਫੁੱਲਾਂ ਦੇ ਬੁਕੇ ਦੇ ਨਾਲ ਕਰਨ। ਡਾਕਟਰ ਮਨਜੀਤ ਕੌਰ ਜੀ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗੁਰੂ ਗੋਬਿੰਦ ਸਿੰਘ ਪਰਿਵਾਰ ਵਿੱਚ। ਸਾਡੀ ਭਾਵਨਾ ਸਵੀਕਾਰ ਕਰੋ ਸਰ ਵਰਚੁਅਲ ਬੁਕੇ ਨਾਲ। ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਹੁਣ ਮੈਂ ਸਰ ਡਾਕਟਰ ਜਤਿੰਦਰਵੀਰ ਸਿੰਘ ਜੀ ਨੂੰ ਗੁਜ਼ਾਰਿਸ਼ ਕਰਾਂਗੀ ਕਿ ਉਹ ਆਪਣੇ ਸ਼ਬਦ ਜਿਹੜੇ ਸਭ ਨਾਲ ਸਾਂਝੇ ਕਰਨ। ਧੰਨਵਾਦ ਡਾਕਟਰ ਮਨਜੀਤ ਕੌਰ ਜੀ। ਸਾਡਾ ਸੁਭਾਗ ਹੈ ਕਿ ਸਾਡੇ ਵਿੱਚ ਦੋ ਮਹਾਨ ਹਸਤੀਆਂ
ਸ਼ਾਮਲ ਨੇ ਡਾਕਟਰ ਬਲਕਾਰ ਸਿੰਘ ਜੀ, ਜਿਨ੍ਹਾਂ ਨੂੰ ਸਾਰੇ ਪੰਜਾਬੀ ਜਗਤ ਤੇ ਬਾਕੀ ਵੀ ਸਾਰੀਆਂ ਜਾਣਦੀ ਹੈ ਕਿੰਨਾ ਉਹ ਡੈਡੀਕੇਸ਼ਨ ਦੇ ਨਾਲ, ਕਿੰਨਾ ਉਹ ਉਹਨਾਂ ਦਾ ਜੋ ਕੰਮ ਕਰ ਰਹੇ ਨੇ ਉਹਨਾਂ ਤੋਂ ਅਸੀਂ ਸਾਰੇ ਭਲੀ ਭਾਂਤੀ ਜਾਣੂ ਹਾਂ। ਅਸੀਂ ਖੁਸ਼ਕਿਸਮਤ ਹੈ ਕਿ ਮੋਤਾ ਸਿੰਘ ਸਰਾਏ ਸਾਹਿਬ ਵੀ ਸਾਡੇ ਨਾਲ ਸ਼ਾਮਲ ਹੋਏ ਕੇ ਤੋਂ ਤੁਹਾਡਾ ਸਰ ਬਹੁਤ ਅਸੀਂ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਸਾਡੀ ਅਗਵਾਈ ਕਰੋਗੇ, ਸਾਡੇ ਸੱਦੇ ਤੇ ਸਾਡੇ ਵਿੱਚ ਸ਼ਾਮਲ ਹੋਗੇ। ਪਰਿਵਾਰ ਦਾ ਸਾਡੇ ਪੰਜਾਬੀ ਡਿਪਾਰਟਮੈਂਟ ਦਾ ਇਹ ਉਦਮ ਹੈ ਜਿਹੜਾ ਅਸੀਂ ਮੈਡਮ ਨੇ ਜਿਵੇਂ ਦੱਸਿਆ ਕਿ ਸੀਰੀਜ਼ ਦੇ ਵਿੱਚ ਜਿਹੜਾ ਅਸੀਂ ਚੌਥਾ ਵੈਬੀਨਾਰ ਹੈ ਉਹ ਕਰ ਰਹੇ ਹਾਂ। ਸਾਡਾ ਹਮੇਸ਼ਾ ਹੀ ਇਹ ਜੋ ਵੀ ਗੁਰੂ ਸਾਹਿਬਾਨ ਦਾ ਉਹਨਾਂ ਨੇ ਸਾਨੂੰ ਜੀਵਨ ਦੇ ਲਈ ਸੇਧ ਦਿੱਤੀ ਹੈ ਉਹ ਅਸੀਂ ਜਿਹੜੇ ਯੰਗ ਬੱਚੇ ਨੇ ਅਤੇ ਸਾਡੇ ਬਾਕੀ ਵਿਚਾਰੇ ਬਾਕੀ ਸਰੋਤਾਗਣ ਨੇ ਉਹਨਾਂ ਤੱਕ ਪਹੁੰਚੇ ਤਾਂ ਕਿ ਗੁਰੂ ਸਾਹਿਬ ਦਾ ਮੈਸੇਜ, ਗੁਰੂ ਤੇਗ ਬਹਾਦਰ ਸਾਹਿਬ ਦਾ ਮੈਸੇਜ ਜਿਹਦੇ ਲਈ ਅਸੀਂ ਵੈਬੀਨਾਰ ਹੈ ਉਹ ਸਾਰੀ ਲੁਕਾਈ ਦੇ ਵਿੱਚ ਪਹੁੰਚ ਸਕੇ, ਕਿਉਂਕਿ ਇਹੀ ਮਿਸਾਲ ਇਹੀ ਬਲੀਦਾਨ ਮੇਰੇ ਖਿਆਲ ਦੇ ਵਿੱਚ ਪੂਰੇ ਕਾਇਨਾਤ ਦੇ ਵਿੱਚ ਅਸੀਂ ਕਦੇ ਸੁਣਿਆ ਨਹੀਂ ਹੈ। ਕਿਉਂਕਿ ਆਪਣੇ ਧਰਮ ਦੇ ਲਈ ਤੇ ਬਹੁਤ ਬਲੀਦਾਨ ਸੁਣੇ ਨੇ, ਪਰ ਦੂਸਰਿਆਂ ਦੇ ਧਰਮ ਦੇ ਲਈ ਬਲੀਦਾਨ ਦੇਣਾ ਆਪਣੇ ਆਪ ਦੇ ਵਿੱਚ ਇੱਕ ਮਹਾਨ ਬਲੀਦਾਨ ਹੈ। ਕਿਉਂਕਿ ਇਹ ਬਲੀਦਾਨ ਦੇ ਕੰਟੈਕਸਟ ਕਿੱਦਾਂ ਸਮਝਿਆ ਜਾ ਸਕੇ। ਗੁਰੂ ਸਾਹਿਬ ਦਾ ਕੋਈ ਇਹ ਮਤਲਬ ਨਹੀਂ ਸੀ ਕਿ ਜੇ ਕੋਈ ਕਸ਼ਮੀਰੀ ਪੰਡਤ ਉਹਨਾਂ ਕੋਲ ਆਏ ਤੇ ਕਿਉਂਕਿ ਮੁਸਲਮਾਨਾਂ ਦਾ ਜ਼ਬਰ ਸੀ ਉਹਨਾਂ ਦੇ ਉੱਪਰ ਤੇ ਇਸ ਕਰਕੇ ਉਹਨਾਂ ਨੇ ਕਸ਼ਮੀਰੀ ਪੰਡਤਾਂ ਦਾ ਸਾਥ ਦਿੱਤਾ। ਕੋਈ ਵੀ ਅਗਰ ਪੀੜਤ ਉਹਨਾਂ ਕੋਲ ਆਏ ਹੁੰਦੇ ਕਿਉਂਕਿ ਤਾਂ ਗੁਰੂ ਸਾਹਿਬ ਨੇ ਜਿਹੜਾ ਫੈਸਲਾ ਸੀ ਉਹਨਾਂ ਦਾ ਅਲੱਗ ਨਹੀਂ ਸੀ ਹੋਣਾ। ਜੇ ਅਸੀਂ ਇਹਦਾ ਭਾਵ ਸਮਝੀਏ, ਭਾਵ ਤੇ ਇਹ ਹੈ ਕਿ ਉਹਨਾਂ ਦੇ ਜੋ ਮੈਸੇਜ ਜਿਹੜਾ ਹੈ ਜਿਹੜੀ ਉਸ ਵੇਲੇ ਲਿਤਾੜੀ ਹੋਈ ਸੋਸਾਇਟੀ ਸੀ ਤਾਂ ਕਿ ਇੱਕ ਰੂਹ ਭਰਨੀ, ਤਾਂ ਕਿ ਉਹਦੇ ਚ ਨਮਿਤਾ ਭਰਨੀ, ਤਾਂ ਕਿ ਲੋਕਾਂ ਨੂੰ ਲੋਕਾਂ ਦੇ ਵਿੱਚ ਆਏ ਕਿ ਉਹ ਜ਼ੁਲਮ ਦੇ ਖਿਲਾਫ ਜਿਹੜਾ ਉੱਠ ਕੇ ਖੜੇ ਹੋਣ। ਉਸ ਜ਼ੁਲਮ ਨੂੰ ਸਵੀਕਾਰ ਕਰਨਾ, ਉਹਨਾਂ ਨੂੰ ਲੱਗਿਆ ਕਿ ਇਸ ਜ਼ੁਲਮ ਨੂੰ ਸਵੀਕਾਰ ਕਰਕੇ ਉਹ ਕੋਈ ਸੇਧ ਨਹੀਂ ਲੁਕਾਈ ਨੂੰ ਦੇ ਪਾਉਣਗੇ। ਤੇ ਇਹ ਜਿਹੜਾ ਉਹਨਾਂ ਦਾ ਮੈਸੇਜ ਕਿ ਅਜਿਹੇ ਬਲੀਦਾਨ ਜਿਹੜੇ ਨੇ ਉਹ ਹਮੇਸ਼ਾ ਰੂਹ ਭਰਦੇ ਨੇ ਇੱਕ ਲਿਤਾੜੀ ਹੋਈ ਕੌਮ ਦੇ ਵਿੱਚ। ਅਸੀਂ ਉਹ ਬਾਅਦ ਦੇ ਵਿੱਚ ਇਹ ਦੇਖਿਆ ਵੀ ਹੈ ਸਿੱਖ ਧਰਮ ਦੇ ਵਿੱਚ, ਜਦੋਂ ਅਸੀਂ ਬਾਅਦ ਦਾ ਉਹ ਬਲੀਦਾਨ ਦਾ ਅਸਰ ਅਸੀਂ ਦੇਖ ਰਹੇ ਹਾਂ ਕਿ ਕਿਸ ਪ੍ਰਕਾਰ ਉਹ ਜਿਹੜੀ ਰੂਹ ਭਰੀ ਉਹ ਕਿਸ ਤਰ੍ਹਾਂ ਪ੍ਰਵੇਸ਼ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਦੇ ਵਿੱਚ, ਕਿਸ ਤਰ੍ਹਾਂ ਉਹਨਾਂ ਨੇ ਲੜਾਈਆਂ ਲੜੀਆਂ, ਕਿਸ ਪ੍ਰਕਾਰ ਖਾਲਸੇ ਦੀ ਸਿਰਜਣਾ ਕੀਤੀ। ਇਹ ਖਾਲਸਾ ਸਿਰਜਣਾ ਦੀ ਬੀਜ ਜਿਹੜੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਪਹਿਲੇ ਬੀਜ ਦਿੱਤੇ ਸਨ ਤੇ ਉਹ ਅੱਗੇ ਜਾ ਕੇ ਭਾਵੇਂ ਉਹ ਹਰੀ ਸਿੰਘ ਨਲੂਆ, ਭਾਵੇਂ ਮਹਾਰਾਜਾ ਰਣਜੀਤ ਸਿੰਘ ਧਰਮ ਆਪਣਾ ਰਾਜ ਸਥਾਪਿਤ ਕੀਤਾ ਹੈ। ਉਹ ਉਸੇ ਲੜੀ ਦੇ ਵਿੱਚ ਸਾਨੂੰ ਦੇਖਣਾ ਪਏਗਾ ਕਿ ਕਿਸ ਤਰ੍ਹਾਂ ਉਹ ਇੱਕ ਜਿਹੜਾ ਉਹਨਾਂ ਦਾ ਬਲੀਦਾਨ ਹੈ ਉਹ ਕਿਸ ਰੂਪ ਦੇ ਵਿੱਚ ਇੱਕ ਸਿੱਖ ਧਰਮ ਦੇ ਵਿੱਚ ਸੰਗਠਿਤ ਹੋ ਗਈ, ਖਾਲਸੇ ਦੇ ਵਿੱਚ ਸੰਗਠਿਤ ਹੋ ਕੇ ਕਿਸ ਤਰ੍ਹਾਂ ਉਹਨਾਂ ਨੇ ਇਸ ਜ਼ੁਲਮ ਨੂੰ ਨਾ ਸਵੀਕਾਰ ਕਰਨ ਦਾ ਜਿਹੜਾ ਇੱਕ ਮੂਵਮੈਂਟ ਹੈ ਉਸਨੂੰ ਇੱਕ ਵੱਡਾ ਰੂਪ ਦੇਣ ਦਾ ਜਿਹੜਾ ਨੀਂਹ ਪੱਥਰ ਉਹਦਾ ਰੱਖਿਆ। ਹੁਣੇ ਬੱਚਾ ਜਦੋਂ ਕੀਰਤਨ ਕਰ ਰਿਹਾ ਸੀ ਤੇ ਉਹ ਸੀਸ ਦਿਆ ਪਰ ਸਿਰ ਨਹੀਂ ਦਿਆ, ਮੈਨੂੰ ਬੜਾ ਯਾਦ ਆ ਰਿਹਾ ਸੀ ਕਿ ਕਿੰਨਾ ਇੱਕ ਇਮੋਸ਼ਨਲ ਮੈਸੇਜ ਹੈ ਧਰਮ ਹੇਤ ਸਾਕਾ ਜਨ ਕੀਆ। ਤੇ ਇਹ ਅਸੀਂ ਆਮ ਬਾਣੀ ਚ ਸੁਣਦੇ ਰਹਿੰਦੇ ਹਾਂ ਕਿ ਗੁਰੂ ਸਾਹਿਬ ਦਾ ਜਿਹੜਾ ਬਲੀਦਾਨ ਸੀ ਉਹ ਕਿਸ ਪ੍ਰਕਾਰ ਇੱਕ ਰੈਵੋਲੂਸ਼ਨਰੀ, ਇੱਕ ਪ੍ਰਕਾਰ ਸਾਰੀ ਲੁਕਾਈ ਦੇ ਲਈ, ਸਾਰੇ ਉਸ ਸਮੇਂ ਦੇ ਹਾਲਾਤਾਂ ਦੇ ਲਈ ਕਿੰਨਾ ਜ਼ਰੂਰੀ ਬਣ ਗਿਆ ਸੀ ਅਤੇ ਉਸ ਦਾ ਕੀ ਮੀਨਿੰਗ ਸੀ, ਉਸ ਦਾ ਕੀ
ਨਿਚੋੜ ਸੀ, ਇਹ ਅਸੀਂ ਸਾਰੇ ਬਾਅਦ ਦੇ ਵਿੱਚ ਦੇਖਿਆ ਵੀ। ਗੁਰੂ ਸਾਹਿਬ ਨੇ ਨਾ ਕੇਵਲ ਇੱਕ ਸੂਰਬੀਰ ਸਨ, ਕਿਉਂਕਿ ਉਹ ਆਪਣੇ ਲੜਾਈਆਂ 'ਚ ਵੀ ਛੋਟੀ ਉਮਰ 'ਚ ਸ਼ਾਮਲ ਹੋਏ, ਬਾਣੀਕਾਰ ਵੀ ਗੁਰੂ ਸਾਹਿਬ ਰਹੇ, ਸੰਜੀਦਗੀ ਦੇ ਮਾਲਕ ਸਨ ਉਹ। ਉਹਨਾਂ ਦੀ ਬਾਣੀ ਦੇ ਵਿੱਚ ਵੀ ਸੰਜੀਦਗੀ ਝਲਕਦੀ ਹੈ, ਅਤੇ ਜਿੰਨੇ ਵੀ ਸ਼ਲੋਕ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਉਹਨਾਂ ਨੂੰ ਅਸੀਂ ਪੜ੍ਹਦੇ ਹਾਂ। ਤੇ ਬਾਣੀਕਾਰ, ਲੜਾਈ ਕਰਨਾ, ਬਾਬਾ ਬੁੱਢਾ ਸਾਹਿਬ ਤੋਂ ਉਹਨਾਂ ਨੇ ਕਰਾਫਟਮੈਨਸ਼ਿਪ ਸਿੱਖੀ, ਭਾਈ ਗੁਰਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਉਹਨਾਂ ਨੇ ਰਿਲੀਜੀਅਸ ਐਜੂਕੇਸ਼ਨ ਲਈ ਯਾਤਰਾਵਾਂ ਵੀ ਕੀਤੀਆਂ, ਅਸਾਮ ਬੰਗਾਲ ਤੱਕ, ਉਹ ਜੋ ਹੁਣ ਅੱਜ ਕੱਲ੍ਹ ਬੰਗਲਾਦੇਸ਼ ਹੈ ਉੱਥੋਂ ਤੱਕ ਉਹਨਾਂ ਦੀਆਂ ਯਾਤਰਾਵਾਂ ਵੀ ਕੀਤੀਆਂ। ਇੱਕ ਸਮੁੱਚੇ ਸ਼ਖਸੀਅਤ ਦੇ ਵਿੱਚ ਦੇ ਧਾਰਨੀ ਸਨ ਗੁਰੂ ਤੇਗ ਬਹਾਦਰ ਸਾਹਿਬ, ਅਤੇ ਅਜਿਹੇ ਮਹਾਂਪੁਰਸ਼ ਨੂੰ ਉਹਨਾਂ ਦੀ ਬਾਣੀ ਨੂੰ ਯਾਦ ਕਰਨਾ, ਉਹਨਾਂ ਦੇ ਜ਼ਿੰਦਗੀ ਦੇ ਮੰਤਵ ਨੂੰ ਲੋਕਾਂ ਨਾਲ ਸਾਂਝਾ ਕਰਨਾ, ਮੇਰੇ ਖਿਆਲ ਦੇ ਵਿੱਚ ਇਹ ਸਾਡਾ ਸਾਰਿਆਂ ਦਾ ਬੁਨਿਆਦੀ ਫਰਜ਼ ਹੋਣਾ ਚਾਹੀਦਾ ਹੈ। ਅਤੇ ਇਸੇ ਮੰਤਵ ਦੇ ਨਾਲ ਅਸੀਂ ਸੋਚਿਆ ਕਿ ਅਸੀਂ ਅਜਿਹੇ ਵਿਦਵਾਨਾਂ ਨੂੰ ਇਕੱਠਾ ਕਰੀਏ, ਜਿਹੜਾ ਵਿਦਵਾਨਾਂ ਨੇ ਅਜਿਹੇ ਵਿਸ਼ਿਆਂ ਦੇ ਉੱਪਰ ਰਿਸਰਚ ਕੀਤੀ ਹੈ, ਅਜਿਹੇ ਵਿਸ਼ਿਆਂ ਦੇ ਉੱਪਰ ਮਾਹਿਰ ਨੇ ਉਹ, ਅਤੇ ਉਹਨਾਂ ਦਾ ਜੋ ਉਹਨਾਂ ਦੇ ਪ੍ਰਤੀ, ਗੁਰੂ ਸਾਹਿਬ ਦੇ ਪ੍ਰਤੀ ਜੋ ਮੈਸੇਜ ਹੈ, ਉਹ ਅਸੀਂ ਬੱਚਿਆਂ ਦੇ ਮਨਾਂ ਦੇ ਵਿੱਚ ਦਾਖਲ ਕਰ ਪਾਈਏ, ਤਾਂ ਕਿ ਬੱਚੇ ਵੀ, ਜੋ ਕਿ ਬੱਚੇ ਬੜੇ ਰਾਸ ਹੁੰਦੇ ਨੇ, ਬੜੇ ਉਹਨਾਂ ਦੀ ਉਮਰ ਅਜਿਹੀ ਹੁੰਦੀ ਹੈ ਕਿ ਜੇ ਅਸੀਂ ਉਹਨਾਂ ਨੂੰ ਚੰਗੇ ਰਸਤੇ ਦੇ ਵਿੱਚ ਪਾਈਏ ਤਾਂ ਉਹ ਸਾਡੇ, ਜਿਵੇਂ ਅਸੀਂ ਸੰਸਥਾ ਚਲਾ ਰਹੇ, ਅਸੀਂ ਕਾਲਜ ਚਲਾ ਰਹੇ ਹਾਂ, ਤਾਂ ਇਹ ਸਾਡਾ ਇੱਕ ਫਰਜ਼ ਬਣ ਜਾਂਦਾ ਹੈ ਕਿ ਨਾ ਕੇਵਲ ਅਸੀਂ ਕਲਾਸਰੂਮ ਦੇ ਵਿੱਚ ਉਹਨਾਂ ਨੂੰ ਪੜ੍ਹਾਈਏ, ਪਰ ਉਹਨਾਂ ਨੂੰ ਅੱਛੇ ਇਨਸਾਨ ਬਣਾਉਣ ਦੀ ਵੀ ਪ੍ਰੇਰਨਾ ਦਈਏ। ਕਿਉਂਕਿ ਜਦੋਂ ਕਾਲਜ ਯੂਨੀਵਰਸਿਟੀਆਂ ਦੇ ਬੱਚੇ, ਸਾਡੇ ਪ੍ਰੋਫੈਸਰਾਂ ਦਾ ਮੰਤਵ ਸਿਰਫ ਉਹਨਾਂ ਨੂੰ ਕਲਾਸ ਦੇ ਵਿੱਚ ਲੈਕਚਰ ਖਤਮ ਕਰਕੇ ਖਤਮ ਨਹੀਂ ਹੋ ਜਾਂਦਾ। ਸਾਡੀ ਜਿਹੜੀ ਰਿਸਪੌਂਸਿਬਿਲਿਟੀ ਹੈ, ਸਾਡਾ ਜਿਹੜਾ ਫਰਜ਼ ਹੈ, ਉਹ ਇਹ ਹੈ ਕਿ ਅਸੀਂ ਉਹਨਾਂ ਨੂੰ ਅੱਛੇ ਇਨਸਾਨ ਬਣਾਈਏ। ਕਲਾਸਰੂਮ ਦੇ ਵਿੱਚ ਪੜ੍ਹਾਉਣਾ ਸਾਡਾ ਬੁਨਿਆਦੀ ਫਰਜ਼ ਹੈ, ਪਰ ਕਿਉਂਕਿ ਜੇ ਅੱਛੇ ਇਨਸਾਨ ਬਣਾਉਣਾ ਤਾਂ ਸਾਡੇ ਉਹ ਜਿਹੜਾ ਵੱਡਾ ਮੰਤਵ ਹੈ, ਉਹ ਅੱਛੇ ਇਨਸਾਨ ਦਾ ਪਹਿਲਾ ਜਿਹੜਾ ਸਟੈਪ ਹੈ ਉਹ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਹੀ ਪੂਰਾ ਹੁੰਦਾ ਹੈ। ਬੁਰੇ ਬੰਦੇ, ਚੰਗੇ ਬੰਦੇ ਜਿਹੜੇ ਨੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਹੀ ਬਣਦੇ ਨੇ, ਅਤੇ ਉਹ ਜਿਹੜਾ ਸਰੂਪ ਹੈ ਉਹਨਾਂ ਦਾ ਹਮੇਸ਼ਾ ਉਹਨਾਂ ਦੀ ਜ਼ਿੰਦਗੀ ਦੇ ਨਾਲ ਹਮੇਸ਼ਾ ਢਲਦਾ ਹੈ। ਮੈਂ ਇੱਕ ਵਾਰੀ ਫਿਰ ਕਾਲਜ ਮੈਨੇਜਮੈਂਟ ਦੇ ਸਾਈਡ ਤੋਂ, ਸਟਾਫ ਦੀ ਸਾਈਡ ਤੋਂ, ਬੱਚਿਆਂ ਦੀ ਸਾਈਡ ਤੋਂ ਆਏ ਮਹਿਮਾਨਾਂ ਦਾ ਸਵਾਗਤ ਕਰਦਾ, ਅਤੇ ਆਸ ਕਰਦਾ ਕਿ ਉਸ ਹਮੇਸ਼ਾ ਸਾਡੇ ਦੇ ਨਾਲ ਮਿਲ ਕੇ ਚੱਲਣਗੇ। ਜਦੋਂ ਵੀ ਸਾਨੂੰ ਜ਼ਰੂਰਤ ਪਏ, ਗਾਏ ਬਜਾਏ ਜਦੋਂ ਵੀ ਦਿੱਲੀ ਆਉਣ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਨਾਲ ਚਾਹ ਦਾ ਕੱਪ ਪੀਣ ਤੇ ਜ਼ਰੂਰ ਆਉਣ, ਕਿਉਂਕਿ ਅਸੀਂ ਜੇ ਸਾਡੇ ਨਾਲ ਸਮਾਂ ਬਤੀਤ ਕਰ ਸਕਣ ਤਾਂ ਬਹੁਤ ਅੱਛਾ ਹੋਵੇਗਾ। ਅਤੇ ਅੱਜ ਦੇ ਵੈਬੀਨਾਰ ਦੇ ਲਈ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਬੱਚਿਆਂ ਨੂੰ ਸਚੋਟੇ ਢੰਗ ਨਾਲ, ਤਾਂ ਕਿ ਬੱਚੇ ਮੋਟੀਵੇਟ ਹੋਣ, ਉਹਨਾਂ ਦਾ ਜਿਹੜਾ ਅੱਜ ਦੇ ਕੰਟੈਕਸਟ ਦੇ ਵਿੱਚ ਜਿਹੜਾ ਅਸੀਂ ਵੈਬੀਨਾਰ ਦਾ ਟੌਪਿਕ ਰੱਖਿਆ ਹੈ, ਉਸ ਦੇ ਸੰਦਰਭ ਦੇ ਵਿੱਚ ਕਿਸ ਪ੍ਰਕਾਰ ਗੁਰੂ ਸਾਹਿਬ ਦੀ ਬਾਣੀ, ਗੁਰੂ ਸਾਹਿਬ ਦਾ ਸਮੁੱਚਾ ਜੀਵਨ ਜਿਹੜਾ ਹੈ, ਕਿਸ ਪ੍ਰਕਾਰ ਅਸੀਂ ਅੱਜ ਦੀ ਸੰਦਰਭ ਦੇ ਵਿੱਚ ਦੇਖਦੇ ਹਾਂ, ਅਤੇ ਕਿਸ ਪ੍ਰਕਾਰ ਉਹਨਾਂ ਦੀ ਇਸ ਮੈਸੇਜ ਨੂੰ ਅਸੀਂ ਅੱਗੇ ਤੋਰ ਸਕਦੇ ਹਾਂ। ਤੇ ਸਾਨੂੰ ਉਹ ਥੋੜਾ ਲੀਵ ਵੀ ਪ੍ਰੋਵਾਈਡ ਕਰਨ, ਅਤੇ ਅਸੀਂ ਹਮੇਸ਼ਾ ਉਹਨਾਂ ਦੇ ਲਈ ਉਹਨਾਂ ਦੇ ਜੋ ਚੰਗੇ ਕੰਮ ਆਪਣਾ ਗੁਰੂ ਸਾਹਿਬ ਦੇ ਨੇ ਉਹ ਬੱਚਿਆਂ ਦੇ ਨਾਲ ਸਾਂਝਾ ਕਰਨ, ਤੇ ਇਸ ਲਈ ਅਸੀਂ ਉਹਨਾਂ ਦੇ ਬਹੁਤ ਬਹੁਤ ਆਭਾਰੀ ਰਵਾਂਗੇ। ਅਤੇ ਆਸ ਕਰਦੇ ਹਾਂ ਕਿ ਤੁਹਾਡਾ ਸੈਮੀਨਾਰ ਜਿਹੜਾ ਹੈ ਮੈਡਮ, ਉਹ ਬਹੁਤ ਬਹੁਤ ਸਕਸੈਸਫੁਲ ਜਾਵੇ, ਬਹੁਤ ਅੱਛਾ ਜਾਵੇ, ਤਾਂ ਕਿ ਤੁਸੀਂ ਹੋਰ ਪ੍ਰਭਾਵਿਤ ਹੋ ਸਕੋ ਹੋਰ ਅੱਛੇ ਕੰਮ ਕਰਨ ਲਈ। ਧੰਨਵਾਦ। ਥੈਂਕ ਯੂ ਸਰ। ਇਹ ਬਿਲਕੁਲ ਸਹੀ ਗੱਲ ਹੈ ਕਿ ਗੁਰੂ ਸਾਹਿਬ ਦੀ ਬਾਣੀ ਅਗਰ ਅਸੀਂ ਵੇਖਣੀ ਹੈ ਜਾਂ ਪੜ੍ਹਨੀ ਹੈ ਤੇ ਉਹਦੇ ਲਈ ਉਹ ਸਾਨੂੰ ਚੰਗਾ ਇਨਸਾਨ ਬਣਨ ਲਈ ਪ੍ਰੇਰਨਾ ਕਰਦੀ ਹੈ,
ਔਰ ਇਹੀ ਸਾਡਾ ਅੱਜ ਦਾ ਜਿਹੜੀ ਲੜੀ ਹੈ ਉਹਦਾ ਮਕਸਦ ਵੀ ਹੈ ਸ਼ੁਰੂ ਕਰਨ ਦਾ, ਕਿ ਅਸੀਂ ਜੋ ਆਪਣੀ ਵਿਰਾਸਤ, ਆਪਣੀ ਜਿਹੜੀ ਹਿਸਟਰੀ ਅੱਜ ਦੀ ਨੌਜਵਾਨ ਪੀੜ੍ਹੀ ਭੁੱਲਦੀ ਜਾ ਰਹੀ ਹੈ, ਉਹਨੂੰ ਅਸੀਂ ਕਿਸੇ ਤਰੀਕੇ ਨਾਲ ਜੋੜੀਏ, ਭਾਵੇਂ ਉਹ ਵੱਖ-ਵੱਖ ਭਾਸ਼ਾਵਾਂ ਹੋਣ, ਸੱਭਿਆਚਾਰ ਹੋਣ। ਉਹ ਲੋਕ ਗੁਰੂ ਸਾਹਿਬ ਦੀ ਬਾਣੀ ਨੂੰ ਕਿਵੇਂ ਦੇਖਦੇ ਨੇ, ਕਿਵੇਂ ਉਸ ਤੇ ਵਿਚਾਰ ਕਰਦੇ ਨੇ, ਉਹ ਅਸੀਂ ਉਸੇ ਉਦੇਸ਼ ਨੂੰ ਮੁੱਖ ਰੱਖ ਕੇ ਇਹ ਲੜੀ ਅਸੀਂ ਸ਼ੁਰੂ ਕੀਤੀ। ਤੇ ਬਹੁਤ ਬਹੁਤ ਧੰਨਵਾਦ ਸਰ। ਸਾਡੇ ਲਈ ਅੱਜ ਇੱਕ ਖੁਸ਼ਕਿਸਮਤੀ ਦੀ ਗੱਲ ਹੈ ਕਿ ਸਾਡੇ ਵਿੱਚ ਅੱਜ ਉੱਘੇ ਲੇਖਕ ਚਿੰਤਕ ਪ੍ਰੋਫੈਸਰ ਬਲਕਾਰ ਸਿੰਘ ਜੀ ਮੌਜੂਦ ਹਨ। ਗੁਰੂ ਅੰਗਦ ਦੇਵ ਕਾਲਜ ਤੋਂ ਉਹਨਾਂ ਨੇ ਆਪਣਾ ਕੈਰੀਅਰ ਬਤੌਰ ਇੱਕ ਲੈਕਚਰਰ ਸ਼ੁਰੂ ਕੀਤਾ। ਇਸ ਤੋਂ ਬਾਅਦ ਆਪ ਡਿਪਾਰਟਮੈਂਟ ਆਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਪੰਜਾਬ ਯੂਨੀਵਰਸਿਟੀ ਪਟਿਆਲਾ ਵਿੱਚ ਸੀਨੀਅਰ ਰਿਸਰਚ ਫੈਲੋ ਦੇ ਤੌਰ ਤੇ ਸ਼ਾਮਿਲ ਹੋ ਗਏ। ਇੱਥੇ ਹੀ ਉਹ ਬਾਅਦ ਵਿੱਚ ਪ੍ਰੋਫੈਸਰ ਮੁਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਡਿਪਾਰਟਮੈਂਟ ਰਹੇ। ਆਪ ਜੀ ਦੀਆਂ ਸਿੱਖ ਸਟੱਡੀਜ਼ ਨੂੰ ਅਣਥਕ ਸੇਵਾਵਾਂ ਅਤੇ ਦੇਣ ਨੂੰ ਮੁੱਖ ਰੱਖਦੇ ਹੋਏ ਪ੍ਰੋਫੈਸਰ ਆਫ ਐਮੀਨੈਂਸ ਦੀ ਉਪਾਧੀ ਨਾਲ ਆਪ ਨੂੰ ਨਿਵਾਜਿਆ ਗਿਆ। ਆਪ ਨੇ ਆਪਣੇ ਲੰਮੇ ਅਕੈਡਮਿਕ ਕੈਰੀਅਰ ਵਿੱਚ ਆਪਣੇ ਬਹੁਤ ਸਾਰੇ ਅਹੁਦਿਆਂ ਤੇ ਕੰਮ ਕੀਤਾ, ਜਿਨ੍ਹਾਂ ਦਾ ਜ਼ਿਕਰ ਮੈਂ ਇੱਥੇ ਜ਼ਰੂਰ ਕਰਨਾ ਚਾਹਾਂਗੀ। ਜਿਨ੍ਹਾਂ ਵਿੱਚੋਂ ਆਪ ਡੀਨ ਫੈਕਲਟੀ ਆਫ ਹਿਊਮੈਨਿਟੀ ਐਂਡ ਰਿਲੀਜਨ, ਡੀਨ ਆਫ ਕਾਲਜਿਸ, ਇਹਨਾਂ ਦੇ ਨਾਮ ਲਏ ਜਾ ਸਕਦੇ ਹਨ। ਡਾਕਟਰ ਸਾਹਿਬ ਕਈ ਸੰਸਥਾਵਾਂ ਵਿੱਚ ਵੀ ਕਾਰਜਸ਼ੀਲ ਰਹੇ ਅਤੇ ਕਈ ਉੱਚ ਸੰਸਥਾਵਾਂ ਦੇ ਮੈਂਬਰ ਵੀ ਰਹੇ, ਜਿਵੇਂ ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਐਡਵਾਈਜ਼ਰੀ ਧਰਮ ਪ੍ਰਚਾਰ ਕਮੇਟੀ SGPC ਐਡਵਾਈਜ਼ਰ ਦੇ ਤੌਰ ਤੇ, ਮੈਂਬਰ ਐਡਵਾਈਜ਼ਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਅਹੁਦੇ ਜਿਵੇਂ ਡਾਇਰੈਕਟਰ ਗੁਰੂ ਰਾਮਦਾਸ ਇੰਸਟੀਚਿਊਟ ਆਫ ਲੈਂਗੁਏਜ ਐਂਡ ਕਲਚਰ ਮੈਕਸੀਕੋ USA, ਮੈਂਬਰ ਐਡਵਾਈਜ਼ਰੀ ਕਮੇਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਰਹੇ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨਾਲ ਵੀ ਵਾਬਸਤਾ ਰਹੇ। ਪ੍ਰੋਫੈਸਰ ਬਲਕਾਰ ਸਿੰਘ ਜੀ ਦੀਆਂ ਕਈ ਪੁਸਤਕਾਂ ਸਿੱਖ ਸਟੱਡੀਜ਼ ਤੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕੁਝ ਕੁ ਨਾਮ ਮੈਂ ਜ਼ਰੂਰ ਲੈਣਾ ਚਾਹਾਂਗੀ। ਗੁਰੂ ਤੇਗ ਬਹਾਦਰ ਹਿੰਦੀ ਚਾਦਰ, ਗੁਰਮਤ ਵਿਵੇਚਨ, ਭਗਤ ਨਾਮਦੇਵ ਜੀਵਨ ਤੇ ਰਚਨਾ, ਸਿੱਖ ਰਹੱਸਵਾਦ, ਅਕਾਲ ਤਖਤ ਸਾਹਿਬ ਜੋਤੀ ਤੇ ਜੁਗਤੀ, ਜਿਨ੍ਹਾਂ ਤੋਂ ਵਿਛੋੜਿਆ ਗਿਆ ਹੈ, ਸ਼ਬਦ ਗੁਰੂ ਦਾ ਸਿੱਖ ਸਿਧਾਂਤ। ਇਸ ਤੋਂ ਇਲਾਵਾ ਆਪਨੇ ਬਹੁਤ ਸਾਰੀਆਂ ਪੁਸਤਕਾਂ ਸੰਪਾਦਿਤ ਕੀਤੀਆਂ। ਆਪਨੇ ਸਿੱਖ ਸਟੱਡੀ, ਕਲਚਰ ਤੇ ਲਿਟਰੇਚਰ ਦੇ ਕਈ ਵੋਲਿਊਮ ਜਿਹੜੇ ਹੈ ਉਹ ਸੰਪਾਦਿਤ ਕੀਤੇ। ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਰ। ਹੁਣ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਉਹ ਸਾਡੀ ਇਸ ਲੈਕਚਰ ਲੜੀ ਦਾ ਮੁੱਖ ਪੇਪਰ ਜਿਹੜਾ ਹੈ ਸਭ ਨਾਲ ਸਾਂਝਾ ਕਰਨ। ਪ੍ਰੋਫੈਸਰ ਬਲਕਾਰ ਸਿੰਘ ਜੀ। ਪ੍ਰਧਾਨ ਮੋਤਾ ਸਿੰਘ ਜੀ ਸਰਾਏ, ਪ੍ਰਿੰਸੀਪਲ ਸਾਹਿਬ ਜਤਿੰਦਰਵੀਰ ਸਿੰਘ ਜੀ, ਪ੍ਰੋਫੈਸਰ ਮਨਜੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ मैं समझदा है कि मतलब मैनू, क्योंकि मैं सारी उम्र धर्म ही पढ़ाया, डिविनिटी पढ़ाई, ते उस फील्ड में रहन करके मेरा एक थां जा बन गया। इस उम्र च आउंदे आउंदे कुछ गल्लां याद रह गईयां, उन्हां विचों कुछ तुहाडे नाल भी साझियां हो जाणगियां। पर मेरा विश्वास ये है कि बीबा मनजीत ने जब गल की तो अजोका प्रसंग की गल की, तो मैं कहा ठीक है, क्योंकि खास तौर पर सराय साहब तुहानूं संबोधन सा मैं ये कि असी जिन्ना चिर 208 तो अगे नहीं तुरते, उन्ना चिर असी ਜਿਹੜਾ मौजूदा प्रसंग है गल नहीं कर सकते। सानू असी जदों 208 तक रहने आ ते वो साडे कोल ये हुंदा है कि इतिहास ते ही साडे कोल बहुत वधिया आ जांदा है, गलबात भी ठीक हो जाती है, प्रभाव भी ठीक पै जांदा है। पर ਉਹਦੇ ਨਾਲ ਅਸੀਂ ਇੱਕ ਗੱਲ ਭੁੱਲ ਜਾਂਦੇ ਹਾਂ ਕਿ ਜਦੋਂ ਗੁਰੂ ਸਾਹਿਬ ਹਾਜ਼ਰ ਸਨ, ਉਹ ਗਾਡ ਵਾਕਿੰਗ ਔਨ ਅਰਥ ਸੀ ਫਾਰ ਮੀ। ਇਸ ਕਰਕੇ ਉਹ ਜੋ ਕਰਦੇ ਸਨ ਉਹ ਕਿਤੇ ਸੋਚਣ ਵਿਚਾਰਨ ਦਾ ਮੁਹਤਾਜ ਨਹੀਂ ਹੈ। ਜਿਵੇਂ ਮੁੰਡੇ ਬੇਟੇ ਨੇ ਪੜ੍ਹਿਆ, ਪ੍ਰਭਜੋਤ ਨੇ ਸ਼ਬਦ ਪੜ੍ਹਿਆ, ਤੇ ਦਸਮ ਪਾਤਸ਼ਾਹ ਹਜ਼ੂਰ ਨੇ ਜਦੋਂ ਰਿਕਾਰਡ ਕੀਤਾ ਇਹ ਵੀ ਉਹਨਾਂ ਨੇ ਧਰਮ ਹਿੱਤ ਕੀ ਕੀਤਾ,
ਇਹ ਸਾਡੇ ਕੋਲ ਹੈ। ਹੁਣ ਇਹਨੂੰ ਅਸੀਂ ਧਰਮ ਹੇਠ ਇਸ ਨੂੰ ਵਿਦਿਆਰਥੀਆਂ ਤੱਕ ਕਿਵੇਂ ਲੈ ਕੇ ਜਾਣਾ, ਇਹ ਸਾਡੀ ਜ਼ਿੰਮੇਵਾਰੀ ਹੈ। ਇੱਕ ਤੇ ਉਹਦਾ ਤਰੀਕਾ ਹੈਗਾ ਵੀ ਉਹ ਅਸੀਂ ਗਾਇਨ ਦੇ ਥਰੂ, ਜਿਵੇਂ ਬੱਚੇ ਨੇ ਕੀਤਾ, ਉਹ ਬਹੁਤ ਹੀ ਖੂਬਸੂਰਤ ਢੰਗ ਨਾਲ ਕੀਤਾ ਉਹਨੇ, ਮੈਨੂੰ ਵੀ ਬੜਾ ਚੰਗਾ ਲੱਗਾ, ਬਾਕੀ ਵੀ ਜਿਨ੍ਹਾਂ ਦੇਖਿਆ ਪ੍ਰਭਾਵਿਤ ਹੋਏ ਹੋਣਗੇ। ਪਰ ਮੈਂ ਇਹ ਕਹਿਣਾ ਵੀ ਇੱਥੋਂ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤਾਂ ਮੈਂ ਸੌਖਾ ਤਰੀਕਾ ਕੀ ਹੈ, ਮੈਨੂੰ ਮੇਰੇ ਸਾਹਮਣੇ ਵਿਦਿਆਰਥੀ ਹੁੰਦੇ ਨੇ, ਕਿਉਂਕਿ ਮੈਂ ਸਮਝਦਾ ਹਾਂ ਕਿ ਅਸੀਂ ਜਿਹੜੇ ਆਪ ਬੈਠੇ ਹੋਏ, ਜਿਨ੍ਹਾਂ ਦੇ ਮੈਂ ਨਾਂ ਲੈ ਚੁੱਕਿਆ ਹਾਂ, ਪ੍ਰੋਫੈਸਰ ਮੋਤਾ ਸਿੰਘ ਹੋਣੀ ਨੇ, ਅਸੀਂ ਕੁਛ ਨਾ ਕੁਛ ਜਾਣਦੇ ਹਾਂ। ਉਹਦੇ ਜਾਣਕਾਰੀ ਦੇ ਵਿੱਚ ਰਿਡਕਲ ਦੀ ਗੱਲ ਜਿਹੜੀ ਹੈ ਹੋ ਸਕਦੀ ਹੈ, ਕੁਝ ਵਾਧਾ ਹੋ ਸਕਦਾ, ਕੁਝ ਨਹੀਂ ਵੀ ਹੋ ਸਕਦਾ, ਕੋਈ ਗੱਲ ਨਹੀਂ, ਪਰ ਵਿਦਿਆਰਥੀ ਨੂੰ ਬਹੁਤ ਲੋੜ ਹੈ। ਤੇ ਉਹਦੇ ਵਾਸਤੇ ਮੈਂ ਪ੍ਰਧਾਨ ਜੀ ਇਹ ਗੱਲ ਕਰ ਲਈ ਕਿ ਮੇਰੇ ਸਾਹਮਣੇ ਪਾਕਿਸਤਾਨ ਦੀ ਕਿਤਾਬ ਸੀ ਵਾਕਿੰਗ ਵਿਦ ਗੁਰੂ ਨਾਨਕ, ਹਾਂਜੀ ਉਹ ਮੇਰੇ ਧਿਆਨ ਵਿੱਚ ਸੀਗੀ। ਤੇ ਮੈਂ ਸੋਚਦਾ ਇਹ ਹੈ ਕਿ ਉਸ ਮਤਲਬ ਵਾਕਿੰਗ ਵਿਦ ਨਾਨਕ ਦੇ ਵਿੱਚ ਕੀ ਹੋਇਆ, ਇਹ ਤੇ ਜਨਮ ਤੋਂ ਬਾਅਦ ਇਹ ਜ਼ਰੂਰ ਹੈ ਕਿ ਅੱਜ ਦੀ ਲੋੜ ਇਹ ਹੈ ਕਿ ਕੀ ਅਸੀਂ ਗੁਰੂ ਦੇ ਨਾਲ ਤੁਰ ਰਹੇ ਹਾਂ, ਕੀ ਅਸੀਂ ਗੁਰੂ ਦੇ ਨਾਲ ਤੁਰਨ ਵਾਸਤੇ ਸਾਡੇ ਕੋਲ ਪੈਰ ਹਨ, ਸਾਡੇ ਕੋਲ ਉਹਦੇ ਦੀ ਮਾਨਸਿਕਤਾ ਹੈ, ਸਾਡੇ ਕੋਲ ਉਹ ਜਿਹਾ ਚਾਹ ਹੈ। ਇਹ ਜਿਹੜੀ ਗੱਲ ਹੈ ਇਹ ਬੇਸਿਕ ਮੇਰੇ ਸਾਹਮਣੇ ਸੀਗੀ। ਤੇ ਮਤਲਬ ਉਹਦੇ ਵਾਸਤੇ ਮੈਂ ਕਰ ਲਿਆ ਵੀ ਗੁਰੂ ਨਾਲ ਕਿਵੇਂ ਤੁਰੀਏ ਆਪਾਂ। ਇਹ ਪ੍ਰੋਬਲਮ ਹੈ, ਬੱਚਾ ਪੜ੍ਹ ਸਕਦਾ ਹੈ, ਬੱਚਾ ਪੁੱਛ ਸਕਦਾ ਵੀ ਤੁਸੀਂ ਇਸ ਉਮਰ ਚਲੇ ਗਏ ਹੋ, ਸਾਰੀ ਉਮਰ ਇੱਥੇ ਰਹਿ, ਦੱਸੋ ਮੈਨੂੰ ਮੈਂ ਕਿਵੇਂ ਜਾਵਾਂ। ਤੇ ਮੈਂ ਇਸ ਗੱਲ ਸੌਖੀ ਕਰ ਲਈ, ਸੌਖੀ ਇਸ ਕਰਕੇ ਕਰ ਲਈ ਵੀ ਇਹ ਸਵਾਲ ਨਹੀਂ ਹੈ ਕੱਲਾ ਵੀ ਗੁਰੂ ਦੇ ਨਾਲ ਕਿਵੇਂ ਤੁਰੀਏ, ਗੁਰੂ ਨੂੰ ਮਤਲਬ ਆਪਣੇ ਨਾਲ ਕਿਵੇਂ ਰੱਖ ਸਕੀਏ, ਇਹ ਕੱਲਾ ਸਵਾਲ ਨਹੀਂ ਹੈ। ਇਹ ਗੁਰੂ ਘਰਾਂ ਦੇ ਨੇ ਜਿਹੜੇ ਗੁਰੂ ਸਾਹਿਬ ਨਾਲ ਸੰਬੰਧਿਤ ਨੇ, ਗੁਰੂ ਸਾਹਿਬ ਬਾਰੇ ਜਾਣਨਾ ਚਾਹੁੰਦੇ ਨੇ, ਉਹ ਹਰ ਸਮਕਾਲ ਦੇ ਲੋਕਾਂ ਲਈ ਇੱਕ ਲੋੜ ਵੀ ਹੈ। ਦੇਖੋ ਇਹ ਲੋੜ ਹੈ, ਜਿਹੜੀਆਂ ਲੋੜਾਂ ਨੇ ਨਾ ਉਹ ਅਸਲ ਵਿੱਚ ਤੁਹਾਡੀ ਮਾਨਸਿਕਤਾ ਵਿੱਚ ਨਿਹਿਤ ਹੁੰਦੀਆਂ ਨੇ। ਉਹਨਾਂ ਦਾ ਬਹੁਤ ਕੁਝ ਤੁਹਾਡੇ ਲਹੂ ਵਿੱਚ ਚੱਲ ਰਿਹਾ ਹੁੰਦਾ ਹੈ, ਉਹ ਤੁਹਾਡੇ ਦਿਮਾਗ ਦੀ ਗੱਲ ਨਹੀਂ ਹੁੰਦੀ ਕੱਲੀ, ਉਹ ਤੁਹਾਡੇ ਅਹਿਸਾਸ ਦੀ ਗੱਲ ਵੀ ਹੁੰਦੀ ਹੈ। ਜਿਹੜੀ ਅਹਿਸਾਸ ਦੀ ਗੱਲ ਹੁੰਦੀ ਹੈ ਉਹਨੇ ਹੋਣਾ ਵੀ ਹੈ ਤੇ ਰਹਿਣਾ ਵੀ ਹੈ, ਉਹ ਤੁਸੀਂ ਨਾ ਕਰੋ ਤਾਂ ਵੀ ਉਹ ਚੱਲਦੀ ਰਹਿੰਦੀ ਹੈ। ਤੇ ਉਹਦੇ ਵਾਸਤੇ ਸਾਡੇ ਜਿਹੜਾ ਆ ਗਿਆ ਹੋਇਆ, ਜਿਹੜੇ ਸਿੱਖ ਘਰ ਨੇ ਜਿੱਥੇ ਸਿੱਖ ਹਵਾ ਵਗਦੀ ਹੈ ਥੋੜੀ ਬਹੁਤੀ, ਉਹਨਾਂ ਨੂੰ ਇਹ ਯਾਦ ਹੋਏਗਾ ਕਿ ਗੁਰੂ ਅੰਗ ਸੰਗ ਲਫ਼ਜ਼ ਜਿਹੜਾ ਆਮ ਤੌਰ ਤੇ ਆਉਂਦਾ ਰਹਿੰਦਾ ਹੈ। ਇਹਦਾ ਮਤਲਬ ਹੈ ਵੀ ਜਦੋਂ ਅਸੀਂ ਨਹੀਂ ਵੀ ਤੁਰ ਰਹੇ ਹੁੰਦੇ ਨਾ, ਉਦੋਂ ਵੀ ਇਹ ਗੱਲ ਸਾਡੇ ਨਾਲ ਤੁਰ ਰਹੀ ਹੁੰਦੀ ਹੈ। ਹੁਣ ਇਹ ਸਾਡਾ ਹੁੰਦਾ ਕੀ ਹੈ ਕਿ ਸੱਭਿਆਚਾਰ ਜਿਹੜਾ ਤੁਹਾਡੀ ਲਿਵਿੰਗ ਦਾ ਐਸਪੈਕਟ ਹੈ, ਉਹਦੇ ਨਾਲ ਨਹੀਂ ਵਿਛੜ ਸਕਦੇ ਤੁਸੀਂ, ਉਹਦੇ ਨਾਲ ਅੱਗੇ ਪਿੱਛੇ ਤੇ ਹੋ ਸਕਦੇ ਹੋ, ਉਹਨਾਂ ਵਿਛੜ ਨਹੀਂ ਸਕਦੇ। ਤੇ ਇਸ ਕਰਕੇ ਇਹ ਜਿਹੜਾ ਸਵਾਲ ਹੈ, ਇਹ ਸਵਾਲ ਦਾ ਜਵਾਬ ਸਿੱਖ ਦੀ ਮਾਨਸਿਕਤਾ ਵਿੱਚ ਅਸੀਸ ਵਾਂਗ ਵੀ ਪਿਆ ਹੈ, ਲੋੜ ਵਾਂਗ ਵੀ ਪਿਆ ਹੈ, ਤੇ ਇੱਕ ਸੋਚ ਵਾਂਗ ਵੀ ਪਿਆ ਹੈ। ਉਸੇ ਨੂੰ ਮੈਂ ਕਹਿ ਰਿਹਾ ਕਿ ਉਹ ਇਸ ਤਰ੍ਹਾਂ ਪ੍ਰਗਟ ਹੁੰਦਾ ਹੈ ਕਿ ਗੁਰੂ ਅੰਗ ਸੰਗ। ਅਸੀਂ ਅਸੀਸ ਵੀ ਇਸ ਤਰ੍ਹਾਂ ਹੀ ਦਿੰਦੇ ਹਾਂ, ਤੇ ਜਦੋਂ ਕਿਸੇ ਨੂੰ ਪੁੱਛਣਾ ਹੁੰਦਾ ਉਦੋਂ ਵੀ ਇਸ ਤਰ੍ਹਾਂ ਹੀ ਕਰਦੇ ਹਾਂ। ਪ੍ਰਿੰਸੀਪਲ ਸਾਹਿਬ ਮਨਜੀਤ ਨੇ ਆਪਣੇ ਬੱਚਿਆਂ ਨਾਲ ਜਦੋਂ ਗੱਲ ਕਰਨਗੇ ਤੇ ਉਹਨਾਂ ਨੂੰ ਅਸੀਸ ਦੇਣ ਵਾਸਤੇ ਇਹ ਅਸੀਂ ਆਮ ਵਰਤਦੇ ਰਹੇ, ਬਜ਼ੁਰਗ ਤੇ ਵਰਤਦੇ ਸੀਗੇ, ਅਸੀਂ ਤੇ ਸੁਣਦੇ ਹੀ ਆਏ ਹਾਂ। ਜਿੱਥੇ ਬਹੁਤਾ ਬਾਣੀ ਦਾ ਨਹੀਂ ਸੀ ਪਤਾ ਲੋਕਾਂ ਨੂੰ, ਇਤਿਹਾਸ ਦਾ ਨਹੀਂ ਸੀ ਪਤਾ, ਉੱਥੇ ਵੀ ਗੁਰੂ ਅੰਗ ਸੰਗ ਦਾ ਪਤਾ ਸੀ। ਹੁਣ ਤੁਸੀਂ ਕਹੋਗੇ ਵੀ ਇਹ ਕਿੱਥੋਂ ਗੱਲਾਂ ਆ ਸਕਦੀਆਂ, ਸਾਡੇ ਹੈਗੀਆਂ ਲਿਟਰੇਚਰ 'ਚ ਪਈਆਂ ਨੇ। ਜੇ ਤੁਸੀਂ ਭਾਈ ਵੀਰ ਸਿੰਘ ਦਾ ਨਾਵਲ ਬਾਬਾ ਨਾਉ ਸਿੰਘ ਪੜ੍ਹੋ, ਤੇ ਬਾਬਾ ਨਾਉ ਸਿੰਘ ਜਿਹੜਾ ਅਨਪੜ੍ਹ ਜੱਟ ਹੈ, ਖੇਤੀ ਕਰ ਰਿਹਾ, ਉਹ ਗੁਰੂ ਅੰਗ ਸੰਗ ਦੀ ਇੱਕ ਮਤਲਬ ਆਪਣੇ ਆਪ ਪ੍ਰਚਾਰ ਕਰੀ ਜਾਂਦਾ। ਤੇ ਉਹਨੂੰ ਜਿਹੜੇ ਮਿਸ਼ਨਰੀ ਨੇ, ਇਸਲਾਮਿਕ ਮਿਸ਼ਨਰੀ, ਕ੍ਰਿਸਚੀਅਨ ਮਿਸ਼ਨਰੀ, ਹਿੰਦੂ ਮਿਸ਼ਨਰੀ, ਉਹ ਪੁੱਛਦੇ ਨੇ ਕਿ ਬਾਬਾ ਤੂੰ ਕਿੱਥੋਂ ਟ੍ਰੇਨਿੰਗ ਲਈ ਹੈ ਇਹ? ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਪਾਠ ਹੀ ਕਰਦਾ ਤੇ ਕੰਮ ਕਰਦਾ। ਹੁਣ ਇਹ ਜਿਹੜੀ ਗੱਲ ਹੈ ਨਾ, ਇਹ ਸਾਡੇ ਕੋਲ ਗੁਆਚੀ ਹੈ। ਇਸ ਗੱਲ ਨੂੰ ਰੈਸਟੋਰ ਕਰਨ ਨੂੰ ਹੀ ਮੈਂ ਕਹਿ ਰਿਹਾ ਕਿ ਅਸੀਂ ਗੁਰੂ ਨਾਲ ਤੁਰਨਾ ਹੈ, ਗੁਰੂ ਦੇ ਨਾਲ ਤੁਰਨ ਲਈ ਪੈਰ ਮਿੱਚ ਕੇ ਤੁਰਨਾ ਹੈ। ਤੇ ਸਾਡੇ ਵਾਸਤੇ ਬਹੁਤ ਕੁਝ ਸੌਖਾ ਕਰ ਦਿੱਤਾ ਹੋਇਆ ਗੁਰੂ ਨੇ, ਕਿਉਂਕਿ ਬੰਦੇ ਨਾਲ ਤੁਰਨਾ ਔਖਾ ਹੈ। ਬੰਦੇ ਨਾਲ ਤੁਰਨਾ ਔਖਾ ਹੈ ਕਿਉਂਕਿ ਬੰਦੇ ਦੇ ਵਿੱਚ ਫਰਕ ਹੋ ਸਕਦਾ ਹੈ, ਇੱਕ ਜਵਾਨ ਹੈ, ਇੱਕ ਬੁੱਢਾ ਹੈ, ਉਹਦੇ ਹੋ ਸਕਦਾ ਹੈ ਕਿ ਇਹਦਾ ਹੁਣ ਇਹ ਵੀ ਗੁਰੂ ਦੇ ਨਾਲ ਤੁਰਨਾ ਜਿਹੜਾ ਹੈ ਉਹ ਤੇ 208 ਤੱਕ ਸੀਗਾ, 1708 ਤੱਕ 1708 ਤੱਕ ਅਸੀਂ ਗੁਰੂ ਦੇ ਨਾਲ ਤੁਰਦੇ ਰਹੇ ਹਾਂ। ਤੇ ਗੁਰੂ ਦੇ ਦੀ ਜਿਹੜੀ ਗੱਲ ਹੈ, ਹੁਣ ਅਸੀਂ ਜਿਹੜਾ ਹੈ, ਅਸੀਂ ਇਸ ਵੇਲੇ ਜੇ ਤੁਰਨਾ ਹੈ ਤੇ ਗੁਰੂ ਜੋਤ ਨਾਲ ਤੁਰ ਸਕਦੇ ਹਾਂ। ਤੇ ਗੁਰੂ ਜੋਤ ਕੀ ਹੈ? ਬਾਣੀ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਸ਼੍ਰੀ ਗੁਰੂ ਗ੍ਰੰਥ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਹੈ
ਤੇ ਹੁਣ ਕਿਹਨੂੰ ਜਿਹੜੇ ਸਿੱਖੀ ਨਾਲ ਟੁੱਟ ਵੀ ਗਏ ਨੇ ਨਾ, ਬੜੇ ਟੁੱਟੇ ਹੋਏ ਵੀ ਲੋਕ ਹਨ, ਉਹਨਾਂ ਅੰਦਰ ਵੀ ਜਦੋਂ ਇਹ ਗੱਲ ਕਰੋਗੇ ਤਾਂ ਉਹਨਾਂ ਨੂੰ ਪੂਰੀ ਗੱਲ ਕਹਿਣ ਦੀ ਲੋੜ ਨਹੀਂ ਪੈਣੀ, ਉਹਨਾਂ ਅੱਧੀ ਕਹਿਣ ਤੋਂ ਹੀ ਸਮਝ ਜਾਣਾ ਹੈ ਮਤਲਬ ਅਸੀਂ ਕੀ ਕਹਿ ਰਹੇ ਹਾਂ। ਤੇ ਇਹਦਾ ਹੋਇਆ ਕਿ ਗੁਰੂ ਦੇ ਜਿਹੜੀ ਹੈ ਉਹ ਗੁਰੂ ਦੇਵ ਦੀ ਸਿੱਖਿਆ ਦੇ ਰਹੀ ਹੈ। ਗੁਰੂ ਦੇ 1708 ਤੱਕ ਗੁਰੂ ਜੋਤ ਦੀ ਸਿੱਖਿਆ ਦੇ ਰਹੀ ਸੀ। ਤੇ ਬੰਦੇ ਨੂੰ ਦੇਖੋ ਹੁੰਦਾ ਕੀ ਹੈ, ਮਤਲਬ ਐਗਜ਼ਾਮਪਲ ਦੇ ਤੌਰ ਤੇ ਮੈਂ ਬੱਚਿਆਂ ਕਰਕੇ ਇਹ ਐਗਜ਼ਾਮਪਲ ਦੇ ਰਿਹਾ। ਇਹ ਮਤਲਬ ਇਹ ਐਗਜ਼ਾਮਪਲ ਮੇਰੀ ਵੀ ਨਹੀਂ, ਮੈਂ ਬਹੁਤ ਪੁਰਾਣੀ ਕਿਤਾਬ ਪੜ੍ਹੀ ਸੀ, ਹਿਸਟਰੀ ਐਂਡ ਫਿਲਾਸਫੀ ਆਫ ਸਿੱਖਿਜ਼ਮ, ਇਹ ਖਜ਼ਾਨ ਸਿੰਘ ਦੀ ਲਿਖੀ ਹੋਈ ਸੀ, ਲੈਂਗੁਏਜ ਡਿਪਾਰਟਮੈਂਟ ਛਾਪੀ ਸੀ, ਅੱਜ ਕੱਲ੍ਹ ਆਊਟ ਆਫ ਪ੍ਰਿੰਟ ਆ। ਉਹ ਮੇਰੀ ਲਾਇਬ੍ਰੇਰੀ 'ਚ ਪਈ ਆ ਕਿਤੇ, ਤੇ ਮੈਨੂੰ ਲੱਭਦੀ ਨਹੀਂ ਉਹ, ਬਾਅਦ 'ਚ ਮਤਲਬ ਮੈਂ ਬਥੇਰੀ ਕੋਸ਼ਿਸ਼ ਕੀਤੀ ਨਹੀਂ ਲੱਭੀ। ਉਹਦੇ 'ਚ ਇੱਕ ਗੱਲ ਕਹੀ ਸੀ ਵੀ ਸ੍ਰੀ ਕ੍ਰਿਸ਼ਨ ਦੀ ਕੋਈ ਕੰਟਰੀਬਿਊਸ਼ਨ ਘੱਟ ਨਹੀਂ ਹੈ, ਪਰ ਸ੍ਰੀ ਕ੍ਰਿਸ਼ਨ ਦੇ ਜਿਹੜੇ ਪੈਰੋਕਾਰ ਸਨ ਉਹਨਾਂ ਨੂੰ ਉਹ ਮਾਨਸਿਕ ਤੌਰ ਤੇ ਤਿਆਰ ਉਸ ਤਰ੍ਹਾਂ ਨਹੀਂ ਸਨ ਹੋਏ ਜਿਵੇਂ ਸਿੱਖ ਨੂੰ ਤਿਆਰ ਕੀਤਾ ਗਿਆ। 250 ਸਾਲ 5 ਪੀੜ੍ਹੀਆਂ ਤਿਆਰੀ ਕਰਨ 'ਚ ਲੱਗੀਆਂ, 1469 ਤੋਂ ਲੈ ਕੇ 99 ਤੋਂ ਲੈ ਕੇ 1499 ਤੋਂ ਲੈ ਕੇ 1708 ਤੱਕ। ਹੁਣ ਉਹ ਜਿਹੜੀ ਹੈਗੀ ਨਾ ਤਿਆਰੀ ਕੀਤੀ, ਹੋਇਆ ਕੀ ਫਿਰ? ਗੀਤਾ ਦਾ ਸਿਧਾਂਤ ਤੇ ਮਾੜਾ ਨਹੀਂ ਹੈ, ਪਰ ਗੀਤਾ ਦੇ ਸਿਧਾਂਤ ਨਾਲ ਆਮ ਮਾਨਸਿਕਤਾ ਤੁਰ ਨਹੀਂ ਸਕਦੀ ਸੀ। ਇਸ ਕਰਕੇ ਉਹਨਾਂ ਨੇ ਕ੍ਰਿਸ਼ਨ ਦੀ ਮੂਰਤੀ ਜਿਹੜੀ ਆ ਉਹਦਾ ਬਦਲ ਬਣ ਲਈ। ਸਾਨੂੰ ਇਹ ਬਹੁਤ ਧਿਆਨ ਨਾਲ ਤੁਰਨਾ ਚਾਹੀਦਾ ਹੈ। ਜਦੋਂ ਅਸੀਂ ਸਿਧਾਂਤ ਨਾਲ ਸਪਿਰਿਟ ਨਾਲ ਤੁਰਨ ਤੋਂ ਅਸਮਰੱਥ ਹੋਵਾਂਗੇ ਉਦੋਂ ਸਾਡੇ ਕੋਲ ਇਹੋ ਜਿਹੀ ਗਲਤੀ ਹੋਏਗੀ ਕਿ ਅਸੀਂ ਮਤਲਬ ਪੂਜਕ ਬਣਨ ਦੀ ਕੋਸ਼ਿਸ਼ ਕਰ ਲਾਂਗੇ, ਪੂਜਕ ਬਣਨ ਦੀ ਕੋਸ਼ਿਸ਼, ਧਾਰਕ ਨਹੀਂ ਬਣਾਂਗੇ। ਪੂਜਕ ਤੇ ਧਾਰਕ ਦੋ ਲਫ਼ਜ਼ ਨੇ। ਜਿਹੜਾ ਨਾਲ ਤੁਰਦਾ ਹੈ ਪੂਜਕ ਹੈ, ਜਿਹੜਾ ਵਿੱਚ ਤੇ ਹੋ ਕੇ ਮੰਨਦਾ ਹੈ। ਧਾਰਕ ਉਹ ਹੈ ਜਿਹੜਾ ਨਾਲ ਹੋ ਕੇ ਮੰਨਦਾ ਹੈ। ਬਸ ਇੰਨੀ ਗੱਲ ਮੈਨੇ ਤੇਰੇ ਇਹ ਨੇ। ਪਰ ਇਸ ਧਰਮ ਦੇ ਨਾਲ ਅਸੀਂ ਮੈਂ ਕਹਿਣਾ ਇਹ ਚਾਹਨਾ ਕਿ ਸਿੱਖ ਨੇ ਗੁਰੂ ਦੀ ਸਪਿਰਿਟ ਜਿਹੜੀ ਹੈ ਉਹ ਉਹਦੇ ਲਹੂ ਵਿੱਚ ਉਤਰ ਗਈ। ਤੇ ਹੁਣ ਮੋਤਾ ਸਿੰਘ ਹੁਣ ਉੱਥੇ ਬੈਠੇ ਹੋਣ ਇੰਗਲੈਂਡ, ਜਾਂ ਜਤਿੰਦਰਵੀਰ ਪ੍ਰਿੰਸੀਪਲ ਦੇ ਤੌਰ ਤੇ ਬੈਠਾ ਹੋਵੇ, ਜਾਂ ਮੈਂ ਮਤਲਬ ਪਟਿਆਲੇ ਬੈਠਾ ਹਾਂ, ਸਾਡੇ ਸਾਰਿਆਂ ਦੇ ਅੰਦਰ ਲਹੂ ਵਿੱਚ ਬਹੁਤ ਕੁਝ ਪਿਆ ਹੈ। ਉਹ ਜਿਹੜਾ ਲਹੂ ਵਿੱਚ ਪਿਆ ਹੈ ਨਾ, ਉਹਦੇ ਨਾਲ ਉਹਨੂੰ ਤੇ ਉਡੇਸਣਾ ਹੈ। ਇਹੋ ਜਿਹੇ ਮੌਕੇ ਜਿਹੜੇ ਨੇ ਉਹਨੂੰ ਉਡੇਸਣ। ਅਸੀਂ ਇਤਿਹਾਸਿਕ ਤੌਰ ਤੇ ਜਿਹੜੀਆਂ ਪ੍ਰਾਪਤੀਆਂ ਸਾਡੀਆਂ ਸ਼ਾਨਾਬਤਾ ਇਤਿਹਾਸ ਹੈ, ਉਹਦੀ ਰੈਪੂਟੇਸ਼ਨ ਨੇ ਕਈ ਵਾਰ ਸਾਨੂੰ ਮੋਨਾਟਨੀ ਵਿੱਚ ਵੀ ਪਾਇਆ। ਉਸ ਮੋਨਾਟਨੀ ਨਾਲ ਸਾਡੀ ਜਿਹੜੀ ਮਤਲਬ ਕਮਿੰਗ ਜਨਰੇਸ਼ਨ ਹੈ ਉਹ ਬਹੁਤ ਰਿਸੈਪਟਿਵ ਨਹੀਂ ਰਹੀ। ਮੇਰਾ ਪੋਤਰਾ ਕੈਨੇਡਾ ਵੈਨਕੂਵਰ 9ਵੀਂ 10ਵੀਂ ਚ ਪੜ੍ਹਦਾ ਹੈ, ਤੇ ਉਹ ਕਈ ਵਾਰ ਗੱਲ ਸੁਣਦਾ, ਕਈ ਵਾਰ ਸੁਣਦਾ ਹੀ ਨਹੀਂ। ਮਤਲਬ ਪਰ ਹੁਣ ਮੈਂ ਉਹਦਾ ਕੀ ਕਰ ਸਕਦਾ? ਮੈਂ ਉਹਨੂੰ ਕਹਾਣੀ ਨਹੀਂ ਸੁਣਾਉਂਦਾ, ਉਹਨੂੰ ਮੈਂ ਤਸਵੀਰ ਦਿਖਾਣਾ। ਤੇ ਮੈਂ ਕਹਿੰਦਾ ਵੀ ਇਸ ਤਰ੍ਹਾਂ ਦੇਖ, ਚਲ ਉਹ ਗੱਲ ਜਿਹੜੀ ਹੈ ਨਾ ਉਹ ਆਪਣੇ ਤੋਂ ਤਰ ਜਾਂਦੀ ਹੈ। ਉਹਦੇ ਵਾਸਤੇ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਮਤਲਬ ਕਈ ਬੱਚੇ ਸੁਣਦੇ ਹੋਣਗੇ, ਤੁਸੀਂ ਵੀ ਮਤਲਬ ਆ ਗਿਆ ਘਰਾਂ ਵਿੱਚ ਵੀ ਸਾਨੂੰ ਲੋੜ ਪੈਂਦੀ ਹੈ। ਮੇਰੇ ਨਾਲ ਇਹ ਵਾਪਰੀ ਹੋਈ ਘਟਨਾ ਹੈ ਕਿ ਬੱਚਾ ਜਿਹੜਾ ਉਹਦਾ ਪੜ੍ਹਾਈ 'ਚ ਜੀ ਨਹੀਂ ਲੱਗਦਾ, ਕਿਤਾਬ ਜਦੋਂ ਦੇਖਦਾ ਉਹਦਾ ਸੌਂ ਜਾਂਦਾ ਹੈ, ਜਾਂ ਉਹਦਾ ਮਤਲਬ ਹੋਰ ਪਾਸੇ ਨੂੰ ਤੁਰਿਆ ਫਿਰਦਾ, ਮਨ ਪੜ੍ਹਦਾ ਤਾਂ ਯਾਦ ਨਹੀਂ ਰਹਿੰਦਾ। ਤੋਂ ਮੇਰੇ ਕੋਲ ਉਹ ਸ਼ਿਕਾਇਤ ਆਈ ਜਦੋਂ ਮੇਰੇ ਕੋਲ ਨੇੜੇ ਵਾਲੇ ਦੇ ਕਿਸੇ ਦੇ ਸੀਗਾ ਬੱਚਾ, ਤੇ ਮੈਂ ਉਹ ਬੱਚੇ ਨੂੰ ਮਤਲਬ ਬਹੁਤ ਪਿਆਰ ਨਾਲ ਕਿਹਾ ਕਿ ਕੀ ਹੁੰਦਾ ਹੈ। ਉਹ ਕਹਿੰਦਾ ਅੰਕਲ ਪਤਾ ਨਹੀਂ ਲੱਗਦਾ ਕੀ ਹੁੰਦਾ ਹੈ, ਪਰ ਪੜ੍ਹਿਆ ਨਹੀਂ ਜਾਂਦਾ, ਯਾਦ ਨਹੀਂ ਰਹਿੰਦਾ। ਤੇ ਮੈਂ ਆਖਿਆ ਵੀ ਤੂੰ ਐਂ ਕਰ, ਇੱਕ ਗੱਲ ਮੇਰੀ ਮੰਨ ਲੇਗਾ? ਕਹਿੰਦਾ ਮੰਨ ਲਾਂਗਾ। ਮੈਂ ਕਿਹਾ ਤੈਨੂੰ ਮੂਲ ਮੰਤਰ ਆਉਂਦਾ? ਕਹਿੰਦਾ ਆਉਂਦਾ। ਮੈਂ ਕਿਹਾ ਸੁਣਾ। ਉਹਨੇ ਮੂਲ ਮੰਤਰ ਸੁਣਾਤਾ। ਮੈਂ ਕਿਹਾ ਹੁਣ ਅੱਗੇ ਤੋਂ ਜਦੋਂ ਪੜ੍ਹਨ ਲੱਗੇਗਾ ਨਾ 5 ਵਾਰ ਮੂਲ ਮੰਤਰ ਦਾ ਪਾਠ ਕਰ ਲਈ, ਉਸ ਤੋਂ ਬਾਅਦ ਪੜ੍ਹੀ। ਅਗਲੇ ਦਿਨ ਹੀ ਉਹ ਕਹਿੰਦਾ ਜੀ ਮੇਰੇ ਕੋਲ ਹੋ ਗਈ। ਕਿਉਂਕਿ ਅਸੀਂ ਜਿੱਥੇ ਫਾਥੇ ਹੋਏ ਆ ਨਾ, ਕੀਚੜ ਫਾਥੇ ਹੋਏ ਆ ਜਿੱਥੇ, ਉੱਥੋਂ ਟੁੱਟੇ ਬਿਨਾ ਉੱਥੋਂ ਅੱਗੇ ਨਹੀਂ ਤੁਰਿਆ ਜਾਣਾ। ਅੱਗੇ ਤੁਰਨ ਵਾਸਤੇ ਸਾਨੂੰ ਕੁਛ ਨਾ ਕੁਛ ਕਰਨਾ ਪਏਗਾ। ਹੁਣ ਇਹ ਹੈ ਕਿ ਗੁਰੂ ਦੇ ਜਿਹੜੀ ਹੈ ਉਹ ਤੇ ਗੁਰੂ ਨੇ ਉਦੋਂ ਹੀ ਕਹਿ ਦਿੱਤਾ। ਸ਼ਬਦ ਗੁਰੂ ਦੀ ਮਤਲਬ ਗੁਰੂ ਸਾਹਿਬ ਮਤਲਬ ਸਾਡੇ ਗੁਰੂ ਨਾਨਕ ਦੇਵ ਜੀ ਜਦੋਂ ਸਿੱਧਾ ਨਾਲ ਗੋਸ਼ਟ ਕਰ ਰਹੇ ਨੇ, ਤੇ ਸ਼ਬਦ ਗੁਰੂ ਸਰਤਮ ਜਲਾ ਦਾ ਕਾਨਸੈਪਟ ਉਦੋਂ ਦੇ ਦਿੰਦੇ ਨੇ। ਗੁਰੂ ਦੇ ਇੱਥੋਂ ਤੱਕ ਵੀ ਹੁੰਦਾ ਹੈ ਕਿ ਜਦੋਂ ਉਹ ਮਤਲਬ ਗੁਰਗੱਦੀ ਦਿੰਦੇ ਨੇ ਤੇ ਉਦੋਂ ਗੁਰੂ ਅੰਗਦ ਦੇਵ ਦੇ ਪੈਰਾਂ ਤੇ ਮੱਥਾ ਟੇਕਦੇ ਨੇ। ਯਾਨੀ ਦੇਹ ਜਿਹੜੀ ਆ ਉਹਦੀ ਇੰਪੋਰਟੈਂਸ ਜਿਹੜੀ ਆ ਸ਼ਬਦ ਗੁਰੂ ਦੇ ਅੱਗੇ ਨਹੀਂ ਰਹੀ। ਇਹ ਨਵਾਂ ਕਾਨਸੈਪਟ ਸੀ। ਹੁਣ ਤੁਸੀਂ ਬੱਚਿਆਂ ਨੂੰ ਕਹੋਗੇ ਕੀ ਕਾਨਸੈਪਟ ਹੈ? 2 ਲਫ਼ਜ਼ ਨੇ, ਫਾਲੀਬਲ ਤੇ ਇਨਫਾਲੀਬਲ। ਫਾਲੀਬਿਲਿਟੀ ਜਿਹੜੀ ਹੈ ਉਹਨੇ ਧਰਮ ਨੂੰ ਬਹੁਤ ਨੁਕਸਾਨ ਪਹੁੰਚਾਇਆ। ਜਿਹੜਾ ਆਪ ਨਹੀਂ ਕਰ ਸਕਦਾ ਉਹ ਦੂਜੇ ਨੂੰ ਕੀ ਸਮਝਾਏਗਾ?
ਸਾਧ ਨੇ ਗੁੜ ਛੱਡਣ ਲੱਗਿਆ ਕਿਹਾ ਸੀ ਪਹਿਲਾਂ ਮੈਨੂੰ ਛੱਡ ਲੈਣ ਦੇ। ਅਸੀਂ ਜਿਹੜੀ ਗੱਲ ਕਹਿ ਰਹੇ ਹਾਂ, ਜਿੰਨੀ ਆਸਥਾ ਸਾਡੀ ਉਹਦੇ ਵਿੱਚ ਹੈ, ਜਿੰਨੀ ਮਾਨਸਿਕਤਾ ਸਾਡੀ ਉਹਦੇ ਨਾਲ ਖੁੱਭੀ ਹੋਈ ਹੈ, ਉਸ ਮਾਤਰਾ ਵਿੱਚ ਉਹਦਾ ਪ੍ਰਭਾਵ ਪਵੇਗਾ। ਇਹ ਸਾਰੇ ਸਾਨੂੰ ਸਮਝ ਲੈਣਾ ਚਾਹੀਦਾ। ਹੁਣ ਇਹ ਹੋਇਆ ਕਿ ਅਸੀਂ ਗੁਰੂ ਜੋਤ ਜਿਹੜੀ ਹੈ ਉਹਦਾ ਸ਼ਬਦ ਗੁਰੂ ਨੂੰ ਹੀ ਅੰਗ ਸੰਗ ਰੱਖ ਸਕਦੇ ਹਾਂ। ਇਹ ਗੁਰੂ ਪੀਰੀਅਡ ਵਿੱਚ ਵੀ ਸੀ ਤੇ ਇਹ ਅੱਜ ਵੀ ਹੈ, ਕਿਉਂਕਿ ਗੁਰੂ ਪੀਰੀਅਡ ਵਿੱਚ ਜਿਹੜੀ ਗੱਲ ਸਿਧਾਂਤ ਸਿੱਖ ਧਰਮ ਸਾਹਮਣੇ ਆਇਆ, ਉਹਨਾਂ ਨੇ ਇਹ ਕੀਤਾ ਕਿ ਇਹ ਕੋਈ ਸਾਰੀ ਕਾਇਨਾਤ ਵਾਸਤੇ, ਇਹ ਇਨਸਾਨੀਅਤ ਵਾਸਤੇ ਹੈ। ਤੇ ਇਨਸਾਨੀਅਤ ਵਾਸਤੇ ਤਾਂ ਹੀ ਹੈ ਨਾ, ਜੇ ਉਹਦੀ ਸਪਿਰਿਟ ਨਾਲ ਕੋਈ ਜਾ ਕੇ ਜੁੜ ਸਕੂਗਾ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਸੇ ਪ੍ਰਸੰਗ ਵਿੱਚ ਗੁਰੂ ਮਾਨਿਓ ਗ੍ਰੰਥ ਵਾਲੀ ਗੱਲ ਜਿਹੜੀ ਆ ਉਹਨੂੰ ਲੈਣਾ ਪੈਣਾ ਹੈ, ਕਿਉਂਕਿ ਦਸਮ ਪਾਤਸ਼ਾਹ ਹਜ਼ੂਰ ਨੇ ਜਦੋਂ ਸਭ ਸੁੱਕਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਦਾ ਆਦੇਸ਼ ਦਿੱਤਾ ਤੇ ਉਹਦੇ ਨਾਲ ਇਹ ਦਿੱਤਾ ਕਿ ਨਾਊ ਔਨਵਰਡ ਜਿਹੜੀ ਗੁਰੂ ਦੇਹ ਹੈ ਉਹਦੀ ਗੱਲ ਜਿਹੜੀ ਹੈ ਉਹ ਬੰਦ ਹੋਵੇਗੀ। ਪਰ ਅਸੀਂ ਲਗਾਤਾਰ ਢਾਡੀ ਪ੍ਰਚਾਰਕ ਵਿਦਵਾਨ ਅਸੀਂ ਇਤਿਹਾਸ ਮੁਖੀ ਹੋ ਗਏ ਹਾਂ। ਇਤਿਹਾਸ ਮੁਖੀ ਹੋਣ ਜਾਣ ਕਰਕੇ ਸਾਨੂੰ ਹੋਇਆ ਕਿ ਅਸੀਂ ਇਤਿਹਾਸਿਕ ਹਵਾਲੇ ਤੋਂ ਬਿਨਾਂ ਗੱਲ ਕਰ ਹੀ ਨਹੀਂ ਸਕਦੇ। ਜਦੋਂ ਹਾਲਾਂਕਿ ਇਹ ਸਿੱਖ ਧਰਮ ਨੇ ਇਹ ਵੀ ਸਮਝ ਲੈਂਦਾ ਸੀ ਵੀ ਇਤਿਹਾਸ ਆਪਣੇ ਆਪਣੇ ਸਮਕਾਲ ਦੇ ਹਾਲ ਦਾ ਸਿੱਖ ਨੇ ਸਿਰਜਣਾ ਹੈ। ਮੈਂ ਇਹਨਾਂ ਦਿਨਾਂ 'ਚ 2-3 ਕਿਤਾਬਾਂ ਲਿਖੀਆਂ, ਮਤਲਬ ਇੱਕੋ ਹੀ ਬੰਦੇ ਨੇ, ਸਾਡਾ ਇੱਥੇ ਯੰਗ ਮੈਨ ਹੈ ਮਤਲਬ ਪ੍ਰਭਲੀਨ ਸਿੰਘ ਯੂਨੀਵਰਸਿਟੀ ਵਿੱਚ, ਉਹਨੇ 3 ਕਿਤਾਬਾਂ ਲਿਖੀ। ਤੀਜੀ ਕਿਤਾਬ ਜਿਹੜੀ ਮੇਰੇ ਕੋਲ ਆਈ ਉਹ ਕਹਿਣ ਲੱਗਾ ਜੀ ਇਹਦੇ ਬਾਰੇ ਰਿਵਿਊ ਕਰ ਦੇ, ਮੈਂ ਕਰ ਦੇਣਾ। ਉਹਨੇ ਪਹਿਲਾਂ ਲਿਖੀ 6 prominent Sikhs of मतलब USA, फिर लिखी prominent Sikhs of India, हुन लिखी prominent shining youth of India। हुन ਉਹਦੇ ਵਿੱਚ ਸਿੱਖ ਦੇ ਤੌਰ ਤੇ ਕਿਸੇ ਨੇ ਕੀ ਪ੍ਰਚਾਰ ਕੀਤੀ ਹੈ, ਇਹ ਕਿਸੇ ਨੂੰ ਅਹਿਸਾਸ ਹੋ ਸਕਦਾ ਹੈ ਵੀ ਜਿਹੜਾ ਮਤਲਬ ਕੇਸਾਧਾਰੀ ਨਹੀਂ ਹੈ ਉਹਨੂੰ ਕਿਉਂ ਨਹੀਂ ਵਿੱਚ ਲਿਆ। ਹਾਲਾਂਕਿ ਉਹ ਜਿਹੇ ਐਕਸਲੈਂਸ ਵਾਲੇ ਬੰਦੇ ਹੈਗੇ ਨੇ, ਉਹ ਅਲੱਗ ਮਾਮਲਾ ਹੈ। ਪਰ ਮੈਨੂੰ ਇਹ ਚੰਗਾ ਲੱਗਿਆ ਕਿ ਕੋਈ ਬੰਦਾ ਆਇਡੈਂਟੀਫਾਈ ਕਰ ਰਿਹਾ ਹੈ ਕਿ ਸਿੱਖੀ ਜਿਹੜੀ ਹੈ ਇਸ ਵੇਲੇ ਸਿੱਖ ਸਰੂਪ ਵਿੱਚ ਰਹਿ ਕੇ ਵੀ ਜਿਵੇਂ ਪ੍ਰਜਵਲਿਤ ਹੋ ਰਹੀ ਆ। ਮੈਨੂੰ ਇਹ ਪਤਾ ਸੀ ਜਦੋਂ ਮੈਂ ਅਮਰੀਕਾ ਪੜ੍ਹਾ ਰਿਹਾ ਸੀ ਅਮਰੀਕਨ ਸਿੱਖਾਂ ਨੂੰ, ਤੇ ਉਦੋਂ ਯੋਗੀ ਹਰਭਜਨ ਸਿੰਘ ਕਹਿੰਦਾ ਹੁੰਦਾ ਸੀ ਵੀ ਜੇ ਇਹ ਕੁੜੀਆਂ ਜਿਹੜੀਆਂ ਵੈਸਟਰਨਾਈਜ਼ਡ ਨੇ ਆਲਰੇਡੀ, ਜੇ ਇਹ ਸ਼ਰੇਆਮ ਆਪਣਾ ਮਤਲਬ ਸਿੱਖੀ ਦਾ ਪਾਲਣ ਕਰ ਸਕਦੀਆਂ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਉਹ ਮਤਲਬ ਐਗਜ਼ਾਮਪਲ ਦਾ ਚਲੋ ਐ ਨਹੀਂ ਆਓ, ਮਤਲਬ ਉਹ ਤੇ ਇੱਕ ਹੁੰਦਾ, ਕਈ ਵਾਰ ਕਹਿਣ ਦੀ ਗੱਲ ਹੁੰਦੀ ਹੈ। ਹੁਣ ਮੈਂ ਇਹ ਕਹਿਣਾ ਚਾਹੁੰਦਾ ਇਹ ਕਿ ਇਹ ਜਿਹੜੀ ਮੈਂ ਗੱਲ ਕਹੀ ਆ ਗੁਰੂ ਅੰਗ ਸੰਗ ਦੀ ਤੇ ਗੁਰੂ ਮਾਨਿਓ ਗ੍ਰੰਥ ਦੀ ਤੇ ਬਾਣੀ ਦੀ, ਇਹ ਬਾਣੀ ਇਹ ਜਿਹੜੀ ਹੈ ਸਾਡੀ ਕੇਵਲ ਆਸਥਾ ਨਹੀਂ ਹੈ, ਕਿਉਂਕਿ ਕੇਵਲ ਆਸਥਾ ਜਿਹੜੀ ਹੈ ਨਾ ਉਹ ਤੇ ਮੁੱਕ ਜਾਂਦੀ ਹੈ ਉਦੋਂ ਅਸੀਂ ਜਾ ਕੇ ਗੁਰਦੁਆਰੇ ਗਏ, ਮੱਥਾ ਟੇਕਿਆ ਤੇ ਮੱਥਾ ਟੇਕ ਕੇ ਵਾਪਸ ਆ ਗਏ। ਸਾਡੇ ਕੋਲ ਰੋਜ਼ ਵਾਪਰ ਰਹੀ ਹੈ, ਬੱਚੇ ਜਿਹੜੇ ਨੇ ਇਮਤਿਹਾਨ ਵਾਲੇ ਦਿਨ ਮਤਲਬ ਜਾਂਦੇ ਨੇ ਉਧਰ ਮੱਥਾ ਟੇਕ ਆਉਂਦੇ ਨੇ, ਕਿਉਂਕਿ ਪੇਪਰ ਜਿਹੜਾ ਹੈ ਉਹਦੀ ਜ਼ਿੰਮੇਵਾਰੀ ਗੁਰੂ ਸਾਹਿਬ ਨੂੰ ਸੌਂਪਣੀ ਹੈ। ਇਹ ਨਹੀਂ ਹੋਣਾ, ਇਹ ਸਾਡੇ ਕੋਲੋਂ ਅਸੀਂ ਕਰ ਲੈਂਦੇ ਹਾਂ, ਹੋਣਾ ਨਹੀਂ। ਇਹ ਆਸਥਾ ਵੀ ਹੈ ਅਤੇ ਸਿੱਖ ਵਿਵੇਕ ਵੀ ਹੈ। ਦੇਖੋ ਜਿਹੜੀ ਆਸਥਾ ਵਿਵੇਕ ਤੇ ਪੂਰੀ ਨਹੀਂ ਉਤਰਦੀ, ਰੀਜ਼ਨ ਐਂਡ ਲੌਜਿਕ ਤੇ ਪੂਰੀ ਨਹੀਂ ਉਤਰਦੀ, ਉਸ ਆਸਥਾ ਨੇ ਮਤਲਬ ਅੰਧ ਵਿਸ਼ਵਾਸ ਬਣਨਾ ਹੀ ਬਣਨਾ ਹੈ। ਅਸੀਂ ਇਹ ਧਿਆਨ ਰੱਖੀਏ ਕਿ ਬੱਚਿਆਂ ਦੇ ਰਾਹੀਂ ਅਸੀਂ ਇਹ ਜਾਣੀਏ ਕਿ ਕਿਤੇ ਸਾਡੀ ਆਸਥਾ ਅੰਧ ਵਿਸ਼ਵਾਸ ਵੱਲ ਨੂੰ ਟਿਲਟ ਤਾਂ ਨਹੀਂ ਹੋ ਰਹੀ। ਜੇ ਉਹ ਆਸਥਾ ਅੰਧ ਵਿਸ਼ਵਾਸ ਵੱਲ ਨੂੰ ਟਿਲਟ ਹੋਏ, ਦੇਖੋ ਕਿਸੇ ਦੇ ਰੰਗ ਵਿੱਚ ਰੰਗੇ ਜਾਣਾ, ਉਹਦੇ ਵਿੱਚ ਭਿੱਜਣਾ ਹੋਰ ਗੱਲ ਹੈ, ਪਰ ਉਹਦੇ ਵਾਸਤੇ ਜਿਹੜੀ ਹੈਗਾ ਜੇ ਉਹਦੇ ਵਾਸਤੇ ਅਸੀਂ ਮਤਲਬ ਕਰਾਂਗੇ ਕਿ ਕੱਟੜ ਹੋ ਜਾਾਂਗੇ ਉਹਦੇ ਕਰ, ਉਂਝ ਵੀ ਵੈਸੇ ਮਤਲਬ ਇੱਕ ਜਿਹੜੀ ਹੈ ਨਾ ਇਕੁਏਸ਼ਨ ਮੈਂ ਆਮ ਤੌਰ ਤੇ ਦੇਣਾ, ਅੱਜ ਮੈਂ ਤੁਹਾਡੇ ਨਾਲ ਸਾਂਝਾ ਗੱਲ ਕਰਕੇ ਮੋਤਾ ਸਿੰਘ ਨੂੰ ਸੁਣਾਉਣੀ ਪੈਣੀ ਹੈ ਗੱਲ ਮੈਨੂੰ ਇਹ ਕਿ ਸਿੱਖੀ ਵਿੱਚ ਕੀ ਹੈ, 3 ਹੀ ਗੱਲਾਂ ਨੇ ਨਾ, ਸਿੱਖ ਸੱਭਿਆਚਾਰ, ਸਿੱਖ ਧਰਮ ਤੇ ਸਿੱਖ ਅਧਿਆਤਮ। ਇਹ ਤਾਂ ਲਫ਼ਜ਼ ਅਸੀਂ ਯਾਦ ਰੱਖ ਸਕਦੇ ਹਾਂ। ਇਹਨੂੰ ਸਮਝੋ ਇਸ ਤਰ੍ਹਾਂ ਵੀ ਸਿੱਖ ਸੱਭਿਆਚਾਰ ਵਿੱਚ ਅਸੀਂ ਜੰਮਦੇ ਹਾਂ ਤੇ ਸਿੱਖ ਅਧਿਆਤਮ ਵਿੱਚ ਸਾਨੂੰ ਪਹੁੰਚਣ ਦੀ ਹੈਗੀ ਆ, ਤੇ ਉਹਦਾ ਜਿਹੜਾ ਹੈਗਾ ਮੀਡੀਅਮ ਹੈ, ਉਹਦਾ ਜਿਹੜਾ ਰਸਤਾ ਹੈ ਉਹ ਸਿੱਖ ਧਰਮ ਹੈ ਅਖਵਾਉਂਦਾ। ਹੁਣ ਇਉਂ ਕਿਹਾ ਜਾ ਸਕਦਾ ਹੈ ਕਿ ਸਿੱਖ ਕਲਚਰ ਵਿੱਚੋਂ ਸਿੱਖ ਧਰਮ ਦੇ ਦੀ ਭੂਮਿਕਾ ਜਿਹੜੀ ਪੁਲ ਵਰਗੀ ਹੈ, ਉਹਦੇ ਤੋਂ ਲੰਘ ਕੇ ਹੀ ਸਿੱਖ ਸਪਿਰਿਚੁਅਲ 'ਚ ਜਾਣਾ ਹੈ। ਜਿਹੜਾ ਸਿੱਖ ਸੱਭਿਆਚਾਰ ਵਿੱਚ ਖੜਾ ਰਹਿੰਦਾ ਹੈ ਤੇ ਉਧਰੋਂ ਤੁਰਦਾ ਹੀ ਨਹੀਂ ਸਿੱਖ ਧਰਮ ਵੱਲ ਨੂੰ,
वो कच्चा सिख है क्योंकि मतलब गुरु नानक साहब ने दसता कि सिख होए बिना भी सिख किवें होया जा सकता है। ये बड़ी वड्डी गल है कि उन्होंने ये गल जी मरदाने तो शुरू कर ली। मरदाने तो कदे सिख होने की लोड़ नहीं पई, पर वो गुरु का सिख रहा। एक जेड़ा गुरु का सिख जो अपने सिख बनता है, उन्हें समझना चाहिए कि वो अपने सभ्याचार तक सीमित रहेगा तो कच्चा सिख रहेगा। जे वो आन के पुल ते खलो जाएगा तो उत्थे ही खलोता रहेगा तो कट्टर सिख हो जाएगा। तो जे वो उतों अगे सिख स्पिरिचुअल में उतरेगा, सिख अध्यात्म में जाएगा तो वो मतलब पक्का सिख हो जाएगा। हुण कच्चा सिख, पक्का सिख ते कट्टर सिख, ये तीन कैटेगरी तो साडे सामने ने। असीं इन्हां तीन कैटेगरी नाल मतलब वरतदे तुरे आ रहे हैं। उन्हां तीनां कैटेगरी नूं असीं जे जोत नाल, गुरु जोत नाल जुड़े और बाणी नाल जिहड़े जुड़े हुए ने, उन्हां नाल डायलॉग जिहड़ी है साडी बंद नहीं हो सकती। पर जिहड़े इतिहास मुखी हो जांदे ने वो हौली हौली जिहड़ी है सियासत वालों तुर जांदी है। लंबी गल है, इधर नहीं आपां ने जाना। हुण ये आस्था जिहड़ी है, हुण सिख सभ्याचार जिहड़ा है इहदे वरतारियां विच पैदा हो रही है नवीं पीढ़ी। सिख सभ्याचार पैदा हो रही है। याद रखो ये सिख धर्म विच पैदा नहीं हो रही, ये सिख सभ्याचार विच पैदा हो रही है क्योंकि उन्हां दे लहू विच ते है, उन्हां दे दिमाग विच है नहीं अजे, वो दिमाग विच लैके जानी पऊगी। ये जिहड़ी नवीं पीढ़ी है, इहदी संभावित प्रश्नां दा हल लभे बिना, जिहड़े उन्हां अंदर प्रश्न पैदा हुंदे ने, उन्हां दे हल लभे बिना असीं मतलब गुरु नूं अंग संग नहीं रख सकते। क्योंकि कंट्रास्ट आ जाएगी उन्हां दे। पहली गल तो यह है कि असीं बुक कल्चर के बंदे ना होने करके कदे आइडेंटिफाई नहीं किया कि नवीं पीढ़ी के सवाल की हो सकते हैं। वो ये थोड़ा सवाल करते हैं कि मार्क्स वड्डा है कि गुरु नानक वड्डा है, ये तो कदे सवाल करते ही नहीं हो। उससे वध तो वध इन्नी गल पूछणगे ना भी गुरुद्वारे जो जाना तो क्यों जाना है। जे हुण सानू आप ही नहीं दसना आउंदा भी गुरुद्वारे क्यों जाना है, जां मतलब जो जे उन्होंने इन्ना गल दसांगे फिर कल मतलब तू जिवें अपनी मां के पैरीं हत्थ ला के स्कूल जाना है, इवें गुरुद्वारे जाना होंदा। कोई बड़ी गल नहीं है, एक रिश्ता है ना, वो रिश्ता निभाउण दा इक सलीका है, उस सलीका उन्हें सिखाया जा सकता है। हुण ये है भी इहदे विच असीं कहने आ भी जदों ओहदे बच्चों के नाल वो पीढ़ी जिहड़ी आ रही है, ओहदे सवालों के जो जवाब लभण लगेंगे तो सिख फलसफे की शुरुआत हो जाएगी। याद रहना चाहिए कि सिख धर्म फलसफी रिलीजन नहीं है, पर सिख धर्म नूं फलसफे विच इंटरप्रेट करे बिना, व्याख्या करे बिना, लियांदे बिना असीं सर्वाइव भी नहीं कर सकते। ये मेरा काम है। जे सिख फलसफे की गल नहीं चल सकी तो वो एकेडमिशियन की फेलवर है, वो मेरी फेलवर है। उस फेलवर का सानूं ध्यान देना चाहिए, उधर सानूं मुड़ना चाहिए। तो उहदे वास्ते सानूं जिहड़ा गुरु हुक्म है वो है कि रोस ना कीजिए उत्तर दीजिए। सानूं ते मतलब जिहड़ा विरोधी है उहदे नाल भी नहीं करन दी लोड़, असीं अपने नाल ही लड़ी जाने। जिहड़ा मतलब पक्का हो जाता है सिख, वो कच्चे नाल बोलण नूं तैयार नहीं, जिहड़ा कट्टड़ हो जाता दोनों नाल ही बोलण नूं तैयार नहीं, ना कच्चे नाल ना पक्के नाल। किधर तुरे जाने असीं। जिहड़े मतलब जे तो मतलब कोई सवाल नहीं करता तो मतलब सवाल है नहीं, सवाल है वो करता नहीं। जे करता नहीं तो सवाल नूं समझ के उन्हां विचरो। जे तुसीं मतलब बस करो मैं अमृतधारी सिंह हाँ ते मोता सिंह होनी नहीं हैं, तो मैनूं मोता सिंह नाल हमदर्दी होनी चाहिए है कि लड़ाई होनी चाहिए है। मतलब मैनूं तो पता नहीं, सिख नूं तो यही आ गया सी भी मतलब तुसीं मतलब जे मोता सिंह बलकार सिंह वालों वेख के ही पासे भजिया है तो वखरी गल है, वह भी इलाज लभो। इहो ਜਿਹੇ भी बथेरे मिल जाएंगे केस सानूं। हुण ये जिहड़े मूवमेंट ने जदों असीं गुरपुरब मनाने 400 साल मना रहे हैं, गुरु तेग बहादुर साहब के हवाले नाल चल रहे हैं, तो असीं उदों इहो जिहियां गल्लां करदियां होंदियां ने ताकि असीं एक दूजे नूं दस सकीए भी असीं कर की रहे हैं तो साडे कोल रह की रहा है, साडे कोल चल की रहा है। ਉਹਦੇ ਬਾਰੇ ਉਹਦੇ रूबरू तो होई है ना। ਅਸੀਂ रूबरू नहीं होवांगे ਤੇ ਉਹਦੇ ਨਾਲ ਸਾਡੇ ਕੋਲ मतलब ਜਿਹੜੇ ਨੇ ਉਹ ਕਰ ਰਹੇ। ਹੁਣ ਇਹ ਜਿਹੜਾ ਹੈਗਾ ਰੋਸ ਨਾ ਕੀਜੇ ਉੱਤਰ ਦੀਜੇ ਕਿਉਂ ਪਾਈਏ ਗੁਰਦੁਆਰੋ। ਹੁਣ ਮੈਨੂੰ ਇੱਕ ਨਹੀਂ मतलब ਅੱਜ ਹੀ ਮੈਂ ਕਿਹੜੇ ਹੋਰ ਥਾਂ ਤੇ ਗੱਲ ਕਰ ਰਿਹਾ ਸੀ ਤੇ ਉਹ ਮੈਨੂੰ ਕਹਿ ਰਹੇ ਸੀ ਵੀ ਇਹ ਬੇਅਦਬੀਆਂ ਕਿਉਂ ਹੋ ਰਹੀਆਂ ਨੇ। ਮੈਂ ਕਿਹਾ ਮੈਨੂੰ ਉਹ ਗੱਲ ਬਾਅਦ ਚ ਕਰੀ। ਪਹਿਲੋਂ ਤੇ ਇਹ ਹੈ कि गुरुद्वारे नूं राह जिहड़ा घर तो जाता है ते घर नूं राह जिहड़ा सिख संस्था तो जाता है। सिख संस्था घर नहीं पहुंच रही ते घर गुरुद्वारे नहीं पहुंच रहा। जो सारे पासों पिछड़े बैठे गुरुद्वारा बैठा नहीं की जाता।
ਇੱਥੇ ਉਹਨਾਂ ਗੱਲ ਇਸ ਕਰਕੇ ਇਹ ਗੱਲ ਜਿਹੜੀ ਹੈ, ਅਤੇ ਰੋਸ ਨਾ ਕੀਜੇ ਅੰਮ੍ਰਿਤ ਪੀਜੇ ਰਹਿਣ ਨਹੀਂ ਸੰਸਾਰੋ। ਹੁਣ ਇਹ 27 ਜਿਹੜੀ ਹੈ ਇਹਦੇ ਨਾਲ ਜੋੜਿਆ ਉਹਨਾਂ ਨੇ, ਇਹ ਕਹਿ ਕੇ ਵੀ ਜਵਾਬ ਦਿਓ, ਕਿਉਂਕਿ ਜਦੋਂ ਸਾਰਿਆਂ ਨੇ ਭੱਜ ਹੀ ਜਾਣਾ ਹੈ ਤਾਂ ਚਲੇ ਹੀ ਜਾਣਾ ਹੈ, ਤੇ ਫਿਰ ਤੁਸੀਂ ਉਹ ਕੰਮ ਕਰੋ ਜਿਹੜੀ ਤੁਹਾਡੀ ਇੱਥੇ ਰਹਿਣ ਦੀ ਗੱਲ ਨੂੰ ਸਫਲਤਾ ਬਖਸ਼ ਸਕਦੀ ਹੈ। ਤੇ ਮੈਂ ਇਸ ਕਰਕੇ ਮਤਲਬ ਗੁਰੂ ਗੋਬਿੰਦ ਸਿੰਘ ਕਾਲਜ ਦੇ ਜਿਹੜੇ ਹੈਗੇ ਨੇ ਪ੍ਰਬੰਧਕ, ਉਹਨਾਂ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਇਹ ਗੱਲ ਜਿਹੜੀ ਹੈ ਇਸ ਤਰ੍ਹਾਂ ਸ਼ੁਰੂ ਕੀਤੀ। ਹੁਣ ਸਵਾਲ ਇਹ ਹੈ ਕਿ ਅਗਲਾ ਨੁਕਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਇਹ ਹੈ ਕਿ ਸਵਾਲਾਂ ਦੇ ਜਵਾਬ ਜੇ ਹੈਰਾਨਕੁਨ ਵਿਸਮਾਦੀ ਹੋਣ ਤਾਂ ਫਲਸਫੀ ਅਧਿਆਤਮਕਤਾ ਦੀ ਨੀਂਹ ਟਿਕ ਜਾਂਦੀ ਹੈ। ਸਵਾਲਾਂ ਦੇ ਜਵਾਬ ਜੇ ਤੇ ਮਤਲਬ ਇਹ ਹੋਇਆ ਚੁੱਪ ਹੀ ਕਰਾਉਣਾ ਹੈ, ਜਿਵੇਂ ਕਿ ਪ੍ਰਚਾਰਕ ਆਮ ਤੌਰ ਤੇ ਕਰਾਈ ਜਾਂਦੇ ਨੇ, ਜਿਹੜਾ ਮਤਲਬ ਉਹ ਨਾ ਉਹਨਾਂ ਨੇ ਨਾਂ ਨਹੀਂ ਲੈਣਾ, ਛੱਡੋ ਬਲਾ ਨੂੰ। ਪਰ ਸਵਾਲ ਹੈ ਕਿ ਇਹ ਜਿਹੜੇ ਸਵਾਲਾਂ ਦੇ ਜਵਾਬ ਨੇ ਨਾ, ਉਹਨਾਂ ਵਿੱਚ ਇੱਕ ਹੈਰਾਨੀਜਨਕ ਵਿਸਮਾਦੀਅਤ ਹੈ, ਹੋਣੀ ਚਾਹੀਦੀ ਹੈ। ਉਹ ਤਾਂ ਆਏਗੀ ਨਾ ਜੇ ਤੁਹਾਡੇ 'ਚ ਹੈ, ਉਹ ਤਾਂ ਆਏਗੀ ਨਾ ਜੇ ਉਹ ਬਾਣੀ ਦੇ ਹਵਾਲੇ ਨਾਲ ਗੱਲ ਕੀਤੀ ਜਾ ਰਹੀ ਹੈ। ਉਹ ਜੇ ਨਹੀਂ ਆਉਂਦੀ ਤੇ ਫਿਰ ਮਤਲਬ ਜਿਹੜੇ ਫਲਸਫੇ ਦੀ ਆਪਾਂ ਗੱਲ ਕਰ ਰਹੇ ਸੀ ਕਿ ਫਲਸਫੇ ਬਿਨਾਂ ਸਾਡੇ ਕੋਲ ਦੁਨੀਆ ਨਾਲ ਪਹਿਲਾ ਮੈਚ ਕੇ ਤੁਰੇ, ਸਾਡੇ ਦੇ ਬੜੇ ਐਲੀਗੇਸ਼ਨ ਨੇ, ਔਰ ਲੱਗ ਵੀ ਜਿਹੜੇ ਗੈਰ ਸਿੱਖਾਂ ਵੱਲੋਂ ਲਾਏ ਜਾ ਰਹੇ ਨੇ। ਮਤਲਬ ਹਾਲਾਂਕਿ ਉਹ ਜਿਹੜੇ ਹਮਦਰਦ ਨੇ, ਜਿਹੜਾ ਬਾਣੀ ਨੂੰ ਪੜ੍ਹ ਲੈਂਦਾ ਹੈ, ਭਾਵੇਂ ਉਹ ਟੈਗੋਰ ਪੜ੍ਹੇ, ਭਾਵੇਂ ਕੋਈ ਹੋਰ ਵਿਦਵਾਨ ਪੜ੍ਹੇ, ਤੇ ਔਰ ਤੋਂ ਮੁਤਾਸਰ ਹੋਏ ਬਿਨਾਂ ਨਹੀਂ ਰਹਿੰਦਾ। ਜਿਹੜਾ ਮੁਤਾਸਰ ਹੁੰਦਾ ਹੈ ਤੇ ਉਹਨੂੰ ਐਂ ਲੱਗਦਾ ਵੀ ਕੀ ਕਰੀ ਜਾਂਦੇ ਹੋ ਤੁਸੀਂ, ਤੁਹਾਡੇ ਕੋਲ ਇਹੋ ਜਿਹਾ ਖਜ਼ਾਨਾ ਤੇ ਤੁਸੀਂ ਲੈ ਕੇ ਬੈਠੇ ਹੋ, ਤੇ ਮਤਲਬ ਕੁੰਡਲੀ ਮਾਰੀ ਬੈਠੇ ਹੋ, ਇਹਨੂੰ ਖਿਲਾਰੋ, ਇਹਨੂੰ ਵੰਡੋ, ਇਹਨੂੰ ਲੋਕਾਂ ਤੱਕ ਲੈ ਕੇ ਜਾਓ। ਹੁਣ ਅਸੀਂ ਇਹ ਹੋਇਆ ਹੈ ਕਿ ਅਸੀਂ ਗੁਰਦੁਆਰਾ ਤੇ ਗੁਰੂ ਗ੍ਰੰਥ ਸਾਹਿਬ ਲੈ ਕੇ ਸਾਰੀ ਦੁਨੀਆ 'ਚ ਪਹੁੰਚ ਗਿਆ, ਮਲਟੀਕਲਚਰਲ ਐਂਟਰੀ ਹੋ ਗਈ ਸਾਡੀ। ਹੁਣ ਉੱਥੇ ਸਾਡੇ ਗੁਰਦੁਆਰੇ ਜੇ ਲਾਇਬ੍ਰੇਰੀ ਨਹੀਂ ਰੱਖਣਗੇ, ਜੇ ਸਿੱਖ ਲਿਟਰੇਚਰ ਨੂੰ ਨਾਲ ਲੈ ਕੇ ਨਹੀਂ ਤੁਰਨਗੇ, ਤੇ ਉਹ ਅਗਲੀ ਪੀੜ੍ਹੀ ਨੂੰ ਨਾਲ ਨਹੀਂ ਜੋੜ ਸਕਣਗੇ। ਹੁਣ ਮਤਲਬ ਇਹ ਗੱਲ ਜਿਹੜੀ ਹੈ, ਇਹ ਹੁਣ ਉਹਨਾਂ ਨੂੰ ਕੌਣ ਸਮਝਾਏਗਾ? ਹੁਣ ਇਹਦੇ ਵਿੱਚ ਮਤਲਬ ਹੋਰ ਵੀ ਗੱਲਾਂ ਕਈ ਹੁੰਦੀਆਂ ਰਹਿੰਦੀਆਂ ਨੇ। ਹੁਣ ਇਹਦਾ ਮਤਲਬ ਇਹ ਹੋਇਆ ਕਿ ਬਾਬਾ ਨਾਨਕ ਨਾਲ ਇਸੇ ਦੀ ਪਹਿਲ ਸਥਾਪਤੀ ਹੋ ਗਈ ਸੀ, ਤੇ ਹੁਣ ਸਾਨੂੰ ਜਿਹੜੀ ਬਾਬਾ ਨਾਨਕ ਨੇ ਪਹਿਲ ਸਥਾਪਤੀ ਕੀਤੀ ਸੀ, ਸਭ ਤੋਂ ਪਹਿਲਾਂ ਗੱਲ ਕੀਤੀ ਸੀ, ਉਹਦੀ ਅਸੀਂ ਪੁਨਰ ਸਥਾਪਤੀ ਕਰਨੀ ਹੈ, ਕੋਈ ਨਵੀਂ ਗੱਲ ਨਹੀਂ ਕਰ ਰਹੇ। ਸਾਨੂੰ ਬਾਬਾ ਨਾਨਕ ਦੀ ਤੇ ਨਹੀਂ ਬਣਨ ਦੀ ਲੋੜ, ਸਾਨੂੰ ਤੇ ਉਹਦੀ ਜਿਹੜੀ ਖੁੱਲ ਹੈ, ਜਦੋਂ ਉਹਨੇ ਜਿਹੜੇ ਮੈंने ਮਤਲਬ ਗੁਰਦੁਆਰੇ ਦੇ ਦਰਵਾਜ਼ੇ ਖੋਲੇ ਸੀ, ਆਪਣੇ ਮਨਾਂ ਦੇ ਦਰਵਾਜ਼ੇ ਤੇ ਖੋਲੀਏ ਨਾ। ਆਪਣੇ ਮਨਾਂ ਦੇ ਦਰਵਾਜ਼ੇ ਖੋਲ ਕੇ ਤੁਰਾਂਗੇ ਤੇ ਸਾਨੂੰ ਪਤਾ ਲੱਗੇਗਾ ਕਿ ਪੁਨਰ ਸਥਾਪਨਾ ਤਾਂ ਸ਼ਹਾਦਤ ਦੇ ਫਲਸਫੇ ਦੀ ਵੀ ਹੋਈ ਹੈ। ਹੁਣ ਦੇਖੋ ਨਾ, ਪੁਨਰ ਸਥਾਪਨਾ ਸ਼ਹਾਦਤਾਂ ਥੋੜ੍ਹੀਆਂ ਹੋਈਆਂ, ਹੁਣ ਤੇ ਹਰ ਇੱਕ ਥਾਂ ਤੇ ਸ਼ਹਾਦਤਾਂ ਹੋ ਰਹੀਆਂ ਨੇ, ਗੁਰਦੁਆਰੇ 'ਚ ਲੰਮੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਪਰ ਉਹਦੇ ਨਾਲ ਜੋ ਕੱਲੀ ਸ਼ਹਾਦਤ ਕਰ ਰਹੀ ਸੀ, ਉਹ ਹੁਣ ਮਤਲਬ ਇੰਨੀਆਂ ਸ਼ਹਾਦਤਾਂ ਕਿਉਂ ਨਹੀਂ ਕਰ ਰਹੀਆਂ? ਇਹ ਸਵਾਲ ਇਹਦਾ ਜਵਾਬ ਲੱਭਣਾ ਚਾਹੀਦਾ। ਇਹ ਵਰਤਾਰਾ ਜਿਹੜਾ ਹੈ ਨਾ, ਸ਼ਹਾਦਤ ਦਾ ਵਰਤਾਰਾ ਪ੍ਰਾਇਤਿਹਾਸਿਕ ਹੁੰਦਾ ਹੈ, ਇਹ ਇਤਿਹਾਸ ਦੀ ਸੀਮਾ ਵਿੱਚ ਨਹੀਂ ਹੁੰਦਾ। ਇਹ ਜਦੋਂ ਵਾਪਰਦਾ ਹੈ, ਇਹਦੇ ਪ੍ਰਾਇਤਿਹਾਸਿਕ ਕਿਉਂ ਕਹਿੰਦੇ ਹਾਂ ਅਸੀਂ? ਕਿਉਂਕਿ ਭਾਈ ਵੀਰ ਸਿੰਘ ਦੇ ਵਾਸਤੇ ਸ਼ਬਦ ਵਰਤੇ ਹੋਏ ਨੇ, ਉਹਦੇ ਜਿਹੜੀ ਮਤਲਬ ਹੈਗਾ ਨਾ ਉਹਨਾਂ ਦਾ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼, ਉਹ ਲੈਂਗੁਏਜ ਡਿਪਾਰਟਮੈਂਟ ਨੇ ਛਾਪਿਆ, ਉਹਦੀ ਇੱਕ ਪਹਿਲੀ ਪੋਥੀ ਉਹਦੀ ਭੂਮਿਕਾ ਹੈ। ਉਹ ਭੂਮਿਕਾ ਮੋਤਾ ਸਿੰਘ ਜੀ ਪੜ੍ਹਨ ਵਾਲੀ ਹੈ, ਤੇ ਉਹਦੇ ਵਿੱਚ ਉਹ ਲਿਖਦੇ ਨੇ ਕਿ ਜਿਹੜਾ ਹੈਗਾ, ਉਹ ਲੈਂਗੁਏਜ ਉਹਨਾਂ ਦੀ ਰਿਪੀਟ ਕਰ ਦੇਣਾ ਕਿ ਰੂਹਾਨੀਅਤ ਦੀ ਔਜ ਵਾਲਿਆਂ ਕਲਾਕਾਰੀਆਂ ਦਾ ਇਤਿਹਾਸ ਹੂ-ਬਹੂ ਰਾਜਿਆਂ ਤੇ ਰਾਜਸੀ ਲੋਕਾਂ ਵਰਗਾ ਨਹੀਂ ਹੁੰਦਾ। ਹੁਣ ਇਸ ਵੇਲੇ ਜੇ ਇਹ ਗੱਲ ਨਹੀਂ ਸਮਝਾਂਗੇ ਤੇ ਅਸੀਂ ਤੇ ਗੁਰੂ ਸਾਹਿਬਾਨ ਨੂੰ ਉਵੇਂ ਐਕਸਪਲੇਨ ਕਰੀ ਜਾਂਦੇ ਹਾਂ ਕਿ ਮਾਰ ਲਿਆ, ਢਾ ਲਿਆ। ਉਹ ਭਾਈ ਜਿਹੜੀ ਅੱਗ ਬਾਲੀ ਗਈ ਅੰਦਰਾਂ 'ਚ, ਜਿਹੜੀ ਮਤਲਬ ਸੋਚ ਵਿੱਚ ਤਬਦੀਲੀ ਲਿਆਂਦੀ ਗਈ, ਉਹ ਕੀ ਲਿਆਂਦੀ ਗਈ? ਉਹਦੇ ਵੱਲ ਦੇਖੀਏ ਨਾ। ਉਹਦੇ ਅੱਛਾ, ਉਹਨੂੰ ਨਾ ਮਤਲਬ ਮੋਤਾ ਸਿੰਘ ਜੀ ਇੱਕ ਹੋਰ ਬੜਾ ਮੈਨੂੰ ਚੰਗਾ ਲੱਗਿਆ ਕਿ ਪੂਰਨ ਸਿੰਘ ਜਿਹੜਾ ਉਹਦੇ ਵਾਸਤੇ ਵਰਤਦਾ ਨਾ ਸ਼ਬਦ, ਉਹ ਸ਼ਬਦ ਜਿਹੜੇ ਨੇ ਮਤਲਬ ਦੇਖੋ, ਸ਼ਬਦਾਂ ਦੀ ਤੇ ਸ਼ਬਦ ਹੀ ਹੁੰਦੇ ਨੇ ਨਾ। ਜਦੋਂ ਬੱਚਾ ਕੀਰਤਨ ਕਰ ਰਿਹਾ ਸੀ ਤੇ ਸੀਸ ਸਿਰਲ ਨਾ ਦਿਆ, ਸੀਸ ਦਿਆ ਪਰ ਸਿਰਲ ਨਾ ਦਿਆ, ਤੇ ਉਹ ਇਤਿਹਾਸ ਨੂੰ ਸਿਧਾਂਤਮਕ ਫੜਨ ਦੀ ਵਿਧਾ ਦੀ ਗੱਲ ਕਰ ਰਿਹਾ ਸੀ। ਹੁਣ ਵਿਧਾ ਨਹੀਂ ਲਈ, ਅਸੀਂ ਵਿਧਾ ਆਇਡੈਂਟੀਫਾਈ ਨਹੀਂ ਕਰ ਪਾ ਰਹੇ। ਵਿਧਾ ਦੇਖੋ, ਮੈਥਡੋਲੋਜੀ ਨਹੀਂ ਹੋਏਗੀ
ਤੇ ਕੋਈ ਗੱਲ ਨਹੀਂ ਚੱਲੇਗਾ। ਤੁਸੀਂ ਮਤਲਬ ਮੈਥੋਡੋਲੋਜੀ ਨਾਲ ਹੀ ਸਾਰੀ ਟੈਕਨੋਲੋਜੀ ਨਾਲ ਹੀ ਸਾਰੀਆਂ ਗੱਲਾਂ ਚੱਲਦੀਆਂ ਨੇ ਨਾ। ਤੇ ਇਹ ਗੱਲ ਪੂਰਨ ਸਿੰਘ ਦਾ ਜਿਹੜਾ ਇਸੇ ਵਾਸਤੇ ਜਿਹੜੀ ਮਤਲਬ ਅਧਿਆਤਮਕ ਉਹਦੇ ਵਾਲੇ ਬੰਦਿਆਂ ਦੀ ਗੱਲ ਹੈ, ਜਿਵੇਂ ਨੌਵੇਂ ਪਾਤਸ਼ਾਹ ਹਜ਼ੂਰ ਦੀ ਗੱਲ ਹੋ ਰਹੀ ਹੈ, ਜੀਵਨ ਲਹਿਰ ਉਹ ਕਹਿੰਦੇ ਨੇ ਜੀਵਨ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਜਿਹੜੇ ਪਾਰ ਇਤਿਹਾਸਕਤਾ ਨੂੰ ਜਾ ਕੇ ਛੋਹ ਜਾਂਦੇ ਨੇ, ਉਹ ਜੀਵਨ ਲਹਿਰ ਦੇ ਰੰਗ ਰਸ ਨਾਲ ਥਰਕਦਾ, ਲਫ਼ਜ਼ ਜਿਹੜਾ ਮੋਤਾ ਸਿੰਘ ਜੀ ਨੋਟ ਕਰਿਓ, ਥਰਕਦਾ ਧੜਕਦਾ, ਝੜਕਦਾ ਨਹੀਂ ਰਾਰੇ ਨਾਲ ਹੈ, ਥਰਕਦਾ ਧੜਕਦਾ ਗੇੜ ਮਾਰਦਾ ਉਮਲਦਾ ਤੇ ਉਛਲਦਾ ਕਰਤੱਵ ਹੋ ਜਾਂਦਾ ਹੈ, ਕਰਤੱਵ ਹੋ ਜਾਂਦਾ ਹੈ, ਡਿਊਟੀ ਹੋ ਜਾਂਦੀ ਹੈ, ਤੁਹਾਡਾ ਕਾਰਜ ਹੋ ਜਾਂਦਾ ਹੈ। ਅਸੀਂ ਤੇ ਮਤਲਬ ਇਹਨੂੰ ਭਾਸ਼ਣ ਕਰ ਦਿੰਦੇ ਹਾਂ, ਕਰਤੱਵ ਰਹਿ ਨਹੀਂ ਦਿੰਦੇ। ਹੁਣ ਇੰਨੀ ਜਿਹੜੀ ਹੈ ਇਹਨੂੰ ਮਤਲਬ ਉਹ ਗੁਰਭਗਤ ਉਹਨਾਂ ਨੇ ਇੱਕ ਪੂਰੀ ਵਿਸਵਾਦੀ ਪੂੰਜੀ ਦੀ ਕਿਤਾਬ ਲਿਖ ਦਿੱਤੀ ਹੋਈ ਹੈ। ਵਿਸਵਾਦੀ ਪੂੰਜੀ ਵਜੋਂ ਫੜਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਤੇ ਉਹ ਅਜੇ ਤੱਕ ਲੋਕ ਉਹਨਾਂ ਨੂੰ ਮਤਲਬ ਬਹੁਤ ਰੈਲਿਸ਼ ਕਰ ਰਹੇ ਨੇ। ਤਾਂ ਠੀਕ ਹੈ, ਵਿਸਵਾਦੀ ਪੂੰਜੀ ਜਿਹੜੀ ਹੈ ਨਾ ਉਹਦੇ ਤੇ ਹੁਣ ਮਾਲਕ ਹੁੰਦੇ ਜਾਂਦੇ ਹਾਂ ਅਸੀਂ। ਇਹ ਜਿਹੜਾ ਹੈ ਮੈਂ ਬੱਚਿਆਂ ਨੂੰ ਕਹਿਣ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਦਾ ਪ੍ਰਿੰਸੀਪਲ ਸਾਹਿਬ ਕਿ ਅਸੀਂ ਮਾਲਕ ਹੋ ਕੇ ਜੇ ਸਿੱਖੀ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਤੇ ਗਲਤ ਹੋ ਜਾਵਾਂਗੇ, ਮਾਰੇ ਜਾਵਾਂਗੇ। ਅਸੀਂ ਵਾਰਸ ਹੋ ਕੇ ਜੇ ਉਹਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਉਹਨੂੰ ਨਾਲ ਲੈ ਕੇ ਤੁਰ ਸਕਾਂਗੇ। ਜੇ ਵਾਰਸ ਦੇ ਤਾਂ ਗੁਰੂ ਅੰਗ ਸੰਗ ਰਹਿ ਸਕਦਾ, ਮਾਲਕ ਦੇ ਗੁਰੂ ਅੰਗ ਸੰਗ ਨਹੀਂ ਰਹਿੰਦਾ। ਮਾਲਕੀ ਵਿੱਚੋਂ ਜਿਹੜੀਆਂ ਗੱਲਾਂ ਉੱਪਰਦੀਆਂ ਨੇ ਉਹ ਲਹਿਰ ਵਿੱਚ ਨਹੀਂ ਮੈਂ ਜਾਣਾ ਚਾਹੁੰਦਾ, ਉਹ ਲੰਬਾ ਚੌੜਾ ਗੱਲ ਹੈ। ਹੁਣ ਸਵਾਲ ਇਹ ਹੈ ਕਿ ਗੁਰੂ ਸਾਹਿਬ ਦੀ ਸ਼ਹੀਦੀ ਹੈ, ਸ਼ਹੀਦੀ ਦਾ ਸੰਦੇਸ਼ ਅਧਿਆਤਮ ਦਾ ਧਰਮ ਅਤੇ ਸੱਭਿਆਚਾਰ ਵਿੱਚ ਉਤਰਨਾ ਹੈ। ਅਧਿਆਤਮ ਦਾ ਧਰਮ ਅਤੇ ਸੱਭਿਆਚਾਰ ਵਿੱਚ ਉਤਰਨਾ ਹੈ। ਮੈਂ ਤੇ ਧਰਮ ਨੂੰ ਪੱਕੀ ਚੀਜ਼ ਨਹੀਂ ਮੰਨਦਾ, ਮੈਂ ਤਾਂ ਉਹਨੂੰ ਮੀਡੀਅਮ ਮੰਨਦਾ, ਕਲਚਰ ਨੂੰ ਪੱਕੀ ਚੀਜ਼ ਮੰਨਦਾ ਉਹਦੇ ਮੁਕਾਬਲੇ ਤੇ। ਹੁਣ ਜੇ ਧਰਮ ਤੇ ਸੱਭਿਆਚਾਰ ਵਿੱਚ ਅਧਿਆਤਮ ਨੂੰ ਉਤਾਰਨਾ ਹੈ ਤੇ ਇਹ ਜਿਹੜੀਆਂ ਹਵਾਲੇ ਨੇ ਸ਼ਹੀਦੀ ਦੇ ਜਾਂ ਇਤਿਹਾਸ ਦੇ, ਉਹ ਕੰਮ ਆ ਸਕਦੇ ਨੇ ਵੀ ਉਹ ਉਤਰਦਾ ਕਿਵੇਂ ਰਿਹਾ ਹੈ, ਅਸੀਂ ਉਹਨਾਂ ਨਾਲ ਉਹਨੂੰ ਕਿਵੇਂ ਵਰਤ ਸਕਦੇ ਹਾਂ। ਤੇ ਇਹਨਾਂ ਨਾਲ ਜਦੋਂ ਮੈਂ ਉਤਾਰਨਾ ਹੈ ਤੇ ਇਹਨਾਂ ਨਾਲ ਹੁੰਦਾ ਕਿ ਮੈਂ 3 ਲਫ਼ਜ਼ ਜਿਹੜੇ ਨੇ ਬੱਚਿਆਂ ਵਾਸਤੇ ਨੋਟ ਕੀਤੇ ਹੋਏ ਨੇ ਕਿਤੇ ਲੱਭੇ ਹੋਣੇ, ਬੜੇ ਯਾਦ ਚੜ ਕੇ ਹੋਣੇ ਨੇ। ਉਹ ਇੱਕ ਇਹ ਹੈ ਕਿ ਇੱਕ ਵਲੰਟੀਅਰਿੰਗ ਫਾਰ ਕਾਜ਼। ਦੇਖੋ ਸਾਨੂੰ ਕੋਈ ਨਹੀਂ ਕਹਿੰਦਾ ਵੀ ਆਓ ਭਰਤੀ ਹੋ ਜਾਓ ਫਿਰ ਆਪਾਂ ਲੜਨ ਚੱਲਾਂਗੇ। ਵਲੰਟੀਅਰਿੰਗ ਫਾਰ ਕਾਜ਼, ਸਾਰਾ ਲੰਗਰ ਦੀ ਜਿਹੜੀ ਪ੍ਰਥਾ ਚੱਲ ਰਹੀ ਹੈ ਦੁਨੀਆ ਭਰ ਵਿੱਚ ਚੱਲ ਰਹੀ ਹੈ, ਉਹ ਵਲੰਟੀਅਰਿੰਗ ਹੈ। ਅਸੀਂ ਵਲੰਟੀਅਰਿੰਗ 'ਚ ਸਾਰਾ ਕੁਝ ਕਰ ਰਹੇ ਹਾਂ। ਵਲੰਟੀਅਰਿੰਗ ਫਾਰ ਏ ਕਾਜ਼ ਇਹ ਸਿੱਖ ਧਰਮ ਦੀ ਡਿਸਟਿੰਕਸ਼ਨ ਹੈ। ਦੋ ਤਿੰਨ ਡਿਸਟਿੰਕਸ਼ਨਾਂ ਨੇ। ਰਿਲੀਜਨ ਆਫ ਦਾ ਪ੍ਰੈਜ਼ੈਂਟ, ਇਹ ਵੀ ਮਤਲਬ ਹੈਗੀ ਆ ਸਿੱਖ ਧਰਮ ਦੀ ਡਿਸੀਜਨ ਮਤਲਬ ਡਿਸਟਿੰਕਸ਼ਨ। ਮਤਲਬ ਰਿਲੀਜਨ ਆਫ ਏ ਕਾਮਨ ਮੈਨ, ਇਹ ਵੀ ਡਿਸਟਿੰਕਸ਼ਨ ਹੈ। ਤੇ ਰਿਲੀਜਨ ਜਿਹੜਾ ਹੈ ਨਾ ਮਤਲਬ ਉਹ ਹੈਗਾ ਮਤਲਬ ਆਮ ਬੰਦੇ ਦੀ ਆਮ ਵਾਸਤੇ ਜਿਹੜਾ ਆਮ ਬੰਦੇ ਦੀ ਲੈਂਗੁਏਜ ਵਿੱਚ, ਉਹ ਵੀ ਇਹ ਡਿਸਟਿੰਕਸ਼ਨ ਹੈ ਸਾਡੀ। ਹੁਣ ਇਹ ਆਮ ਬੰਦੇ ਦੀ ਲੈਂਗੁਏਜ ਤਾਂ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਜਿਹੜੇ ਪੰਜਾਬੀ ਨਹੀਂ ਜਾਣਦੇ ਉਹ ਕਹਿਣਗੇ ਵੀ ਇਹ ਸਾਡੀ ਲੈਂਗੁਏਜ ਨਹੀਂ ਹੈ। ਪਰ ਮੈਂ ਕਹਿਣਾ ਚਾਹੁੰਦਾ ਸੀ ਕਿ ਵਲੰਟੀਅਰਿੰਗ ਫਾਰ ਏ ਕਾਜ਼ ਇੱਕ ਹੈ। ਜੇ ਇਸ ਰਾਹ ਤੇ ਤੁਰਾਂਗੇ ਤੇ ਮੇਰਾ ਵਿਸ਼ਵਾਸ ਇਹ ਹੈ ਕਿ ਮੈਕਸੀਮਮ ਵਿਦ ਮਿਨੀਮਮ ਦੀ ਟੈਕਨੋਲੋਜੀ ਸਾਡੇ ਹੱਥ ਵਿੱਚ ਆ ਜਾਏਗੀ। ਮੈਕਸੀਮਮ ਵਿਦ ਮਿਨੀਮਮ ਕੀ ਕਰਨਾ ਹੈ? ਅੰਮ੍ਰਿਤ ਵੇਲੇ ਜਾਗਣਾ ਹੀ ਹੈ ਨਾ। ਕੀ ਕਰਨਾ ਹੈ? ਪਾਠ ਹੀ ਕਰਨਾ ਨਾ, ਆਪਣੀ ਕਪੈਸਿਟੀ ਮੁਤਾਬਕ ਜਿੰਨਾ ਕਰ ਸਕਦੇ ਹੋ। ਜੁੜਨਾ ਹੀ ਹੈ ਨਾ ਗੁਰੂ ਨਾਲ। ਜੇ ਜੁੜੋਗੇ ਤੇ ਵੇਖੋ ਤਾਂ ਸਹੀ ਕਿ ਤੁਹਾਡੇ ਚਾਰ ਫੇਰੇ ਖਿਲਰੀਆਂ ਬਿਮਾਰੀਆਂ ਤੁਸੀਂ ਬਚਦੇ ਕਿਵੇਂ ਹੋ। ਜਦੋਂ ਪ੍ਰਿੰਸੀਪਲ ਸਾਹਿਬ ਕਹਿੰਦੇ ਨੇ ਨਾ ਕੋਵਿਡ ਨੇ ਮੈਨੂੰ ਕਿਤਾਬਾਂ ਪੜ੍ਹਨ ਲਾਤਾ ਹੈ, ਇਹੀ ਤਾਂ ਹੈ, ਇਹ ਡਿਸਿਪਲਿਨ ਹੀ ਹੈ। ਇਹਨੂੰ ਮਤਲਬ ਹੁਣ ਇਹਦੇ ਨਾਲ ਫਿਰ ਇਹਦੇ ਨਾਲ ਪਹਿਲਾਂ ਕੀ ਹੋਏਗਾ? ਪਾਵਰ ਆਫ ਅਪੀਲ। ਗੁਰੂ ਦੀ ਸੋਚ ਜਿਹੜੀ ਹੈ ਉਹਦੀ ਸ਼ਕਤੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਏਗਾ ਤੁਹਾਨੂੰ। ਔਰ ਇਹ ਪਾਵਰ ਆਫ ਅਪੀਲ ਕਿਹਨੂੰ ਹੈ? ਇੱਕ ਪਾਵਰ ਆਫ ਅਪੀਲ ਪਬਲਿਕ ਨੂੰ ਨਹੀਂ ਹੈ। ਜਿਵੇਂ ਸਿਆਸਤਦਾਨ ਪਾਵਰ ਆਫ ਅਪੀਲ ਟੂ ਦਾ ਪਬਲਿਕ ਇਜ਼ ਪੋਲਿਟਿਕਸ, ਪਰ ਪਾਵਰ ਆਫ ਅਪੀਲ ਟੂ ਮਾਈਂਡ ਐਂਡ ਹਾਰਟ ਇਜ਼ ਸਪਿਰਿਚੁਅਲ। ਜਿਹੜਾ ਤੁਹਾਡੇ ਦਿਲ ਨੂੰ ਛੂ ਜਾਂਦਾ ਹੈ, ਤੁਹਾਡੇ ਮਨ ਨੂੰ ਛੂ ਜਾਂਦਾ ਹੈ, ਉਹ ਅਧਿਆਤਮ ਹੈ। ਜੇ ਉਹ ਛੂੰਦਾ ਹੀ ਨਹੀਂ ਹੈ, ਜੇ ਉਹ ਤੁਹਾਡੇ ਅੰਦਰ ਗੇੜਾ ਮਾਰਦਾ ਹੀ ਨਹੀਂ ਹੈ, ਜੇ ਉਹ ਉਥਲ ਪੁਥਲ ਕਰਦਾ ਹੀ ਨਹੀਂ ਹੈ, ਤੇ ਫਿਰ ਉਹਨੇ ਕੀ ਹੋਣਾ ਹੈ? ਹੁਣ ਇਹਦੇ ਵਿੱਚੋਂ ਹੀ ਜਿਹੜੀ ਉਹ ਲਿਖੀ ਸੀ ਸ਼ਹਾਦਤ ਦਾ, ਮੈਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਜੇ ਮਤਲਬ ਜਿਹੜਾ ਵੈਸਟ ਨੇ ਸਾਨੂੰ ਲਫ਼ਜ਼ ਦਿੱਤੇ ਹੋਏ ਨੇ ਅਦਰਸ ਅਦਰਨੈਸ, ਕੀ ਔਖਾ ਹੈ? ਕਿਹੜੇ ਵਿਦਿਆਰਥੀ ਨੂੰ ਯਾਦ ਰੱਖਣਾ ਔਖਾ ਹੈ?
ਪ੍ਰਿੰਸੀਪਲ ਸਾਹਿਬ ਤੁਸੀਂ ਇਹ ਉਹਨਾਂ ਦੇ ਟੰਗ ਸਕਦੇ ਹੋ ਕਲਾਸਰੂਮ 'ਚ ਕਿ ਸਿੱਖਿਜ਼ਮ ਸਟੈਂਡਸ ਫਾਰ ਅਦਰਨੈਸ। ਉਹ ਅੰਗਰੇਜ਼ੀ ਦਾ ਫਿਕਰ ਭੁੱਲਣਗੇ ਹੀ ਨਹੀਂ, ਉਹਨੂੰ ਮਤਲਬ ਯਾਦ ਕਰ ਲੈਣ। ਉਹਦੀ ਜਿਹੜੀ ਅਗਲੇ ਇੰਪਲੀਕੇਸ਼ਨ ਨੇ ਉਹ ਮਨਜੀਤ ਉਹਨਾਂ ਦਾ ਕੰਮ ਦੱਸਣਾ ਕਲਾਸਰੂਮ 'ਚ, ਉਹ ਦੱਸਦੇ ਰਹਿਣਗੇ। ਉਹਦੇ ਵਿੱਚੋਂ ਹੀ ਮਤਲਬ ਗੱਲਾਂ ਜਿਹੜੀਆਂ ਨੇ ਬਾਹਰ ਹੁਣ ਹੁੰਦਾ ਇਹ ਹੈ ਕਿ ਇਸ ਨੂੰ ਸਮਝਣਾ ਅਤੇ ਸਮਝਾ ਸਕਣਾ ਹੀ ਗੁਰੂ ਨੂੰ ਅੰਗ ਸੰਗ ਰੱਖਣਾ ਹੈ। ਜਿਹੜਾ ਮੈਂ ਕਹਿੰਦਾ ਗੁਰੂ ਦੇ ਨਾਲ ਚੱਲਣਾ ਹੈ, ਜਿੱਦ ਗੁਰੂ ਦੇ ਨਾਲ ਚੱਲਣਾ ਹੈ ਤੇ ਫਿਰ ਇਹ ਵੇਖਣਾ ਪਏਗਾ। ਇਹ ਟੈਸਟਿੰਗ ਹੈ ਸਾਡੇ ਵਾਸਤੇ, ਇਸ ਟੈਸਟ ਵਿੱਚ ਅਸੀਂ ਪੂਰੇ ਉਤਰ ਰਹੇ ਹਾਂ, ਇਹ ਵੇਖਣਾ ਪਏਗਾ ਸਾਨੂੰ। ਹੁਣ ਇਹ ਹੈ ਕਿ ਅਗਲਾ ਨੁਕਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਇੱਕ ਮੈਨੂੰ ਜੀ ਦੱਸ ਦੇ ਬੇਟਾ, ਮੈਨੂੰ ਜਦੋਂ ਟਾਈਮ ਟੂ ਹੈ ਮੈਨੂੰ ਦੱਸ ਦੇ ਜਦੋਂ ਥੋੜਾ ਜਿਹਾ, ਮੈਂ ਉਹਦੇ ਮੁਤਾਬਕ ਕਰ ਲੂੰਗਾ। ਵਰਤਮਾਨ ਦੇ ਕਲਯੁਗੀ ਵਰਤਾਰਿਆਂ ਵਿੱਚ ਦੇਖੋ, ਮੈਨੂੰ ਕਲਯੁਗੀ ਵਰਤਾਰੇ ਮਾੜੇ ਨਹੀਂ ਲੱਗਦੇ, ਬੜੇ ਆਨੰਦ ਲੈਂਦੇ ਨੇ ਜਿਹੜੇ ਬੰਦੇ ਉਲਝੇ ਹੋਏ ਨੇ। ਉਹ ਤੇ ਕਹਿੰਦੇ ਨੇ ਬਾਬਾ ਰਹਿਣ ਦੇ ਤੂੰ, ਪਰ ਮੈਂ ਕਲਯੁਗੀ ਵਰਤਾਰਿਆਂ ਵਿੱਚ ਸਵਾਲਾਂ ਦੇ ਜਵਾਬ ਜਿਹੜੇ ਨੇ ਇਹ ਨਾ ਕੇਵਲ ਸਿੱਖ ਪਰ ਦੁਨੀਆ ਭਰ ਦੇ ਧਰਮਾਂ ਵਿੱਚ ਯਕੀਨ ਰੱਖਣ ਵਾਲੇ ਕੇਵਲ ਤੇ ਕੇਵਲ ਸ਼ਬਦ ਗੁਰੂ ਰਾਹੀਂ ਦੇ ਸਕਦੇ ਨੇ। ਜੇ ਅਸੀਂ ਮਤਲਬ ਉੱਥੇ ਜਿੱਥੇ ਜਾਵਾਂਗੇ ਤੇ ਸਾਨੂੰ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ, ਤੇ ਮੈਂ ਤਾਂ ਇਹ ਗੱਲ ਦਾ ਵਿਸ਼ਵਾਸ ਕਰਦਾ, ਜੇ ਸਾਡੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਸ਼ਬਦ ਗੁਰੂ ਹੈ, ਤੇ ਅਸੀਂ ਕਿਤੇ ਵੀ ਜਾ ਸਕਦੇ ਹਾਂ। ਤੇ ਜੇ ਸਾਡੇ ਕੋਲ ਸਾਸੀ ਪ੍ਰਾਪਤੀ ਹੈ ਤੇ ਅਸੀਂ ਇੱਕ ਸਥਾਨਕਤਾ ਤੇ ਹੀ ਰਹਿ ਸਕਦੇ। ਸਥਾਨਕਤਾ ਨੂੰ ਟ੍ਰਾਂਸੈਂਡ ਕਰਨਾ ਤੇ ਸਿੱਖੀ ਨੇ ਸਿਖਾਇਆ ਸੀ। ਅਸੀਂ ਕਿਤੇ ਏਲੀਅਨ ਨਹੀਂ ਹਾਂ। ਮਲਟੀ ਕਲਚਰ ਵਿੱਚ ਜੋ ਸਿੱਖਾਂ ਨੇ ਤੇਗਾਂ ਮਾਰੀਆਂ ਨੇ, ਜੋ ਪ੍ਰਾਪਤੀਆਂ ਕੀਤੀਆਂ ਨੇ, ਉਹ ਪ੍ਰਾਪਤੀਆਂ ਐਵੇਂ ਤੇ ਨਹੀਂ ਹੋ ਗਈਆਂ। ਸਿੱਖਾਂ ਨੇ, ਪੰਜਾਬੀਆਂ ਨੇ, ਮੈਂ ਸਾਰਿਆਂ ਨੂੰ ਇੱਕੋ ਹੀ ਸਮਝਦਾ, ਮਤਲਬ ਮੇਰੇ ਵਾਸਤੇ ਸਾਰਾ ਇੱਕੋ ਹੀ ਨੇ, ਮਤਲਬ ਭਾਵੇਂ ਨਾ ਵਰਤਾਂ। ਹੁਣ ਇਹ ਹੈ ਕਿ ਵਿਗਿਆਨਕ ਜਿਹੜਾ ਜਵਾਬ ਹੈ ਨਾ, ਉਹ ਬਾਹਰੋਂ ਲੱਭਿਆ ਜਾਂਦਾ ਹੈ। ਉਹਦੇ ਮਤਲਬ ਕੰਟੂਰਸ ਜਿਹੜੇ ਨੇ ਉਹ ਹੋਰ ਨੇ, ਤੇ ਉਹ ਲੱਭਦਾ ਵੀ ਬਾਹਰੋਂ ਤੇ ਦੱਸਦਾ ਵੀ ਬਾਹਰੋਂ ਹੀ ਹੈ। ਪਰ ਅਧਿਆਤਮ ਨੇ ਅੰਦਰੋਂ ਉਸਦੇ ਸਵਾਲਾਂ ਦੇ ਜਵਾਬ ਵੀ ਅੰਦਰੋਂ ਹੀ ਲੱਭਣੇ ਹਨ। ਜਿਵੇਂ ਬਿਰਥਾ, ਨਵਾਂ ਪਾਤਸ਼ਾਹ ਦਾ ਹੀ ਸ਼ਬਦ, ਲੰਬਾ ਸ਼ਬਦ ਦਾ, ਸਾਰਾ ਬੋਲਣ ਦੀ ਲੋੜ ਨਹੀਂ। ਬਿਰਥਾ ਕਹੋ ਕੌਣ ਸਿਓ ਮਨ ਕੀ। ਹੁਣ ਇਹ ਤੇ ਸਾਰਿਆਂ ਦਾ ਹਾਲ ਹੈ। ਜਿਹੜੇ ਮਤਲਬ ਇੰਗਲੈਂਡ ਵਾਸਤੇ ਨੇ ਉਹਨਾਂ ਨੂੰ ਵੀ ਇਹੋ ਜਿਹਾ ਮਨ ਦੀ ਬਿਰਥਾ ਤੇ ਜਿਹੜੀ ਆ ਉਹ ਤੇ ਦੱਸਦੇ ਹੀ ਫਿਰਦੇ ਨੇ, ਕੋਈ ਯਾਰ ਸੁਣ ਹੀ ਲਓ, ਕੋਈ ਸਮਝ ਹੀ ਲਓ, ਉਹ ਨਹੀਂ ਹੋ ਰਿਹਾ। ਹੁਣ ਇਹਦੀ ਜਵਾਬੀ ਸ਼ੁਰੂਆਤ ਜਿਹੜੀ ਹੈ ਉਹ ਉੱਥੇ ਹੀ ਪਈ ਹੈ, ਗੁਰੂ ਤੇਗ ਬਹਾਦਰ ਦੀ ਬਾਣੀ 'ਚ ਹੀ ਪਈ ਹੈ। ਸਾਧੋ ਮਨ ਕਾ ਮਾਨ ਤਿਆਗੋ। ਉਹ ਭਾਈ ਬਿਰਥਾ ਤੇ ਤਾਂ ਦੱਸੇਗਾ ਜੇ ਪਹਿਲੋਂ ਉਹਨੂੰ ਆਪਣੇ ਨਾਲ, ਉਹਦੇ ਨਾਲ ਟੁੱਟੇਗਾ, ਆਪਣੇ ਆਪ ਵਿੱਚ ਆਏਗਾ। ਆਪਣੀ ਮਤਲਬ ਮਨ ਨਾਲ ਟੁੱਟਣ ਦਾ ਮਤਲਬ ਹੈ ਕਿ ਹਉਮੈ ਨਾਲੋਂ ਅੱਗੇ ਤੁਰਨਾ, ਹਉਮੈ ਨੂੰ ਮਤਲਬ ਮਾਰਨਾ ਨਹੀਂ। ਦੇਖੋ ਇੱਕ ਗੱਲ ਬੜੀ ਕਲੀਅਰ ਹੈ ਕਿ ਪਹਿਲੀ ਵਾਰ ਦੁਨੀਆ ਵਿੱਚ ਸਿੱਖ ਧਰਮ ਨੇ ਵਰਕ ਕਲਚਰ ਇੰਟਰੋਡਿਊਸ ਕੀਤਾ। ਕਿਸੇ ਧਰਮ ਵਿੱਚ ਵਰਕ ਕਲਚਰ ਨਹੀਂ ਹੈ। ਪਹਿਲੀ ਵਾਰ ਸਿੱਖ ਧਰਮ ਨੇ ਇਹ ਕਿਹਾ ਕਿ ਭਾਈ 5 ਵਿਕਾਰ ਜਿਹੜੇ ਨੇ ਇਹਨਾਂ ਨੂੰ ਮਾਰਨਾ ਨਹੀਂ, ਇਹ ਤੇ ਦਾਤਾ ਨੇ, ਇਹਨਾਂ ਨੂੰ ਵਰਤਣ ਦੀ ਜਾਚ ਸਿੱਖ ਲਓ। ਤੇ ਹਾਂ ਗਸਾਈ ਦਾ ਪਹਿਲਵਾਨੜਾ ਪੜੋ ਸ਼ਬਦ, ਤੇ ਉਹਦੇ ਸਾਰੀ ਮੈਥੋਡੋਲੋਜੀ ਲਿਖੀ ਹੈ, ਕਲੀਅਰ ਲਿਖੀ ਹੋਈ ਹੈ ਕਿ ਐਂ ਵਰਤਣਾ ਹੈ, ਇਹਦੇ ਨਾਲ ਤੇ ਘੁਲਣਾ ਹੈ। ਉਹਨਾਂ ਨੇ ਤੁਹਾਨੂੰ ਢਾਉਣ ਦੀ ਕੋਸ਼ਿਸ਼ ਕਰਨੀ, ਉਹਨਾਂ ਤੋਂ ਢਹਿਣਾ ਹੈ ਕਿ ਨਹੀਂ ਢਹਿਣਾ, ਢਹਿ ਕੇ ਢਹਿਣਾ ਕਿ ਨਹੀਂ ਢਹਿਣਾ, ਜਾਂ ਢਹਿਣ ਤੋਂ ਬਿਨਾਂ ਉਸ ਤੋਂ ਬਚਣਾ ਕਿਵੇਂ ਹੈ। ਇਹ ਸਾਰੀਆਂ ਗੱਲਾਂ ਦੱਸੀਆਂ ਹੋਈਆਂ ਨੇ। ਉਹਦੇ ਵਿੱਚ ਲਾਂਭਾ ਕੋਈ ਨਹੀਂ। ਜੇ ਕੋਈ ਇੱਕ ਦਾ ਢਾਹ ਵੀ ਗਿਆ ਤੇ ਉਹ ਲਾਂਭਾ ਕੋਈ ਨਹੀਂ। ਸਿੱਖ ਦੇ ਨਾਲ ਤੇ ਸਿੱਖ ਨੂੰ ਇੰਨੀ ਖੁੱਲ੍ਹ ਦਿੱਤੀ ਹੋਈ ਹੈ ਕਿ ਉਹ ਕਮਾਲ ਦੀ ਖੁੱਲ੍ਹ ਅੰਦਰੋਂ, ਇਹ ਅੰਦਰੋਂ ਲੱਭਣ ਦੀ ਗੱਲ ਹੈ। ਜੇ ਅੰਦਰੋਂ ਲੱਭਾਂਗੇ ਤੇ ਫਿਰ ਕੋਈ ਹੋਏਗਾ ਕਿ ਉਹ ਫਿਰ ਸਾਡੇ ਕੋਲ ਇਹ ਰਹੇਗਾ ਕਿ ਵਾਹ ਵਾਹ। ਜਦੋਂ ਸਮਝਣ ਦੀ ਕੋਸ਼ਿਸ਼ ਸਮਝਾਂਗੇ ਨਾ ਤਾਂ ਵਾਹ ਵਾਹ। ਭੂਲੇ ਮਨ ਕਾਹੇ ਉਲਝਾਇਓ। ਭਾਈ ਮਨ ਦੀਆਂ ਗੱਲਾਂ ਵਿੱਚ ਉਲਝਿਆ ਬੈਠਾ ਹੈ ਤੇ ਐਵੇਂ ਹੀ ਲਸ਼ਕੈਦਾਂ ਕਰੀ ਜਾਂਦਾ ਕਿ ਮੈਨੂੰ ਮੇਰੇ ਪਿਓ ਨੇ ਆਹ ਨਹੀਂ ਦਿੱਤਾ, ਮੇਰਾ ਅਧਿਆਪਕ ਜਿਹੜਾ ਪੜਾਉਣ ਵਾਲਾ ਚੰਗਾ ਨਹੀਂ ਸੀ, ਮੈਨੂੰ ਕੰਪਨੀ ਮਾੜੀ ਮਿਲ ਗਈ ਹੈ, ਦੋਸਤਾਂ ਨੇ ਮਤਲਬ ਜਿਹੜੀਆਂ ਮੇਰੀਆਂ ਆਦਤਾਂ ਵਿਗਾੜਦੇ। ਇਹ ਕੀ ਗੱਲ ਹੈ ਭਲਾ? ਜੇ ਤੁਸੀਂ ਵੇਖਣਾ ਦੇ ਆ ਨਾ ਤੇ ਨਤੀਜਾ ਕੀ ਆ? ਇਹਦੇ ਨਾਲ ਇਹ ਸਮਝ ਪੈਦਾ ਹੋ ਸਕਦੀ ਹੈ ਕਿ ਦੇਹੀ ਨਹੀਂ ਜੋਤ ਹੈ। ਦੇਖੋ ਮਤਲਬ ਮੈਂ ਇੱਕ ਫਿਕਰਾ ਕਹਿੰਦਾ ਜਾਵਾਂਗਾ ਤਾਂ ਕਿ ਗੱਲ ਨਿਬੜਦੀ ਹੋਵੇ। ਮੈਂ ਇਹਨਾਂ ਗੱਲਾਂ ਨੂੰ ਮੈਂ ਬਾਣੀ ਚ ਕਹਿ ਸਕਦਾ ਔਰ ਬਾਣੀ ਬੋਲ ਸਕਦਾ, ਮੈਨੂੰ ਪਤਾ ਹੈ। ਪਰ ਜੇ ਮੈਂ ਬਾਣੀ ਦਾ ਸ਼ਬਦ ਬੋਲਣਾ ਸ਼ੁਰੂ ਕਰਤਾ ਤੇ ਇਹ ਨਾਲ ਤੁਸੀਂ ਟੁੱਟ ਜਾਓਗੇ। ਮੈਂ ਤੁਹਾਨੂੰ ਨਹੀਂ ਟੁੱਟਣ ਦੇਣਾ ਚਾਹੁੰਦਾ, ਮੈਂ ਵਿਦਿਆਰਥੀਆਂ ਨੂੰ ਨਹੀਂ ਟੁੱਟਣ ਦੇਣਾ। ਇਸ ਕਰਕੇ ਮੈਂ ਉਹਨੂੰ ਮਤਲਬ ਇੰਨੀ ਕੁ ਗੱਲ ਲੱਭ ਲਈ ਜਿਹੜੀ ਚੇਤੇ ਰੱਖੀ ਜਾ ਸਕਦੀ ਹੈ। ਇਹ ਨਤੀਜਾ ਕੀ ਨਿਕਲਿਆ? ਨਤੀਜਾ ਨਿਕਲਿਆ ਕਿ ਦੇਹੀ ਨਹੀਂ ਜੋਤ ਹੈ।
ਹੁਣ ਮਤਲਬ ਤੁਸੀਂ ਸਮਝੋ ਨਾ, ਮਤਲਬ ਆਪਣਾ ਮੋਤਾ ਸਿੰਘ ਜੀ ਵੀ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਜੋਤ ਵੀ ਹੁਣ ਹੈ ਨਹੀਂ ਕੋਈ। ਹੁਣ ਜੋਤ ਨੂੰ ਪ੍ਰਜਵਲਿਤ ਰੱਖਣਾ ਕਿਵੇਂ ਹੈ? ਜੋਤ ਜਿਹੜੀ ਹੈ ਧੁਆਂਖੀ ਕਿਵੇਂ ਜਾਂਦੀ ਹੈ? ਇਹ ਮਤਲਬ ਇਹ ਸਾਰੀਆਂ ਗੱਲਾਂ ਜਿਹੜੀਆਂ ਆਉਣਗੀਆਂ ਨਾ, ਇਹ ਤਾਂ ਸੁਧਾਰ ਨਹੀਂ ਹੈ। ਇਹ ਤਾਂ ਬੱਚਿਆਂ ਨੂੰ ਸਮਝਾਉਣਾ ਹੋਵੇ ਤਾਂ ਵੀ ਸਮਝ ਆ ਜਾਣਗੀਆਂ, ਨਿੱਕੀ ਨਿੱਕੀਆਂ ਗੱਲਾਂ ਨਾਲ ਸਮਝ ਆ ਜਾਣਗੀਆਂ। ਹੁਣ ਹੈਗਾ ਕਿ ਇਹ ਜਿਹੜੀ ਗੱਲ ਹੈ ਨਾ, ਤੇ ਦੇਹੀ ਨਹੀਂ ਜੋਤ ਹੈ, ਇਸ ਨੂੰ ਨਾਲ ਲੈ ਕੇ ਤੁਰਨਾ ਹੈ, ਨਾਲ ਲੈ ਕੇ ਤੁਰਨਾ। ਤੇ ਨਾਲ ਲੈ ਕੇ ਤੁਰਾਂਗੇ ਤੇ ਇਹ ਫਿਰ ਇਹ ਹੋਏਗਾ ਕਿ ਇਤਿਹਾਸ ਵਿੱਚ ਬਾਣੀ ਇਹ ਸਮਝ ਆ ਜਾਏਗੀ। ਅਸੀਂ ਇਤਿਹਾਸ ਦੇ ਬੰਦੇ ਹੋ ਗਏ ਹਾਂ। ਮੈਨੂੰ ਤੇ ਹੁਣ ਮਤਲਬ ਮੈਂ ਇਹ ਵੀ ਕਹਿਣਾ ਨਾ ਕਿ ਅਸੀਂ ਵੰਡੇ ਗਏ ਹਾਂ, ਬਾਣੀ ਦੇ ਬੰਦੇ, ਇਤਿਹਾਸ ਦੇ ਬੰਦੇ, ਇਹ ਅਸੀਂ ਵੰਡੇ ਗਏ ਹਾਂ, ਪੰਥਕ ਬੰਦੇ। ਤੇ ਉਹਦੇ ਚ ਮਤਲਬ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਣਾ, ਮੈਨੂੰ ਕੋਈ ਲੁਕਾਉਣ ਦੀ ਲੋੜ ਨਹੀਂ ਹੈਗਾ ਜੀ। ਜਿਹੜਾ ਬਾਣੀ ਦਾ ਬੰਦਾ ਉਹ ਤਾਂ ਸੰਤ ਹੋ ਗਿਆ, ਉੱਥੇ ਸਿੱਖ ਹੈ ਨਹੀਂਗਾ, ਸੰਤ ਹੀ ਨੇ ਅਗਲੇ। ਤੇ ਜਿਹੜਾ ਇਤਿਹਾਸ ਦਾ ਬੰਦਾ ਹੈ ਉਹ ਯੂਨੀਵਰਸਿਟੀ ਬੈਠੇ ਨੇ, ਉੱਥੇ ਵੀ ਸਿੱਖ ਹੈ ਨਹੀਂ ਕੋਈ। ਤੇ ਜਿਹੜਾ ਮਤਲਬ ਅੱਗੇ ਹੈਗਾ ਸਿਆਸਤ ਨਾਲ ਜੁੜਿਆ ਹੋਇਆ, ਉਹ ਸਿਆਸਤ ਦਾ ਬੰਦਾ ਆ ਗਿਆ। ਉਹ ਪੰਥਕਤਾ ਜਿਹੜੀ ਹੈ ਉਹ ਸਾਰੀ ਸਿਆਸਤ ਨੇ ਆਪਣੇ ਹੱਥ 'ਚ ਕਰ ਲਈ ਹੈ। ਤੇ ਸਿੱਖ ਕਿੱਥੇ ਗਿਆ? ਰੁਲੇ ਹੋਏ ਸਿੱਖ ਨੂੰ, ਉਖੜੇ ਹੋਏ ਸਿੱਖ ਨੂੰ, ਤੁਰੇ ਫਿਰਦੇ ਸਿੱਖ ਨੂੰ ਮੈਂ ਕਹਿਣਾ ਚਾਹਨਾ ਕਿ ਭਾਈ ਤੈਨੂੰ ਉੱਥੇ ਜਾਣ ਦੀ ਲੋੜ ਨਹੀਂ, ਤੂੰ ਆਪਣੇ ਅੰਦਰ ਵੜ ਜਾ, ਪਰ ਬਾਣੀ ਦਾ ਕੋਈ ਇੱਕ ਅੱਧਾ ਲਫ਼ਜ਼ ਲੈ ਕੇ ਵੜ ਜਾ। ਮੇਰਾ ਇੱਕ ਦਾਦਾ ਸੀ, ਉਹਨੂੰ ਸਿਰਫ ਮੂਲ ਮੰਤਰੀ ਯਾਦ ਸੀਗਾ ਤੇ ਉਹ ਪੱਕਾ ਸਿੱਖ ਸੀ ਆਪਣੇ ਹਿਸਾਬ ਨਾਲ, ਉਹਨੂੰ ਹੋਰ ਕੁਝ ਯਾਦ ਹੀ ਨਹੀਂ ਸੀ। ਜਪਜੀ ਸਾਹਿਬ ਦਾ ਗੁਟਕਾ ਸੀ ਤੇ ਉਹਨੂੰ ਜ਼ਬਾਨੀ ਹੋਣਾ ਯਾਦ ਸੀ, ਬਾਕੀ ਉਤੋਂ ਹੌਲੀ ਹੌਲੀ ਜਿਵੇਂ ਹੀਰ ਨੂੰ ਪੜ੍ਹਦਾ ਸੀ ਨਾ ਜੋੜ ਜੋੜ ਕੇ, ਉਵੇਂ ਜੋੜ ਜੋੜ ਕੇ ਪੜ੍ਹ ਲੈਂਦਾ ਸੀ। ਇਸ ਕਰਕੇ ਕੋਈ ਗੱਲ ਨਹੀਂ ਹੈ। ਹੁਣ ਇਹ ਹੈ ਕਿ ਇਹ ਜਿਹੜੀ ਇਤਿਹਾਸ ਵਿੱਚ ਬਾਣੀ ਨੂੰ ਉਸ ਤਰ੍ਹਾਂ ਨਹੀਂ ਹੁੰਦੀ ਜਿਵੇਂ ਬਾਣੀ ਵਿੱਚ ਇਤਿਹਾਸ ਹੁੰਦਾ ਹੈ। ਇਹ ਨਿੱਕਾ ਜਿਹਾ ਨੁਕਤਾ ਹੈ। ਬਾਣੀ ਵਿੱਚੋਂ ਇਤਿਹਾਸ ਆਪਣੇ ਆਪ ਪੈਦਾ ਹੋ ਜਾਣਾ ਹੈ। ਇਤਿਹਾਸ ਤੋਂ ਬਾਣੀ ਨੇ ਪੈਦਾ ਨਹੀਂ ਹੋਣਾ, ਬਹੁਤ ਕੁਝ ਪੈਦਾ ਹੋ ਜਾਊਗਾ ਪਰ ਨਹੀਂ ਹੋਣਾ। ਹੁਣ ਹੋਣਾ ਕੀ ਹੈ ਕਿ ਇਹਦਾ ਮਤਲਬ ਇਹ ਡਾਟਾ ਨਹੀਂ ਹੈ, ਇਹ ਸਪਿਰਿਟ ਹੈ। ਅੱਜ ਕੱਲ੍ਹ ਹੋ ਕੀ ਰਿਹਾ? ਅੱਜ ਕੱਲ੍ਹ ਡਾਟਾ ਵਾਲੇ ਜਿਹੜੇ ਨੇ, ਅੱਜ ਕੱਲ੍ਹ ਐਕਸਪਰਟਾਈਜ਼ ਦਾ ਯੁੱਗ ਹੈ ਨਾ। ਜਿਹੜਾ ਹਾਰਟ ਦਾ ਡਾਕਟਰ ਹੈਗਾ ਉਹਨੂੰ ਮਤਲਬ ਗੋਡੇ ਦਾ ਨਹੀਂ ਪਤਾ, ਤੇ ਗੋਡੇ ਵਾਲੇ ਨੂੰ ਕੰਨ ਦਾ ਨਹੀਂ ਪਤਾ, ਤੇ ਕੰਨ ਵਾਲੇ ਨੂੰ ਮਤਲਬ ਹੋਰ ਸਿਰ ਦੁਖਦੇ ਦਾ ਨਹੀਂ ਪਤਾ। ਮੈਂ ਕੀ ਹੋ ਰਿਹਾ ਹੈ? ਅਸੀਂ ਐਕਸਪਰਟਾਈਜ਼ ਯੁੱਗ 'ਚ ਵੜ ਗਏ ਹਾਂ। ਤੁਸੀਂ ਕਹਿੰਦੇ ਹੋ ਕਿ ਮੈਂ ਪ੍ਰੋਫੈਸਰ ਨੂੰ ਬੁਲਾ ਲਿਆ, ਮੇਰਾ ਬਾਇਓਡਾਟਾ ਠੀਕ ਹੈ, ਬਾਇਓਡਾਟਾ ਨੌਕਰੀ ਕਰਦਾ ਬਣ ਗਿਆ, ਇਹ ਠੀਕ ਹੀ ਹੈ। ਡਾਟਾ ਜਿਹੜਾ ਹੈ ਨਾ, ਡਾਟਾ ਸਪਿਰਿਟ ਨਹੀਂ ਹੁੰਦਾ, ਤੇ ਸਪਿਰਿਟ ਬਾਹਰੋਂ ਨਹੀਂ ਲੱਭਦੀ। ਸਪਿਰਿਟ ਰੀਸਾਈਕਲ ਕਰਨਾ ਪੈਂਦਾ ਡਾਟਾ ਆਪਣੇ ਅੰਦਰ, ਉਹਦੇ ਵਿੱਚੋਂ ਪੈਦਾ ਹੋਏਗੀ। ਇਹ ਕਰਕੇ ਤੇ ਉਹਦੇ ਵਾਸਤੇ ਗੁਰੂ ਨੇ ਇਹ ਕਿਹਾ ਕਿ ਮੈਂ ਗੁਰਦੁਆਰੇ ਦੇ ਦਰਵਾਜ਼ੇ ਖੋਲੇ ਨੇ, ਤੂੰ ਮਨ ਦਾ ਤੇ ਬੂਹਾ ਖੋਲ ਦੇ। ਸਾਨੂੰ ਮਨ ਦਾ ਬੂਹਾ ਤੇ ਖੋਲ ਦੇਣਾ ਚਾਹੀਦਾ ਨਾ। ਅਸੀਂ ਤਾਂ ਮਨ ਦਾ ਬੂਹਾ ਖੋਲ ਕੇ ਰੱਖਣ ਦੀ ਲੋੜ ਜਿਹੜੀ ਹੈ ਉਹਦੇ ਵੱਲ ਧਿਆਨ ਹੀ ਨਹੀਂ ਦੇ ਰਹੇ। ਆਪਣੇ ਖੰਭਾਂ ਨਾਲ ਆਪ ਉੱਡਣਾ ਪੈਣਾ। ਇਹ ਮੁੰਡੇ ਬੱਚਿਆਂ ਨੂੰ ਸਿੱਖ ਲੈਣਾ ਚਾਹੀਦਾ, ਔਰ ਸਿੱਖ ਆਪਣੇ ਖੰਭਾਂ ਨਾਲ ਆਪ ਉੱਡਦੇ ਰਹੇ ਨੇ। ਮੋਤਾ ਸਿੰਘ ਜੇ ਇੰਗਲੈਂਡ 'ਚ ਬੈਠਾ ਤੇ ਆਪਣੇ ਖੰਭਾਂ ਨਾਲ ਉੱਡ ਕੇ ਗਿਆ ਹੋਇਆ ਹੈ, ਉੱਥੇ ਵੀ ਆਪਣੇ ਖੰਭਾਂ ਨਾਲ ਉੱਡਦਾ ਸੀ, ਬਚਿਆ ਹੋਇਆ ਤਾਂ ਹੀ ਹੈ। ਨਹੀਂ ਉਸ ਕਲਚਰ ਦੇ ਵਿੱਚ ਬੰਦੇ ਗੁਆਚਦੇ ਰਹੇ ਨੇ। ਉਥੋਂ ਬਚਣ ਦੀ ਉਹ ਵੱਖਰੀ ਗੱਲ ਹੈ ਕਿ ਮਤਲਬ ਜਿਹੜਾ ਗੁਆਚਣ ਵਿੱਚ ਉਹਨਾਂ ਮੋਤਾ ਸਿੰਘ ਦਾ ਦਿਮਾਗ ਨੇ ਵਰਕ ਨਹੀਂ ਕੀਤਾ ਹੋਣਾ ਜਿੰਨਾ ਉਹਦੇ ਲਹੂ ਨੇ ਵਰਕ ਕੀਤਾ। ਹੁਣ ਦਿਮਾਗ ਵਰਕ ਕਰਦਾ ਹੈ ਜਦੋਂ ਉਹਦੇ ਨਾਲ ਜੇ ਲਹੂ ਵਰਕ ਕਰਦਾ, ਕਿਵੇਂ ਕਰਦਾ ਹੈ? ਇਹੀ ਤਾਂ ਆਪਾਂ ਗੱਲਾਂ ਦੱਸਣੀਆਂ ਨੇ ਬੱਚਿਆਂ ਨੂੰ, ਇਹੀ ਤਾਂ ਸਮਝਾਉਣਾ ਹੈ। ਹੁਣ ਇਹ ਸਾਨੂੰ ਕਰ ਲੈਣਾ ਚਾਹੀਦਾ ਹੈ ਕਿ ਰੂਹ ਨਾਲ ਅਹਿਸਾਸ ਵਿੱਚ ਉਤਰਨ ਦੀ ਲੋੜ ਹੈ। ਰੂਹ ਨਾਲ ਅਹਿਸਾਸ ਵਿੱਚ ਉਤਰਨਾ ਹੈ। ਅਹਿਸਾਸ ਤੇ ਹੈ ਸਾਡੇ ਕੋਲ। ਕਿਸਾਨ ਮੋਰਚਾ ਲੱਗਿਆ, ਸਾਰੀ ਦੁਨੀਆ ਵਿੱਚ ਪੰਜਾਬੀ ਬੈਠੇ ਨੇ, ਮਤਲਬ ਉਹ ਆਪਣੇ ਆਪਣੇ ਹਿਸਾਬ ਨਾਲ ਤੜਫੀ ਜਾਂਦੇ ਨੇ, ਤੇ ਉਹਨਾਂ ਨੇ ਸਾਰਾ ਵਿਸ਼ਵ ਤੜਫਣ ਲਾ ਲਿਆ ਨਾਲ। ਇਹ ਕੋਈ ਛੋਟੀ ਗੱਲ ਹੈ? ਇਹ ਬੜੀ ਵੱਡੀ ਗੱਲ। ਇਹ ਅਹਿਸਾਸ ਵਿੱਚ ਜੇ ਅਸੀਂ ਰੂਹ ਨਾਲ ਉਤਰਾਂਗੇ ਤੇ ਉਹਦਾ ਇਫੈਕਟ ਜਿਹੜਾ ਸਾਹਮਣੇ ਹੋਏਗਾ। ਅਹਿਸਾਸ ਵਿੱਚ ਰੂਹ ਨਾਲ ਉਤਰਨ ਦਾ ਮਤਲਬ ਹੈ ਜਿਵੇਂ ਐਥਲੀਟ ਜਿਹੜਾ ਨਾ ਆਪਣੀ ਐਥਲੈਟਿਕਸ ਜਿਹੜੀ ਕੈਪੈਸਿਟੀ ਹੈ ਉਹਦੇ ਵਿੱਚ ਰੂਹ ਨਾਲ ਉਤਰਦਾ ਹੈ। ਉਹ ਸਾਰੇ ਆਪਣੀਆਂ ਸਾਰੀਆਂ ਜਿਹੜੀਆਂ ਸ਼ਕਤੀਆਂ ਨੇ ਉਹਦੇ ਵਿੱਚ ਝੋਕ ਦਿੰਦਾ ਹੈ। ਵਿਦਿਆਰਥੀ ਜਿਹੜਾ ਰੂਹ ਨਾਲ ਪੜ੍ਹਾਈ 'ਚ ਉਤਰੇਗਾ ਉਹੀ ਐਕਸੈਲ ਕਰੇਗਾ। ਜਿਹੜਾ ਮਤਲਬ ਬੱਧਾ ਜੱਟੀ ਭਰ ਰਿਹਾ ਹੋਵੇਗਾ ਨਾ, ਤੇ ਚਲੋ ਕੋਈ ਨਹੀਂ, ਉਦੋਂ ਮਤਲਬ ਗੁਰੂ ਦੇ 5 ਵਜੇ ਦੀ ਮਤਲਬ ਅੱਜ 21 ਦੀ ਅਰਦਾਸ ਕਰਾ ਦਿਆਂਗੇ, ਆਪੇ ਗੁਰੂ ਪਾਸ ਕਰਾਊਗਾ, ਗੁਰੂ ਮਿਹਰ ਕਰੇਗਾ। ਗੁਰੂ ਤਾਂ ਮਿਹਰ ਭਾਈ ਤਾਂ ਕਰੇਗਾ ਜੇ ਤੂੰ ਮਿਹਰ ਕਰਵਾਏਗਾ, ਕਿਉਂਕਿ ਹੋਣਾ ਤੇ ਉਹ ਹੈ ਨਾ ਜੋ ਤੂੰ ਡਿਜ਼ਰਵ ਕਰਦਾ ਹੈ। ਅਸੀਂ ਡਿਜ਼ਰਵਿੰਗ ਬਣਨਾ ਹੈ। ਗੁਰੂ ਨੇ ਸਿੱਖ ਨੂੰ ਡਿਜ਼ਰਵਿੰਗ ਬਣਾਇਆ ਸੀ। ਮਿਲਿਆ ਜਾਂ ਮਿਲਿਆ ਨਹੀਂ, ਮਿਲਿਆ ਤਾਂ ਸੰਤੋਖ ਹੈ ਨਾ।
मिलिया तो सहज है ना, मिलिया तो विवेक है ना। जे ये लफ्ज मिले ने ते ये साडी मतलब जिहड़ी रूह नाल उतरन दी जिहड़ी कैपेसिटी गुरु ने बनाती, ਉਹਦੇ ਕਰਕੇ मिले ने। सानू उन्होंने जाच दसी सी वो करके। मैं कहना कि सिद्धांत का अमल जे लहू विच उतर जाए, जिवें कि साडे उतरिया होया, मतलब मैं देखो कमाल की गल है भी उतरिया होया साडे, वो जे नहीं संभालांगे ना तो हौली हौली खुर जाएगा सब, मतलब अचेत चला जाएगा, अचेत जाकर बैठे रहा खूंजे लग गया किते, फिर सुपने जाया करेगा, फिर वो प्रैक्टिस नहीं आएगा, सुपने जाया करेगा। सिद्धांत का अमल जो लहू विच उतर जाए तो सरबत के भले राही न्योटियां की ओट तक पहुंचा जा सकता है। असीं पहुंचे हुए हैं कम्युनिटी, एज कम्युनिटी साडा जिहड़ा पब्लिक प्रभाव है दुनिया में वो ये है कि सरबत के भले के मुदई ने, ये न्योटियां की ओट से खलो सकते हैं। मतलब गुरु की दात सी, ये साडे च किवें आ गई? साडे च इस करके आ गई कि सानू गुरु ने साडे लहू विच उतार दी 5 पीढ़ियां च। 5 पीढ़ियां असीं वो करदे रहे ते हुण असीं ओनू फिर मुड़ के उस तरह ही मतलब गुरु के जोत राही फड़न की थां ते गुरु के सरीर राही फड़, गुरु देह राही फड़न की कोशिश करांगे। गुरु देह पवित्र है, फड़ो जो कोई फड़ सकता है, पर उन्होंने सिमरन टेक्नोलॉजी नाल कोई फड़न की योग्यता बना लो। हुण एक हुंदा है कि शब्द गुरु दे ने वो धरातल मुहैया कर दी है। मेरा मतलब कंक्लूड कर देना इनू, मनजीत कंक्लूड कर दिया कि चलता रहा आखे मैनू कोई फर्क देखो, मैं तो हुण उम्र उस आ गया जिहदे कोल इनफॉर्मेशन है तो मैं शेयर करता तुरे जाऊंगा, वो नहीं कोई गल हैगी एवें, मतलब मैं चलो कर दा। शब्द गुरु ने वो धरातल मुहैया कर दी है सानू बिना मतलब मंगिया। जो बिना मंगिया मोती मिलते हैं ना, तो यही तो मतलब बख्शिश होंगी है। सानू ये बिना मंगिया मोती मिले हुए हैं, असीं बख्शिश के पात्र हाँ, क्योंकि धरातल मुहैया हो गई है सानू कि इस धरातल ने की करता, सिंथेसाइजिंग मॉडल सामने लिया है। टेक्नोलॉजी वो शब्द ही है, भावें उन्होंने सिमरन कहो, भावें उन्होंने मतलब कीर्तन ही लाओ, जिवें मर्जी लाओ, ये सिंथेसिस ऑफ ईस्ट एंड वैस्ट है। मोता सिंह बैठे ने, जे ईस्ट एंड वैस्ट की औलाद जी है कोई सहज स्थापित हो सकता तो सिक्खी राही हो रहा होएगा, हो सकता है। असी संग का ही कई बार करिए भी यार केड़ा स्यापा करेगा जब पाएगा। ये सिंथेसिस ऑफ ईस्ट एंड वैस्ट है, ये नाल नाल सिंथेसिस ऑफ एक्सट्रीम राइट एंड एक्सट्रीम लैफ्ट भी है, जिथे जिथे मैं मोता सिंह को गल छड्ड के जाना चाहूँ। असी एक्सट्रीम राइट ते एक्सट्रीम लैफ्ट के विचकार खलोते हुए हैं। ये विचकार खलोन की जिहड़ी साडी कैपेसिटी है जां साडी फेट है जां साडी होनी है, ये कोई छोटी गल नहीं है। ये एहसास नाल जुड़न की गल है, क्योंकि सिक्खी विच एक्सट्रीमता अध्यात्म का भी मना है। इनएक्टिव अध्यात्मकता जिहड़ी है उन्होंने गुरु साहब ने अप्रूव ऑफ नहीं किया है। यानी एक्टिव जिहड़ी हैगी एक्टिव सिक्खी है उहदी गल कीती हुई है। ये मतलब इस करके जिहड़ा एक्सट्रीम लैफ्ट ते एक्सट्रीम राइट विच इस वेले भारत जिहड़ा ना इत्थे ही खड़ा है। और उस भारत विच मोता सिंह जी मैं एक फिकरा तुहानूं कहना चाहना, उंज वैसे मैं धक्के नहीं कह रहा कि एक्सट्रीम लैफ्ट ते एक्सट्रीम राइट विच एक्सट्रीम राइट जिहड़ा अटैक कर रहा है, एक्सट्रीम लैफ्ट जिहड़ा डिफेंड कर रहा है, पर किसान मोर्चा जिहड़ा है वो विच सिख स्पिरिट नाल बैठा है। कोई उत्थे पक्का सिख नहीं, कच्चा सिख नहीं, कट्टड़ सिख नहीं, उत्थे तो सिख स्पिरिट है। उस बाबे किवें आ गई ओहदा नहीं पता। इसे करके ये देश दुनिया अते मानवता दा दी लोड़ हो गई है। ये सारी थावां दी लोड़ है, एक्सट्रीम राइट ते एक्सट्रीम लैफ्ट, भावें वो कारपोरेट राही अटैक कर रहा हो तो भावें वो साम्राजवाद राही कर रहा हो कि वो अपने अपने काम से लग्या होया है। तो इस करके मैं एक कहना चाहना कि मनजीत बीबा जी, मतलब मैं अपनी गल कह के मुका लियांगा कि गुरु नाल किवें तुरना चाहुंदे हां, जो जिवें भी कोई गुरु नाल तुरना चाहुंदा है उहनूं तुरन दईए।
ਇਹ ਗੱਲ ਮੈਂ ਬਾਬਾ ਨਾਨਕ ਦੇਵ ਦੇ ਸਪਿਰਿਟ ਵਿੱਚ ਕਹਿ ਰਿਹਾ। ਗੁਰੂ ਨਾਲ ਜਿਵੇਂ ਕੋਈ ਤੁਰਨਾ ਚਾਹੁੰਦਾ ਹੈ ਉਵੇਂ ਤੁਰਨ ਦੀ ਆਗਿਆ ਅਸੀਂ ਕਿਸਾਨ ਮੋਰਚੇ 'ਚ ਦਿੱਤੀ ਹੋਈ ਹੈ। ਸਿਰਫ ਨਾ ਉਹ ਕਿਸੇ ਗੁਰਦੁਆਰੇ 'ਚ ਹੈ ਨਾ ਕਿਸੇ ਸੰਸਥਾ 'ਚ ਹੋ, ਸਾਨੂੰ ਇੱਧਰ ਮੁੜਨਾ ਪੈਣਾ ਹੈ। ਅੱਜ ਦਾ ਮੇਰੀ ਗੱਲ ਜਿਹੜੀ ਹੈ ਮੈਂ ਮੁਕਾਈ ਇਸ ਲਈ ਮੁਕਾਉਣਾ ਚਾਹੁੰਦਾ ਕਿ ਭਾਈ ਜੇ ਗੁਰੂ ਨਾਲ ਤੁਰਨਾ ਹੈ ਤੇ ਗੁਰੂ ਨਾਲ ਬੰਦੇ ਨੂੰ ਉਹਦੀ ਕੈਪੈਸਿਟੀ ਮੁਤਾਬਕ, ਉਹਦੀ ਯੋਗਤਾ ਮੁਤਾਬਕ, ਉਹਦੀ ਮਤਲਬ ਜਿਹੜੀ ਹੈਗੀ ਅਵਸਥਾ ਮੁਤਾਬਕ ਉਹਨੂੰ ਤੁਰਨ ਦਈਏ। ਜੇ ਉਹ ਇਹ ਸੋਚਦਾ ਰਹੇਗਾ ਨਾ ਜਿਵੇਂ ਅੱਜ ਅਕਾਲੀ ਫੂਲਾ ਸਿੰਘ ਨਹੀਂ ਹੋ ਸਕਦਾ ਅੱਜ ਦਾ ਜਥੇਦਾਰ ਗੁਰੂ ਨਾਲ ਤੁਰਨ ਵਾਸਤੇ, ਨਾ ਬਲਕਾਰ ਸਿੰਘ ਮਤਲਬ ਮੋਤਾ ਸਿੰਘ ਹੋ ਸਕਦਾ ਹੈ ਤੇ ਨਾ ਮੋਤਾ ਸਿੰਘ ਜਤਿੰਦਰਬੀਰ ਸਿੰਘ ਹੋ ਸਕਦਾ ਹੈ ਤੇ ਨਾ ਇਹ ਤਿੰਨੇ ਰਲ ਕੇ ਮਤਲਬ ਮਨਜੀਤ ਕੌਰ ਹੋ ਸਕਦੇ ਨੇ, ਨਹੀਂ ਹੋ ਸਕਦੇ। ਠੀਕ ਹੈ, ਚਾਰਾਂ ਨੇ ਤੁਰਨਾ ਹੈ ਕਿ ਨਹੀਂ ਤੁਰਨਾ ਉਹ ਤੇ ਫੈਸਲਾ ਕਰਨਾ ਹੈ। ਜਿੰਨਾ ਤੁਰਿਆ ਜਾਓ ਉਨਾ ਹੀ ਸਹੀ, ਕਦੇ ਕਦੇ ਤੁਰੋ ਤੇ ਸਹੀ। ਤੇ ਅੱਜ ਦੇ ਦਿਨ ਦਾ ਸੰਦੇਸ਼ ਹੈ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਕਿ ਅਸੀਂ ਗੁਰੂ ਨਾਲ ਤੁਰਨਾ ਹੈ। ਜਿੰਨੀ ਕੁ ਕਵਸੀ ਆ ਉਹਨਾਂ ਤੁਰਨਾ ਹੈ, ਜਿੰਨਾ ਕੁ ਤੁਰ ਸਕਦੇ ਆ ਉਹਨਾਂ ਤੁਰਨਾ ਹੈ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਹਾਂ। ਮੋਤਾ ਸਿੰਘ ਦਾ ਬਹੁਤ ਧੰਨਵਾਦ ਹਾਂ ਕਿਉਂਕਿ ਆਹ ਬੰਦਾ ਇੰਗਲੈਂਡ ਤੋਂ ਦਿਸਦਾ ਪਿੱਛੇ ਤੇ ਚਲੋ ਚੰਗਾ, ਬਾਕੀ ਸਾਰੇ ਤਾਂ ਹੀ ਇੱਥੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਂਝ ਮੇਰਾ ਜੀ ਕਰਦਾ ਸੀ ਤੇ ਅੱਜ ਤੁਹਾਨੂੰ ਇੰਨਾ ਕੁ ਬੋਲ ਖਲਾ ਕਰਕੇ ਤੁਸੀਂ ਕਹੋ ਹੀ ਨਾ ਬੋਲਣ ਵਾਸਤੇ। ਨਹੀਂ ਸਰ, ਅਸੀਂ ਰੂਬਰੂ ਕਰਾਵਾਂਗੇ ਤੁਹਾਡੇ ਨਾਲ। ਬਚ ਗਿਆ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ। ਬਹੁਤ ਉਹਨਾਂ ਨੇ ਸੋਹਣੀਆਂ ਗੱਲਾਂ, ਗਹਿਰੀਆਂ ਗੱਲਾਂ ਸਾਡੇ ਬੱਚਿਆਂ ਵਾਸਤੇ, ਸਾਡੇ ਵਾਸਤੇ ਬੜੀਆਂ ਸਾਰੀਆਂ ਇਨਸਾਈਟਸ ਦਿੱਤੀਆਂ ਕਿ ਸਾਨੂੰ ਗੁਰੂ ਨਾਲ ਕਿਵੇਂ ਚੱਲਣਾ ਹੈ, ਕਿਵੇਂ ਉਹਦੇ ਅੰਗ ਸੰਗ ਰਹਿਣਾ ਹੈ। ਔਰ ਜਿਹੜਾ ਉਹਨਾਂ ਨੇ 400 ਸਾਲਾਂ ਦਾ ਸੰਦੇਸ਼ ਦਿੱਤਾ ਹੈ ਉਹ ਆਪਣੇ ਆਪ ਵਿੱਚ ਹੀ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਤੁਰਨਾ ਹੈ। ਭਾਵੇਂ ਤੁਸੀਂ ਜਿਵੇਂ ਮਰਜ਼ੀ ਚਾਹੋ ਜਾਂ ਨਾ ਚਾਹੋ, ਤੁਹਾਨੂੰ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਸਾਨੂੰ ਆਪਣੇ ਮਨ ਦੇ ਅੰਦਰ ਜਿਹੜਾ ਹੈ ਉਹ ਵੜ ਕੇ ਸਾਰਾ ਕੁਝ ਸਾਡੇ ਮਨ 'ਚ ਪਿਆ ਹੈ, ਮਾਨਸਿਕਤਾ ਵਿੱਚ ਪਿਆ ਹੈ, ਉਹਦੇ ਵਿੱਚ ਚੁੱਭੀ ਮਾਰਨ ਦੀ ਜਿਹੜੀ ਸਾਨੂੰ ਲੋੜ ਹੈ। ਮੈਨੂੰ ਆਸ ਹੈ ਡਾਕਟਰ ਸਾਹਿਬ ਤੁਹਾਨੂੰ ਸੁਣਨਾ ਤੇ ਬਹੁਤ ਚਾਹੁੰਦੇ ਸੀ ਅਸੀਂ ਹੋਰ ਵੀ, ਪਰ ਸਮੇਂ ਦੀ ਪਾਬੰਦੀ ਕਰਕੇ ਮੈਂ ਤਾਂ ਇੱਕ ਹੋਰ ਲੈਕਚਰ ਵੀ ਭੇਜਤਾ ਸੀ, ਆਪੇ ਬੋਰ ਹੋਏਗੀ ਫਿਰ ਸੁਣ ਕੇ। ਸਰ ਅਸੀਂ ਰੂਬਰੂ ਪ੍ਰੋਗਰਾਮ ਕਰਾਵਾਂਗੇ ਤਾਂ ਕਿ ਬੱਚੇ ਜਿਹੜੇ ਹੈ ਹੋਰ ਇਨਸਾਈਟਸ ਲੈ ਸਕਣ। ਬੱਚਿਆਂ ਤੋਂ ਸਵਾਲ ਜਿੰਨੇ ਚਿਰ ਕਰਾਉਂਦੇ ਨਹੀਂ ਤੁਹਾਨੂੰ ਸਵਾਲ ਅਸੀਂ ਉਸੇ ਤੁਰਤ ਨਹੀਂ ਲੱਭਦੇ ਨਾ। ਹਾਂਜੀ, ਜਿੰਨਾ ਚਿਰ ਮੈਂ ਇਹ ਨਹੀਂ ਮੰਨਦਾ ਕਿ ਬੱਚੇ ਤੁਹਾਡੇ ਕੋਲ ਸਵਾਲ ਹੈ ਮੇਰੇ ਕੋਲ ਜਵਾਬ ਨਹੀਂ ਹੈ, ਉਹਨਾਂ ਚਿਰ ਬੱਚੇ ਅੰਦਰੋਂ ਕੌਨਫੀਡੈਂਸ ਨਹੀਂ ਜਾਗਣਾ ਜਿਹੜਾ ਅਸੀਂ ਜਗਾਉਣਾ ਚਾਹੁੰਦੇ ਹਾਂ। ਬਿਲਕੁਲ ਸਰ, ਬਹੁਤ 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 ਧੰਨਵਾਦ ਸਰ ਤੁਹਾਡਾ ਕਿ ਤੁਸੀਂ ਸਾਡੇ ਇੰਨੇ ਥੋੜੇ ਟਾਈਮ ਦੇ ਵਿੱਚ ਹੀ ਸਾਡੀ ਬੇਨਤੀ ਸਵੀਕਾਰ ਕੀਤੀ। ਹੁਣ ਸਾਡੇ ਅੱਜ ਦੇ ਜਿਹੜੇ ਮੈਂ ਤੁਹਾਡਾ ਸਾਰਾ ਸੁਣ ਰਿਹਾ, ਮੋਤਾ ਸਿੰਘ ਦਾ ਲੈਕਚਰ ਸੁਣੂਗਾ, ਪਰ ਮੈਂ ਹੁਣ ਆਪਣੇ ਆਪ ਨੂੰ ਥੋੜਾ ਜਿਹਾ ਨਾ ਵਿੱਚੋਂ ਪਾਸੇ ਹਟ ਕੇ ਬਿਸਤਰੇ ਤੇ ਬਹਿ ਜਾ। ਠੀਕ ਹੈ ਸਰ। ਸਾਡੇ ਅੱਜ ਦੇ ਇਸ ਲੜੀ ਦੇ ਪ੍ਰਧਾਨ ਸਰਦਾਰ ਮੋਤਾ ਸਿੰਘ ਜੀ ਸਰਾਏ, ਇਹਨਾਂ ਬਾਰੇ ਮੈਂ ਕਹਿਣਾ ਚਾਹੁੰਦੀ ਹਾਂ ਕਿਤਾਬ ਜਾਂ ਪੁਸਤਕ ਆਪਣੇ ਆਪ ਵਿੱਚ ਇੱਕ ਬਹੁਤ ਖੂਬਸੂਰਤ ਸ਼ਬਦ ਹੈ ਜਿਸ ਦੇ ਅਰਥ ਵੀ ਖਾਸ ਹਨ। ਇਹ ਕਿਤਾਬਾਂ ਹੀ ਹਨ ਜਿਹੜੀਆਂ ਜਿਸ ਦੁਆਰਾ ਅਸੀਂ ਦੁਨੀਆ ਦੀ तमाम ਚੀਜ਼ਾਂ ਨੂੰ ਸਮਝਦੇ ਅਤੇ ਇਲਮ ਹਾਸਲ ਕਰਦੇ ਹਾਂ। ਪੁਸਤਕਾਂ ਪ੍ਰਤੀ ਇਹੋ ਜਿਹੀ ਦੀਵਾਨਗੀ ਦਾ ਜਿਉਂਦਾ ਜਾਗਦਾ ਉਦਾਹਰਣ ਹਨ UK ਦੇ ਸਰਦਾਰ ਮੋਤਾ ਸਿੰਘ ਸਰਾਏ, ਜਿਹੜੇ ਕਿ ਹੁਣ ਤੱਕ 17 ਕਰੋੜ ਕਿਤਾਬਾਂ ਛਪਵਾ ਕੇ ਵੰਡ ਚੁੱਕੇ ਹਨ। ਮਕਸਦ ਸਿਰਫ ਇਹੀ ਹੈ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਆਪਣਾ ਇਤਿਹਾਸ ਟ੍ਰਾਂਸਫਰ ਕਰਨਾ, ਜਿਸ ਦੀ ਗੱਲ ਹੁਣੇ ਡਾਕਟਰ ਬਲਕਾਰ ਸਿੰਘ ਜੀ ਵੀ ਕਰਕੇ ਗਏ ਹਨ। ਉਹਨਾਂ ਅਣਗੌਲੇ ਗੁਮਨਾਮ ਲੇਖਕਾਂ ਨੂੰ ਲੱਭਣਾ ਜਿਨ੍ਹਾਂ ਦੇ ਅਲਫਾਜ਼ ਹਲੇ ਪਾਠਕਾਂ ਤੱਕ ਨਹੀਂ ਪੁੱਜੇ। ਸਾਡੇ ਲਈ ਮਾਣ ਦੀ ਗੱਲ ਹੈ ਕਿ ਕਿਤਾਬਾਂ ਨਾਲ ਬੇਪਨਾਹ ਮੁਹੱਬਤ ਕਰਨ ਵਾਲੇ ਮੋਤਾ ਸਿੰਘ ਜੀ ਸਰਾਏ ਅੱਜ ਸਾਡੇ ਵਿਚਕਾਰ ਮੌਜੂਦ ਹਨ ਅਤੇ ਸਾਡੇ ਅੱਜ ਦੀ ਲੈਕਚਰ ਲੜੀ ਦੀ ਪ੍ਰਧਾਨਗੀ ਕਰ ਰਹੇ ਹਨ। ਮੋਤਾ ਸਿੰਘ ਜੀ, ਆਪ ਗੁਰੂ ਗੋਬਿੰਦ ਸਿੰਘ ਕਾਲਜ ਦੇ ਪਰਿਵਾਰ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਹੈ। ਨਕੋਦਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੇ ਮੋਤਾ ਸਿੰਘ ਸਰਾਏ ਨੇ ਮਾਸਟਰ ਡਿਗਰੀ ਜਲੰਧਰ ਦੇ ਖਾਲਸਾ ਕਾਲਜ ਤੋਂ ਕੀਤੀ
ਬਾਅਦ ਵਿੱਚ ਸਿਟੀ ਆਫ ਲੰਡਨ ਕਾਲਜ ਵਿੱਚ ਉੱਚ ਵਿਦਿਆ ਲਈ ਚਲੇ ਗਏ ਤੇ ਉੱਥੇ ਹੀ ਵਸ ਗਏ। ਪਰ ਦਿਲ ਵਿੱਚ ਇੱਕ ਕਸਕ ਸੀ ਪੰਜਾਬ ਦੇ ਇਤਿਹਾਸ, ਸਾਹਿਤ ਤੇ ਪੁਰਾਤਨ ਸ਼ਾਇਰੀ ਨੂੰ ਜਿੰਦਾ ਰੱਖਣ ਦੀ। ਆਪ ਨੇ 1994 ਵਿੱਚ ਪੰਜਾਬੀ ਸੱਥ ਦੀ ਸ਼ੁਰੂਆਤ ਕੀਤੀ, ਉਹਨਾਂ ਨਾਲ ਜੁੜੇ, ਜਿਸ ਦਾ ਮਿਸ਼ਨ ਸੀ ਪੰਜਾਬੀ ਇਤਿਹਾਸ ਨੂੰ ਪੰਨਿਆਂ ਤੇ ਲਿਆ ਕੇ ਲਿਟਰੇਚਰ ਨੂੰ ਪ੍ਰਮੋਟ ਕਰਨਾ। ਅਸਲ ਵਿੱਚ ਇਹੀ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਸੀ ਜਿਹੜਾ ਇੱਥੋਂ ਸ਼ੁਰੂ ਹੋਇਆ। ਆਪ ਨੇ ਪਾਕਿਸਤਾਨ ਵਿੱਚ ਰਹਿ ਰਹੇ ਪੰਜਾਬੀ ਯਾਨੀ ਲਹਿੰਦਾ ਅਤੇ ਚੜ੍ਹਦਾ ਪੰਜਾਬ ਦੇ ਕਵੀਆਂ ਨਾਲ ਸੰਪਰਕ ਕੀਤਾ। 3 ਪੁਸਤਕਾਂ ਪ੍ਰਕਾਸ਼ਿਤ ਕੀਤੀਆਂ, ਜਿਨ੍ਹਾਂ ਵਿੱਚ 50 ਕਵੀ ਪਾਕਿਸਤਾਨ ਤੇ ਭਾਰਤੀ ਪੰਜਾਬ ਦੇ ਤਲਾਸ਼ੇ ਗਏ। ਉਹਨਾਂ ਦੀਆਂ ਕਵਿਤਾਵਾਂ ਛਪਵਾਈਆਂ ਗਈਆਂ। ਮੋਤਾ ਸਿੰਘ ਜੀ ਨੇ ਯੂਰਪ ਵਿੱਚ ਬਸੇ ਪੰਜਾਬੀ ਸਾਹਿਤਕਾਰ ਲੇਖਕਾਂ ਨੂੰ ਜੋੜ ਕੇ ਇੱਕ ਲੰਮਾ ਚੌੜਾ ਕਾਫਲਾ ਤਿਆਰ ਕੀਤਾ। ਪੂਰੇ ਵਿਸ਼ਵ ਵਿੱਚ ਯੂਰੋਪੀਅਨ ਸੱਥ ਦੀਆਂ 43 ਯੂਨਿਟਾਂ ਸਥਾਪਿਤ ਕੀਤੀਆਂ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਗੁਰੂ ਸਾਹਿਬ ਤੇ ਲਿਖੀਆਂ 15,000 ਕਿਤਾਬਾਂ ਛਪਵਾ ਕੇ ਸੁਲਤਾਨਪੁਰ ਲੋਧੀ ਵਿਖੇ ਵੰਡੀਆਂ। ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਹੁਣ ਮੈਂ ਗੁਜ਼ਾਰਿਸ਼ ਕਰਦੀ ਹਾਂ, ਇਹੋ ਜਿਹੀ ਬਹੁਪਰਤੀ ਅਦਬੀ ਹਸਤੀ ਆਉਣ ਤੇ ਆਪਣੇ ਆਲੇ ਦੁਆਲੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਕਿਹੋ ਜਿਹੀਆਂ ਲਿਆ ਜਾ ਰਿਹਾ ਜਾਂ ਕਿਹੋ ਜਿਹੀਆਂ ਤਿਆਰੀਆਂ ਹੋ ਰਹੀਆਂ ਪੂਰੇ ਵਿਸ਼ਵ ਵਿੱਚ, ਅੱਜ ਉਹ ਜ਼ਰੂਰ ਸਾਡੇ ਨਾਲ ਤੇ ਸਾਡੇ ਵਿਦਿਆਰਥੀਆਂ ਨਾਲ ਸਾਂਝਾ ਕਰਨ। ਸਰਦਾਰ ਮੋਤਾ ਸਿੰਘ ਜੀ ਸਰਾਏ। ਬਹੁਤ ਬਹੁਤ ਧੰਨਵਾਦ ਮੈਡਮ ਮਨਜੀਤ ਕੌਰ ਜੀ, ਤੁਹਾਨੂੰ ਡਾਕਟਰ ਜਤਿੰਦਰ ਵੀਰ ਸਿੰਘ ਜੀ ਹੋਰਾਂ ਨੂੰ, ਡਾਕਟਰ ਬਲਕਾਰ ਸਿੰਘ ਹੋਰਾਂ ਨੂੰ, ਤੇ ਤੁਹਾਡੀ ਇਹ ਸੰਸਥਾ ਮੇਰੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਂ ਦੇ ਉੱਤੇ ਹੈ। ਤੇ ਜਿਹੜੇ ਵੀ ਉਹਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ, ਵਿਦਿਆਰਥੀ ਤੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਪ੍ਰਾਣੀ, ਮੇਰੇ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦੇਵਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਉਤਸਵ ਦੇ ਨਾਲ ਸੰਬੰਧਿਤ ਤੁਸੀਂ ਜਿਹੜੀ ਇਹ ਲੜੀ ਤੋਰੀ ਹੋਈ ਹੈ। ਮੇਰਾ ਖਿਆਲ ਹੈ ਕਿ ਇਹ ਵਿਦਿਆਰਥੀਆਂ ਵਾਸਤੇ, ਸਾਡੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਕੰਮ ਕਰੇਗੀ। ਗੱਲਾਂ ਬਾਤਾਂ ਮੈਂ ਬਹੁਤ ਕਰ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਵਿੱਚ। ਮੈਂ ਕੁਝ ਪ੍ਰੋਗਰਾਮ ਪਹਿਲਾਂ ਵੀ ਅਟੈਂਡ ਕੀਤੇ ਤੇ ਇਸ ਦੇਸ਼ ਦੇ ਵਿੱਚ, ਜਿਹੜਾ ਆਪਣੇ ਵਤਨ ਦੀ ਮਿੱਟੀ ਤੋਂ ਮੈਂ ਹਜ਼ਾਰਾਂ ਮੀਲ ਦੂਰ ਰਹਿ ਰਿਹਾ ਯੂਕੇ ਦੇ ਵਿੱਚ, ਇੱਥੋਂ ਦੇ ਗੁਰੂ ਘਰਾਂ ਤੇ ਸੰਸਥਾਵਾਂ ਨੇ ਵੀ ਗੁਰੂ ਪਾਤਸ਼ਾਹ ਦੀ ਸਿਫਤ ਸਲਾਹ ਦੇ ਵਿੱਚ 400 ਸਾਲਾ ਪ੍ਰਕਾਸ਼ ਉਤਸਵ ਦੇ ਸੰਬੰਧ ਦੇ ਵਿੱਚ ਇਹ ਸੈਂਕੜੇ ਪ੍ਰੋਗਰਾਮ ਜਿਹੜੇ ਉਲੀਕੇ ਹੋਏ ਆ। ਤੇ ਬਹੁਤ ਮੇਰਾ ਮੈਨੂੰ ਵੀ ਸਬੱਬ ਬਣਦਾ ਕਿ ਗੁਰੂ ਪਾਤਸ਼ਾਹ ਨੂੰ ਉਸ ਸਥਾਨ ਦੇ ਉੱਤੇ ਜਾ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਾਂ। ਗੁਰੂ ਸਾਹਿਬ ਨੇ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕਿਉਂਕਿ ਭਾਈ ਸਾਹਿਬ ਨੇ ਬੜੀ ਪਿਆਰੀ ਆਵਾਜ਼ ਦੇ ਵਿੱਚ ਇੱਕ ਸ਼ਬਦ ਦੀ ਜਿਹੜੀ ਸਾਂਝ ਪਾਈ ਆਪਣੇ ਸਾਰਿਆਂ ਦੇ ਨਾਲ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਜਿਹੜਾ ਲਿਖਿਆ ਗਿਆ ਸ਼ਬਦ ਸਾਨੂੰ ਮਿਲਦਾ ਹੈ। ਮੈਂ ਸਿਰਫ ਉੱਥੋਂ ਗੱਲ ਸ਼ੁਰੂ ਕਰਕੇ, ਕਿਉਂਕਿ ਡਾਕਟਰ ਬਲਕਾਰ ਸਿੰਘ ਹੁਣੀ ਕੁੱਜੇ 'ਚ ਸਮੁੰਦਰ ਬੰਦ ਕਰ ਗਿਆ। ਜੇਕਰ ਮੈਂ ਉੱਧਰਲੀਆਂ ਗੱਲਾਂ ਬਾਤਾਂ ਕਰਾਂਗਾ ਤਾਂ ਸ਼ਾਇਦ ਜਾਂ ਰੈਪੀਟੀਸ਼ਨ ਹੋਏਗੀ ਜਾਂ ਉਹਨਾਂ ਦੀਆਂ ਗੱਲਾਂ ਦੇ ਮੁਕਾਬਲੇ ਜਿਹੜਾ ਪੱਧਰ ਥੋੜਾ ਜਿਹਾ ਨੀਵਾਂ ਹੋਏਗਾ। ਤੇ ਮੈਂ ਸਮੇਂ ਤੋਂ ਵੀ ਵਾਕਫ ਹਾਂ, ਇਹ ਤੁਹਾਡੇ ਵਿਦਿਆਰਥੀ ਜਿਹੜੇ ਆ ਉਹ ਸ਼ਾਇਦ ਇੰਨਾ ਸਮਾਂ ਬੈਠ ਕੇ ਗੱਲਾਂ ਨਾ ਸੁਣ ਸਕਣ, ਕਿਉਂਕਿ ਆਮ ਕਰਕੇ ਹਿਊਮਨ ਸਾਈਕੋਲੋਜੀ ਇਹ ਗੱਲ ਕਹਿੰਦੀ ਹੈ ਕਿ 30-35 ਮਿੰਟ ਤੱਕ ਹੀ ਬੰਦਾ ਚੰਗੀ ਗੱਲ ਸੁਣ ਸਕਦਾ ਹੈ। ਉਸ ਤੋਂ ਬਾਅਦ ਜਿਹੜਾ ਦਿਮਾਗ ਆ ਉਹ ਜਵਾਬ ਦੇਣਾ ਸ਼ੁਰੂ ਕਰ ਦਿੰਦਾ। ਪਰ ਇੱਕ ਗੱਲ ਮੈਂ ਜ਼ਰੂਰ ਦੱਸ ਦੇਵਾਂ ਬੀਬੀਆਂ ਰਾਣੀਆਂ, ਕਿਉਂਕਿ ਧਰਮ ਕਰਮ ਦੀਆਂ ਗੱਲਾਂ ਕਰਨ ਦੇ ਵਿੱਚ ਤੁਸੀਂ ਆਪਣੀ ਬੋਲੀ, ਵਿਰਾਸਤ, ਸੱਭਿਆਚਾਰ ਜਾਂ ਪੁਰਖਿਆਂ ਦੀਆਂ ਜਿਹੜੀਆਂ ਸਿਹਤਮੰਦ ਸਮਾਜਿਕ ਕਦਰਾਂ ਕੀਮਤਾਂ ਵਾਲੇ ਪ੍ਰਾਣੀਆਂ ਨੂੰ ਸੱਦ ਕੇ ਜਿਹੜਾ ਅਹਿਸਾਨ ਮੇਰੇ ਉੱਤੇ ਕੀਤਾ, ਮੈਂ ਜ਼ਿੰਦਗੀ ਦੇ ਆਖਰੀ ਸਾਹ ਤੱਕ ਉਸ ਅਹਿਸਾਨ ਨੂੰ ਭੁਲਾਵਾਂਗਾ ਨਹੀਂ। ਕਿਉਂਕਿ ਗੱਲ ਕੀ ਹੈ, ਜਿੱਥੇ ਧਰਮ ਕਰਮ ਦੀ ਗੱਲ ਹੋਵੇ ਉੱਥੇ ਅਸੀਂ ਅਕਸਰ, ਜਿਸ ਤਰ੍ਹਾਂ ਡਾਕਟਰ ਬਲਕਾਰ ਸਿੰਘ ਹੁਣੀ ਵੀ ਇਸ਼ਾਰਾ ਕੀਤਾ ਕਿ ਜਿਹੜੇ ਪ੍ਰਾਣੀ ਦੇ ਨਾਲ ਸੰਤ ਸ਼ਬਦ ਲੱਗਾ ਹੋਵੇ ਸਾਡੀ
ਆਸਥਾ ਇਸ ਗੱਲ ਦੇ ਨਾਲ ਜੁੜੀ ਹੋਈ ਹੁੰਦੀ ਹੈ ਕਿ ਉਸ ਪ੍ਰਾਣੀ ਨੂੰ ਲਿਜਾ ਕੇ ਉਸ ਰਹਿਵਰ ਦੀਆਂ ਗੱਲਾਂ ਜਿਹੜੀਆਂ ਇਹ ਸੰਗਤਾਂ ਨੂੰ ਉਹਦੀ ਜ਼ੁਬਾਨ ਦੇ ਰਾਹੀਂ ਹੀ ਸੁਣਾਈਆਂ ਜਾਣ। ਇੱਕ ਗੱਲ ਮੈਂ ਹੋਰ ਕਰਦਾ ਗੱਲ ਕਰਨ ਤੋਂ ਪਹਿਲਾਂ, ਕਿਉਂਕਿ 2-3 ਗੱਲਾਂ ਮੇਰੇ ਮਨ ਦੇ ਵਿੱਚ ਹੈ, ਮੈਂ ਸਿਰਫ ਭੂਮਿਕਾ ਹੀ ਬਣ ਰਿਹਾ। ਪਹਿਲਾਂ ਇਹ ਮੇਰੀਆਂ ਕੀਤੀਆਂ ਹੋਈਆਂ ਗੱਲਾਂ ਇਹ ਬਹੁਤਾ ਲੰਮਾ ਸਮਾਂ ਨਾ ਤੁਹਾਨੂੰ ਉਹਨਾਂ ਵਿਦਿਆਰਥੀਆਂ ਨੂੰ ਕਿਸੇ ਨੂੰ ਚੇਤਾ ਨਹੀਂ ਰਹਿਣੀਆਂ, ਕਿਉਂਕਿ ਹਿਊਮਨ ਸਾਡੀ ਪ੍ਰਵਿਰਤੀ ਆ ਕੁਝ ਸਮਾਂ ਕਿਸੇ ਵੀ ਪ੍ਰਾਣੀ ਦੀਆਂ ਕੀਤੀਆਂ ਹੋਈਆਂ ਗੱਲਾਂ ਨੂੰ ਅਸੀਂ ਚੇਤੇ ਰੱਖਦੇ ਹਾਂ, ਪਰ ਸੰਸਾਰ ਦੇ ਲੋਕ ਕਿਸੇ ਪ੍ਰਾਣੀ ਦੁਆਰਾ ਕੀਤੇ ਹੋਏ ਕੰਮ ਨੂੰ ਬੜਾ ਲੰਮਾ ਸਮਾਂ ਆਪਣੀ ਹਿੱਕ ਦੇ ਨਾਲ, ਆਪਣੀ ਰੂਹ ਦੇ ਨਾਲ ਲਾ ਕੇ ਇਹ ਰੱਖਦੇ ਨੇ। ਤੇ ਜੇਕਰ ਸੰਸਾਰ ਦੇ ਲੋਕ, ਮੈਂ ਮਹਿਸੂਸ ਕਰਦਾ ਕਿ ਮੈਨੂੰ ਮੇਰੀਆਂ ਗੱਲਾਂ ਦਾ ਕਰਕੇ ਯਾਦ ਨਾ ਰੱਖਣ, ਮੇਰੀ ਆਪਣੀ ਮਾਂ ਬੋਲੀ ਵਾਸਤੇ, ਆਪਣੀ ਵਿਰਾਸਤ ਸੱਭਿਆਚਾਰ ਵਾਸਤੇ ਪਾਏ ਹੋਏ ਛੋਟੇ ਮੋਟੇ ਯੋਗਦਾਨ ਵਾਸਤੇ ਜੇਕਰ ਯਾਦ ਰੱਖਣ, ਤਾਂ ਮੈਂ ਸਮਝਾਂਗਾ ਕਿ ਵਿਦੇਸ਼ ਦੀ ਧਰਤੀ ਉੱਤੇ ਆਪਣੇ ਵਤਨ ਦੀ ਮਿੱਟੀ ਤੋਂ ਹਜ਼ਾਰਾਂ ਮੀਲ ਦੂਰ ਬੈਠਿਆ ਮੇਰੀ ਜਿਹੜੀ ਘਾਲਣਾ ਉਹ ਥਾਂ ਇਹ ਪੈ ਗਈ ਆ। ਇਸ ਦੇਸ਼ ਦੇ ਵਿੱਚ ਮੈਂ ਜਦੋਂ ਆਇਆ ਸੀ 1986 ਦੇ ਵਿੱਚ, ਬਹੁਤ ਛੋਟੀ ਉਮਰ ਸੀ। ਮੈਂ ਇੱਕ ਛੋਟੀ ਜਿਹੀ ਗੱਲ ਦੱਸ ਦੇਵਾਂ ਤੇ ਉਸ ਤੋਂ ਗੱਲ ਕਰਕੇ ਫਿਰ ਬਾਅਦ ਵਿੱਚ ਮੈਂ ਗੁਰੂ ਪਾਤਸ਼ਾਹ ਬਾਰੇ ਇੱਕ ਗੱਲ ਤੁਹਾਡੇ ਬੱਚਿਆਂ ਨਾਲ ਮੈਂ ਕਰਨੀ ਚਾਹਾਂਗਾ ਸਿੱਧੀ। ਤੇ ਕਿਤੇ ਜਦੋਂ ਪੰਜਾਬ ਆਉਣ ਦਾ ਸਬੱਬ ਬਣਿਆ ਤੇ ਉਹਨਾਂ ਦਿਨਾਂ ਦੇ ਵਿੱਚ ਮੈਂ ਦਿੱਲੀ ਫੇਰੀ ਦੇ ਦੌਰਾਨ ਤੁਹਾਡੇ ਕਾਲਜ ਦੇ ਐਜ਼ ਅ ਵਿਜ਼ਿਟਿੰਗ ਪ੍ਰੋਫੈਸਰ, ਜੇਕਰ ਤੁਸੀਂ ਇੱਕ ਤੋਂ ਵੱਧ ਦਾ ਵੀ ਕੋਈ ਲੈਕਚਰ ਅਰੇਂਜ ਕਰਨਾ ਹੋਵੇ ਤੇ ਮੈਨੂੰ ਖੁਸ਼ੀ ਹੋਏਗੀ ਤੁਹਾਡੇ ਬੱਚਿਆਂ ਦੇ ਰੂਬਰੂ ਹੋਣ ਦੇ ਵਾਸਤੇ ਤੇ ਕੁਝ ਜ਼ਿੰਦਗੀ ਦੇ ਆਪਣੇ ਜਿਹੜੇ ਐਕਸਪੀਰੀਅੰਸਿਸ ਆ। ਇਹ ਗੱਲ ਮੈਂ ਥੋੜੀ ਜਿਹੀ ਦਰੁਸਤ ਕਰਨੀ ਚਾਹੁੰਦਾ, ਤੁਸੀਂ ਬੜੀ ਕਮਾਲ ਦੀ ਜਾਣਕਾਰੀ ਦਿੱਤੀ, ਪਤਾ ਨਹੀਂ ਕਿੱਥੋਂ ਲੱਭ ਲਈ। ਜਿਹੜੀ ਅਸਲ ਵਿੱਚ ਗੁਰੂ ਪਾਤਸ਼ਾਹ ਦੇ, ਗੁਰੂ ਨਾਨਕ ਪਾਤਸ਼ਾਹ ਦੀ ਮੈਂ ਗੱਲ ਕਰਦਾ, ਜਦੋਂ 550ਵਾਂ ਅਵਤਾਰ ਪੁਰਬ ਸੁਲਤਾਨਪੁਰ ਲੋਧੀ ਦੀ ਧਰਤੀ ਉੱਤੇ ਮਨਾਇਆ, ਸੰਸਾਰ ਨਾਨਕ ਲੇਵਾ ਸੰਗਤਾਂ ਨੇ ਸਮੁੱਚੇ ਸੰਸਾਰ ਦੇ ਵਿੱਚ ਮਨਾਇਆ। ਤੇ ਉਹਦੇ ਵਿੱਚ ਅਸੀਂ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ 3 ਕਿਤਾਬਾਂ ਜਿਹੜੀਆਂ ਸੀ, ਹਿੰਦੀ ਤੇ ਪੰਜਾਬੀ ਦੀ ਉਸ ਕਿਤਾਬ ਦਾ ਨਾਮ ਸੀ ਜਗਤ ਗੁਰ ਬਾਬਾ, ਤੇ ਜਿਹੜੀ ਅੰਗਰੇਜ਼ੀ ਉਹਦਾ ਇੰਗਲਿਸ਼ ਜਿਹੜਾ ਵਰਜਨ ਸੀ ਉਸ ਕਿਤਾਬ ਦਾ ਗੁਰੂ ਨਾਨਕ ਦਾ ਡਿਵਾਈਨ ਮਾਸਟਰ ਆਫ ਯੂਨੀਵਰਸ। ਉਹ ਕਿਤਾਬ 1,25,000 ਉਸ ਪ੍ਰੋਗਰਾਮ ਦੇ ਉੱਤੇ ਵੰਡੀ ਗਈ ਸੀ। ਨਾਲ ਇੱਕ ਨਾਨਕਤਾ ਨਾਂ ਦੀ ਕਵਿਤਾਵਾਂ ਦੀ ਕਿਤਾਬ ਵੀ ਸੀ। ਮੈਂ ਕਿਹਾ ਥੋੜਾ ਜਿਹਾ ਫੈਕਟ ਜਿਹੜਾ ਉਹ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਹ ਤੁਹਾਨੂੰ ਲੱਗੇ, ਕਿਉਂਕਿ ਆਮ ਕਰਕੇ ਇਹ ਗੱਲ ਕਹੀ ਜਾਂਦੀ ਹੈ ਕਿ ਧਾਰਮਿਕ ਸਾਡੇ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਸਾਹਿਤ ਨੂੰ ਵੰਡਣਾ ਜਿਹੜਾ ਉਹ ਪਿਰਤ ਨਹੀਂ। ਤੇ ਅਸੀਂ ਸੱਤ ਵੱਲੋਂ ਵਿਦੇਸ਼ਾਂ ਦੀ ਧਰਤੀ ਉੱਤੇ ਬੈਠੇ ਵੀ ਇਹ ਯਤਨ ਕਰ ਰਹੇ ਛੋਟਾ ਜਿਹਾ ਕਿ ਇੱਕ ਬੁੱਕ ਕਲਚਰ ਕ੍ਰੀਏਟ ਕੀਤਾ ਜਾਏ ਥਰੂ ਆਊਟ ਦ ਵਰਲਡ, ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਦੇ ਪੁਰਖਿਆਂ ਦੀ ਸੱਚੀ ਸੁੱਚੀ ਵਿਰਾਸਤ ਤੇ ਬੋਲੀ ਦੇ ਨਾਲ ਜੁੜੀਆਂ ਰਹਿਣ। ਜਦੋਂ ਮੈਂ ਇਸ ਦੇਸ਼ ਦੇ ਵਿੱਚ ਆਇਆ ਮੈਡਮ, ਤੇ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਦੱਸਣੀ ਚਾਹਾਂਗਾ। ਮੇਰੀ ਟ੍ਰੇਨਿੰਗ ਦੇ ਦੌਰਾਨ ਜਦੋਂ ਮੋਟੀਵੇਸ਼ਨ ਲੈਕਚਰਰ ਜਿਹੜੀ ਆਈ ਸਾਡੇ, ਤੇ ਉਹਨਾਂ ਨੇ ਸਾਡੇ ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਟ੍ਰੇਨਿੰਗ ਦੇਣ ਦੇ ਦੌਰਾਨ, ਮੇਰੀ ਉਹਨਾਂ ਦਿਨਾਂ ਦੇ ਵਿੱਚ ਉਮਰ 25-26 ਸਾਲ ਦੀ ਹੋਏਗੀ ਤੇ ਉਹਦੀ ਉਮਰ ਵੀ ਉਦੋਂ ਵੱਡੀ ਨਾ ਸੀ ਜਿਹੜੀ ਸਾਨੂੰ ਲੈਕਚਰ ਦੇਣ ਆਈ ਸੀ। ਉਹਨੇ ਚੌਕ ਚੱਕਿਆ ਤੇ ਬਲੈਕ ਬੋਰਡ ਦੇ ਉੱਤੇ ਇੱਕ ਲਾਈਨ ਲਿਖ ਕੇ ਸਾਡੇ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਹ ਗੱਲ ਦੱਸਣੀ ਸ਼ੁਰੂ ਕੀਤੀ ਕਿ ਮੈਂ ਆਪ ਲੈਕਚਰ ਫੇਰ ਦੇਣਾ ਜਿੰਨੀ ਦੇ, ਜਦੋਂ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਮੈਨੂੰ ਇੱਕ ਜਵਾਬ ਮਿਲ ਗਿਆ ਮੇਰੇ ਇਸ ਸਵਾਲ ਦਾ। ਤੇ ਉਹਦਾ ਸਵਾਲ ਸੀ ਕਿ what makes a person special? ਉਹ ਕਿਹੜਾ ਗੁਣ ਆ, ਉਹ ਕਿਹੜੀ ਗੱਲ ਆ ਜਿਹੜੀ ਸੰਸਾਰ ਦੇ ਕਿਸੇ ਪ੍ਰਾਣੀ ਨੂੰ ਆਮ ਤੋਂ ਖਾਸ ਬਣਾ ਦਿੰਦੀ ਆ। what makes a person special? ਉਹਨੇ ਬ੍ਰੈਕ ਉੱਤੇ ਚੌਕ ਦੇ ਵਿੱਚ ਲਿਖ ਕੇ ਤੇ ਕੱਲੇ ਪ੍ਰਾਣੀ ਤੋਂ ਅਸੀਂ 30-32 ਫਾਈਨੈਂਸ਼ੀਅਲ ਐਡਵਾਈਜ਼ਰ ਦੀ ਟ੍ਰੇਨਿੰਗ ਉੱਤੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਬੈਠੇ ਆਪੋ ਆਪਣਾ ਗੱਲ ਦੱਸਦੇ ਗਏ। ਤੇ ਬਾਅਦ ਵਿੱਚ ਜਦੋਂ ਉਹਨੇ ਪੁੱਛਿਆ ਵੀ ਕੋਈ ਇੱਕ ਪ੍ਰਾਣੀ ਹੱਥ ਖੜਾ ਕਰੇ, ਹੁਣ ਮੈਨੂੰ ਕੋਈ ਵੀ ਜਿਹੜਾ ਵਿਦਿਆਰਥੀ ਸਟੂਡੈਂਟ ਹੈ ਜਿਹੜਾ ਟ੍ਰੇਨਰ ਆ, ਵੀ ਮੇਰੇ ਕੋਲ ਆਹ ਗੱਲ ਕਰਨੀ ਬੜੀ ਔਖੀ ਆ, ਮੈਂ ਇਹ ਜ਼ਿੰਦਗੀ ਵਿੱਚ ਗੱਲ ਨਹੀਂ ਕਰ ਸਕਦਾ, ਤੇ ਉਹਦੇ ਉੱਤੇ ਮੈਂ ਲੈਕਚਰ ਤੁਹਾਨੂੰ ਦਿਆਂਗੀ ਤੇ ਉਹਦੇ ਬਾਰੇ ਮੈਂ ਫਿਰ ਬੱਚਿਆਂ ਨੂੰ ਸਮਝਾਉਣ ਦਾ ਯਤਨ ਕਰਾਂਗੇ। ਤੇ ਤੁਸੀਂ ਯਕੀਨ ਕਰਿਓ ਕਿਸੇ ਇੱਕ ਵੀ ਪ੍ਰਾਣੀ ਨੇ ਹੱਥ ਨਹੀਂ ਖੜਾ ਕੀਤਾ ਤੇ ਉਹ ਮੈਡਮ ਜਿਹੜੀ ਆ ਡਸਟਰ ਤੇ ਚੌਕ ਜਿਹੜਾ ਉਹਦੇ ਹੱਥ ਦੇ ਵਿੱਚ ਫੜਿਆ ਹੋਇਆ ਸੀ ਟੇਬਲ ਦੇ ਉੱਤੇ ਠਾਹ ਕਰਕੇ ਮਾਰ ਕੇ ਦਰਵਾਜ਼ੇ ਖੁੱਲ ਗਈ, ਬਾਹਰ ਜਾਣ ਲੱਗੀ। ਇੱਕ ਸ਼ਬਦ ਉਹਨੂੰ ਬੋਲਿਆ ਕਿ ਜ਼ਿੰਦਗੀ ਵਿੱਚ ਜੇਕਰ ਤੁਸੀਂ ਇਹ ਸਾਰੀਆਂ ਗੱਲਾਂ ਕਰ ਸਕਦੇ ਹੋ ਤੇ ਤੁਹਾਨੂੰ ਫਿਰ ਸਪੈਸ਼ਲ ਹੋਣ ਤੋਂ ਸੰਸਾਰ ਦੇ ਵਿੱਚ ਕਿਹੜਾ ਪ੍ਰਾਣੀ ਰੋਕ ਸਕਦਾ ਹੈ। ਤੇ ਮੈਨੂੰ ਕਈ ਵਾਰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਅਸੀਂ ਗੱਲਾਂ ਕਰਨ ਵਾਲੇ ਪ੍ਰਾਣੀ ਜਿਹੜੇ ਗੱਲਾਂ ਕਰਦੇ ਹਾਂ, ਕਈ ਵਾਰੀ ਉੱਚੀਆਂ ਸੁੱਚੀਆਂ ਇੰਨੀਆਂ ਪਾਕ ਪਵਿੱਤਰ ਗੱਲਾਂ ਬਾਤਾਂ ਹੋ ਜਾਂਦੀਆਂ ਕਿ ਵਿਦਿਆਰਥੀਆਂ ਨੂੰ ਇਹ ਗੱਲ ਉਹਨਾਂ ਦੇ ਅੰਦਰ ਹੁੰਦੀ ਆ ਵੀ ਸ਼ਾਇਦ ਅਸੀਂ ਇਹ ਗੱਲ ਜ਼ਿੰਦਗੀ ਵਿੱਚ ਨਾ ਕਰ ਸਕਦੇ ਹੋਈਏ। ਬੱਚੇ ਨੂੰ ਉਹਨਾਂ ਦੇ ਪੁਰਖਿਆਂ ਦੀ ਬੋਲੀ, ਵਿਰਾਸਤ ਤੇ ਸੱਭਿਆਚਾਰ। ਡਾਕਟਰ ਜਤਿੰਦਰਵੀਰ ਸਿੰਘ ਜੀ, ਮੈਂ ਤੁਹਾਨੂੰ ਸਵਾਲ ਕਰਦਾ ਕਿਉਂਕਿ ਤੁਸੀਂ ਪ੍ਰਿੰਸੀਪਲ ਹੋ ਇਸ ਸੰਸਥਾ ਦੇ, ਤੇ ਉਹਨਾਂ ਦੇ ਪੁਰਖਿਆਂ ਦੀਆਂ ਜਿਹੜੀਆਂ ਮੈਂ ਤਿੰਨੇ ਗੱਲਾਂ ਕੀਤੀਆਂ, ਬੋਲੀ, ਵਿਰਾਸਤ ਤੇ ਸੱਭਿਆਚਾਰ ਬਾਰੇ, ਇਹ ਕਿੱਥੋਂ ਗਿਆਨ ਹੋਵੇ, ਕੌਣ ਦੱਸੇ? ਪਹਿਲੀ ਗੱਲ ਹੈ ਵੀ ਉਸ ਦੇਸ਼ ਦਾ ਜਿਹੜਾ ਨੈਸ਼ਨਲ ਕਰਿਕੂਲਮ ਆ ਉਸ ਬੱਚੇ ਦੇ ਸਿਲੇਬਸ ਦਾ ਹਿੱਸਾ ਬਣੇ।
ਬੱਚੇ ਨੂੰ ਸਿਲੇਬਸ ਦੇ ਦੌਰਾਨ, ਪੜ੍ਹਾਈ ਦੇ ਦੌਰਾਨ ਪਹਿਲੀ ਕਲਾਸ ਤੋਂ ਲੈ ਕੇ ਮਾਸਟਰ ਤੱਕ ਜੇ ਜਾਂਦਾ ਤੇ ਉਹਨੂੰ ਇਹਨਾਂ ਸਾਰੀਆਂ ਗੱਲਾਂ ਬਾਰੇ ਦੱਸਿਆ ਜਾਵੇ, ਪੜ੍ਹਾਇਆ ਜਾਵੇ। ਜੇਕਰ ਉਸ ਦੇਸ਼ ਦੀ ਸਰਕਾਰ ਉਸ ਬੱਚੇ ਨੂੰ ਉਹਦੇ ਪੁਰਖਿਆਂ ਦੀ ਵਿਰਾਸਤ ਬਾਰੇ, ਬੋਲੀ ਬਾਰੇ, ਸੱਭਿਆਚਾਰ ਬਾਰੇ, ਇਤਿਹਾਸ ਬਾਰੇ ਨਹੀਂ ਕੁਝ ਪੜ੍ਹਾਉਣਾ ਚਾਹੁੰਦੀ ਜਾਂ ਨਹੀਂ ਨੈਸ਼ਨਲ ਕਰਿਕੂਲਮ ਦਾ ਹਿੱਸਾ ਨਹੀਂ ਬਣਾ ਸਕਦੀ, ਜਾਂ ਅਸੀਂ ਵਿਦੇਸ਼ਾਂ ਦੀ ਧਰਤੀ ਉੱਤੇ ਰਹਿੰਦੇ ਹਾਂ, ਸਾਡਾ ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਉੱਤੇ ਕੋਈ ਕੰਟਰੋਲ ਨਹੀਂ, ਕਿਉਂਕਿ ਸਾਡੀ ਜਿਹੜੀਆਂ ਵੋਟਾਂ ਆ ਉਹ ਤਾਂ ਬਹੁਤ ਮਾਈਨੋਰਟੀ ਨਿਕੂਲਸ ਫਾਰਮ ਦੇ ਵਿੱਚ ਆ, ਬਹੁਤ ਘੱਟ ਗਿਣਤੀ ਦੇ ਵਿੱਚ ਵੋਟ ਆ। ਅਸੀਂ ਉੱਥੋਂ ਦੇ ਸਿਸਟਮ ਨੂੰ ਸ਼ਾਇਦ ਉਹਨਾਂ ਜ਼ਿਆਦਾ ਪ੍ਰਭਾਵਿਤ ਨਾ ਕਰ ਸਕਦੇ ਹੋਈਏ, ਤੇ ਫਿਰ ਉਹ ਬੱਚੇ ਨੂੰ ਕੌਣ ਦੱਸੇ। ਉਸ ਤੋਂ ਬਾਅਦ ਆਉਂਦੀ ਆ ਕੋਈ ਸੰਸਥਾ ਮੈਦਾਨ ਦੇ ਵਿੱਚ ਆਵੇ, ਤੁਹਾਡੇ ਵਰਗੀ ਵੀ ਕੋਈ ਸੰਸਥਾ ਮੈਦਾਨ ਦੇ ਵਿੱਚ ਆ ਸਕਦੀ ਆ, ਕੋਈ ਸਾਹਿਤਕ, ਕੋਈ ਸੱਭਿਆਚਾਰਕ, ਜਿਹੜੀ ਵੀ ਸੰਸਥਾ ਬੱਚਿਆਂ ਦੇ ਬਾਰੇ ਸੋਚਦੀ ਹੋਵੇ, ਉਹ ਮੈਦਾਨ ਦੇ ਵਿੱਚ ਆਵੇ, ਉਹ ਆਪਣੀ ਜ਼ਿੰਮੇਵਾਰੀ ਜਿਹੜੀ ਆ ਇਹ ਲਵੇ ਆਪਣੇ ਮੋਢਿਆਂ ਦੇ ਉੱਤੇ, ਇਸ ਗੱਲ ਦਾ ਤਹੱਈਆ ਕਰੇ ਕਿ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਪੁਰਖਿਆਂ ਦੀ ਬੋਲੀ, ਵਿਰਾਸਤ ਤੇ ਸੱਭਿਆਚਾਰ ਬਾਰੇ ਅਸੀਂ ਪੜ੍ਹਾਵਾਂਗੇ, ਅਸੀਂ ਦੱਸਾਂਗੇ। ਜੇਕਰ ਹੁਣ ਕੋਈ ਦੌਰ ਇਦਾਂ ਦਾ ਆ ਜਾ ਮੈਡਮ, ਕੋਈ ਸੰਸਥਾ ਵੀ ਮੈਦਾਨ ਦੇ ਵਿੱਚ ਨਹੀਂ ਆਉਂਦੀ ਤੇ ਬੱਚੇ ਉਸ ਦੌਰ ਦੇ ਵਿੱਚ, ਇਸ ਸੰਸਾਰ ਦੇ ਵਿੱਚ ਵਿਚਰ ਰਹੇ ਆ, ਤੇ ਫਿਰ ਬੱਚਿਆਂ ਨੂੰ ਕੌਣ ਦੱਸੇ। ਸਰਕਾਰ ਨੇ ਸਿਲੇਬਸ ਨਹੀਂ ਬਣਾਇਆ, ਸੰਸਥਾ ਕੋਈ ਮੈਦਾਨ ਦੇ ਵਿੱਚ ਨਹੀਂ ਆਈ, ਤੇ ਫਿਰ ਇੱਕੋ ਇੱਕ ਆਸ ਦੀ ਕਿਰਨ ਬੱਚਿਆਂ ਵਾਸਤੇ ਰਹਿ ਜਾਂਦੀ ਹੈ ਕਿ ਉਹਨਾਂ ਦੇ ਬੱਚਿਆਂ ਦਾ ਆਪਣਾ ਜਿਹੜਾ ਪਰਿਵਾਰ ਆ, ਮਾਤਾ ਪਿਤਾ, ਚਾਚੇ ਤਾਏ, ਮਾਮੇ ਭੂਆ, ਮਾਸੀਆਂ, ਨਾਨੇ ਨਾਨੀਆਂ, ਦਾਦੇ ਦਾਦੀਆਂ, ਉਹ ਮੈਦਾਨ ਦੇ ਵਿੱਚ ਆਉਣ ਤੇ ਬੱਚਿਆਂ ਨੂੰ ਉਹਨਾਂ ਦੇ ਪੁਰਖਿਆਂ ਦੀਆਂ ਜਿਹੜੀਆਂ ਮੈਂ ਸਾਰੀਆਂ ਗੱਲਾਂ ਕਹੀਆਂ, ਬੋਲੀ, ਵਿਰਾਸਤ ਤੇ ਸੱਭਿਆਚਾਰ ਬਾਰੇ ਦੱਸਣ। ਜੇਕਰ ਉਸ ਦੌਰ ਦੇ ਵਿੱਚ, ਜਿਸ ਦੌਰ ਦੇ ਵਿੱਚ ਆਪਾਂ ਅੱਜ ਗੱਲ ਕਰ ਰਹੇ ਹਾਂ, ਪਦਾਰਥਵਾਦ ਦਾ ਬੋਲਬਾਲਾ ਹੋ ਜਾਏ ਤੇ ਸੰਸਾਰਕ ਪ੍ਰਾਣੀ ਪਦਾਰਥ ਦੇ ਪਿੱਛੇ ਭੱਜਣਾ ਸ਼ੁਰੂ ਕਰ ਦੇਣ ਤੇ ਪਦਾਰਥ ਨੂੰ ਇਕੱਠਾ ਕਰਨਾ ਹੀ ਜ਼ਿੰਦਗੀ ਦੀ ਆਪਣੀ ਕਾਮਯਾਬੀ ਮੰਨਣਾ ਸ਼ੁਰੂ ਕਰ ਦੇਣ, ਤੇ ਫਿਰ ਬੱਚਿਆਂ ਨੂੰ ਉਹਨਾਂ ਦੀ ਪੁਰਖਿਆਂ ਦੀ ਵਿਰਾਸਤ ਬਾਰੇ, ਬੋਲੀ ਜਾਂ ਸੱਭਿਆਚਾਰ ਬਾਰੇ ਕੁਝ ਨਾ ਦੱਸ ਸਕਣ, ਤੇ ਫਿਰ ਬੱਚੇ ਕਿੱਥੇ ਜਾਣ, ਕਿਹਦਾ ਦਰਵਾਜ਼ਾ ਖੜਕਾਉਣ, ਉਹ ਕਿਹਦੇ ਘਰ ਦੀ ਦਹਲੀਜ਼ ਟੱਪ ਕੇ ਅੰਦਰ ਵੜਨ ਕਿ ਸਾਨੂੰ ਸਾਡੇ ਪੁਰਖਿਆਂ ਦੀ ਬੋਲੀ, ਵਿਰਾਸਤ ਤੇ ਸੱਭਿਆਚਾਰ ਬਾਰੇ ਦੱਸਿਆ ਜਾਏ। ਮੈਨੂੰ ਮਹਿਸੂਸ ਹੁੰਦਾ ਕਿ ਸਾਡੀ ਗੜਬੜ ਇਸ ਜਗ੍ਹਾ ਦੇ ਉੱਤੇ ਆ ਕੇ ਫਸ ਗਈ ਆ। ਬੱਚੇ ਕੁਝ ਸਿੱਖਣਾ ਚਾਹੁੰਦੇ ਆ, ਕੁਝ ਜਾਣਨਾ ਚਾਹੁੰਦੇ ਆ। ਹੋ ਸਕਦਾ ਡਾਕਟਰ ਬਲਕਾਰ ਸਿੰਘ ਹੋਰਾਂ ਨੂੰ ਮੈਂ ਇਸ ਮਾਮਲੇ ਵਿੱਚ ਇਹ ਬਹੁਤਾ ਡਿਫਰ ਨਾ ਕਰਦਾ ਹੋਵਾਂ, ਉਹਨਾਂ ਦੀ ਗੱਲਬਾਤ ਕਰਨ ਦਾ ਆਪਣਾ ਅੰਦਾਜ਼, ਆਪਣਾ ਢੰਗ ਸੀ, ਪਰ ਵਿਦੇਸ਼ਾਂ ਦੀ ਧਰਤੀ ਉੱਤੇ ਮੈਨੂੰ 50 ਦੇਸ਼ਾਂ ਵਿੱਚ ਜਾਣ ਦਾ ਸਬੱਬ ਬਣਿਆ ਆਪਣੇ ਪੁਰਖਿਆਂ ਦੀ ਬੋਲੀ, ਵਿਰਾਸਤ ਜਾਂ ਸੱਭਿਆਚਾਰ ਦੀ ਗੱਲ ਕਰਨ ਦਾ। ਮੈਂ ਕਿਸੇ ਵੀ ਦੇਸ਼ ਦੇ ਵਿੱਚ ਗਿਆ ਤੇ ਜਦੋਂ ਜਾ ਕੇ ਇਹ ਗੱਲ ਸਵਾਲ ਕੀਤਾ ਤੇ ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਵੀ ਉਹਨਾਂ ਘਰਾਂ ਦੇ ਵਿੱਚੋਂ ਬਹੁਤੀਆਂ ਮੈਨੂੰ ਮਾਤਾਵਾਂ, ਭੈਣਾਂ ਜਾਂ ਬੀਬੀਆਂ ਨੇ ਸੰਪਰਕ ਕੀਤਾ। ਤੇ ਮੈਂ ਸੋਚਦਾ ਕਿ ਸਾਡਾ ਮਰਦ ਪ੍ਰਧਾਨ ਜਿਹੜਾ ਸਮਾਜ ਆ ਸੰਸਾਰ ਦੇ ਵਿੱਚ, ਉਹ ਕਿੱਥੇ ਬੈਠਾ। ਅੱਜ ਬੇਸ਼ੱਕ ਅਸੀਂ ਗੁਰੂ ਪਾਤਸ਼ਾਹ ਨੂੰ, ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਠੇ ਹੋਏ ਹਾਂ, ਤੇ ਮੇਰਾ ਵੀ ਫਰਜ਼ ਬਣਦਾ ਕਿ ਗੁਰੂ ਪਾਤਸ਼ਾਹ ਬਾਰੇ ਮੈਂ ਕੁਝ ਗੱਲ ਕਰਾਂ। ਜਿਸ ਦੌਰ ਦੇ ਵਿੱਚ, ਜਿਸ ਯੁੱਗ ਦੇ ਵਿੱਚ ਗੁਰੂ ਪਾਤਸ਼ਾਹ ਕੁਰਬਾਨੀ ਦਿੰਦੇ ਨੇ, ਤੇ ਉਸ ਯੁੱਗ ਦੇ ਵਿੱਚ ਅੱਜ ਦੇ ਯੁੱਗ ਦੇ ਨਾਲੋਂ ਕੀ ਵੱਖਰਾ ਵਾਪਰ ਰਿਹਾ ਸੀ, ਮੈਂ ਬਹੁਤ ਵਾਰੀ ਆਪਣੇ ਅੰਦਰ ਝਾਤੀ ਮਾਰਦਾ। ਅਨੇਕਤਾ ਨੂੰ ਮਲਿਆ ਮੇਟ ਕਰਕੇ ਏਕਤਾ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਸੀ, ਪਰ ਜਦੋਂ ਸੰਸਾਰ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਗੱਲ ਚੱਲਦੀ ਹੈ, ਬੇਸ਼ੱਕ ਅੱਜ ਕਿਸਾਨੀ ਮੋਰਚੇ ਦੀ ਡਾਕਟਰ ਬਲਕਾਰ ਸਿੰਘ ਹੋਣੀ ਬੜੀ ਪਿਆਰੀ ਗੱਲ ਕਰਕੇ ਗਏ ਆ ਕਿ ਜ਼ਬਰੀ ਅਨੇਕਤਾ ਦੇ ਉੱਤੇ ਏਕਤਾ ਠੋਸੀ ਜਾਂਦੀ ਹੋਵੇ, ਤੇ ਉਸਦੇ ਜਿਹੜੇ ਨਤੀਜੇ ਆ ਉਹ ਸ਼ਾਇਦ ਉਸ ਸਮੇਂ ਦੀ ਸਰਕਾਰ ਜਿਹੜੀ ਆ ਉਹਦੇ ਧਿਆਨ ਦੇ ਵਿੱਚ ਨਾ ਹੋਣ। ਮੁਗਲ ਸਲਤਨਤ ਬਾਰੇ ਜਦੋਂ ਆਪਾਂ ਪੜ੍ਹਦੇ ਹਾਂ, ਇਤਿਹਾਸ ਦੇ ਵਿਦਿਆਰਥੀ ਤੁਹਾਡੇ ਸਾਰੇ ਇਹ ਚੰਗੀ ਤਰ੍ਹਾਂ ਜਾਣੂ ਆ, ਕੋਈ ਕਮਜ਼ੋਰ ਸ਼ਾਸਕ ਨਾ ਸੀ, ਕੋਈ ਕਮਜ਼ੋਰ ਰਾਜ ਨਾ ਸੀ। ਉਸ ਸਮੇਂ ਦੀ ਮੁਗਲ ਸਲਤਨਤ ਦੀਆਂ ਰਾਜ ਦੀਆਂ ਸਰਹੱਦਾਂ ਤੁਸੀਂ ਦੇਖੋ ਕਿ ਉਹਦੀਆਂ ਸਰਹੱਦਾਂ ਕਿੱਥੇ ਤੱਕ ਫੈਲੀਆਂ ਹੋਈਆਂ ਸੀ, ਤੇ ਦੁਨੀਆ ਦੇ ਵਿੱਚ ਝੰਡਾ ਸੀ ਮੁਗਲ ਸਲਤਨਤ ਦਾ। ਮੁਗਲ ਸਲਤਨਤ ਨੇ ਜਿਹੜੀ ਅਨੇਕਤਾ ਵਿੱਚੋਂ ਏਕਤਾ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ, ਤੇ ਜੇਕਰ ਕੋਸ਼ਿਸ਼ ਨਹੀਂ ਕੀਤੀ ਤੇ ਮੁਗਲ ਸਲਤਨਤ ਦਾ ਔਰੰਗਜ਼ੇਬ ਦੇ ਦੌਰ ਤੋਂ ਬਾਅਦ ਕੀ ਬਣਿਆ ਅੱਜ ਦੇ ਸਮੇਂ ਦੇ ਵਿੱਚ। ਤੇ ਜੇਕਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅੱਜ ਸ਼ਬਦ ਦਾ ਜਿਹੜਾ ਗਾਇਨ ਕੀਤਾ ਗਿਆ ਕਿ ਜਿੱਥੇ ਉਹਨਾਂ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਇਸ ਗੱਲ ਦੀ ਸ਼ਾਦੀ ਭਰੀ ਆ, ਜਿਹਦੇ ਵਿੱਚ ਉਹ ਕਹਿੰਦੇ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਕਾ। ਮੈਡਮ ਜੀ, ਆਪਾਂ ਧਿਆਨ ਮਾਰਿਓ, ਤੁਸੀਂ ਕੋਈ ਬੰਦਾ ਰੱਬ ਨਾ ਕਰੇ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਏ ਜਾਂ ਕੋਈ ਬਿਮਾਰ ਹੋ ਜਾਏ ਤੇ ਉਹਨੂੰ ਕੋਈ ਪ੍ਰਾਣੀ ਮਿਲਣ ਜਾਂਦਾ, ਤੇ ਜਦੋਂ ਘਰ ਦੇ ਵਾਪਸ ਆਉਂਦਾ ਤੇ ਉਸਨੂੰ ਰਿਸ਼ਤੇਦਾਰ ਸਕੇ ਸੰਬੰਧੀ ਪੁੱਛਦੇ ਆ ਕਿ ਉਸ ਬੰਦੇ ਦੀ ਹਾਲਤ ਕੀ ਹੈ, ਤੇ ਜੇਕਰ ਉਹ ਇਹ ਗੱਲ ਕਹਿਦਾ ਹੈ ਕਿ ਹੁਣ ਤਾਂ ਉਹਦਾ ਰੱਬ ਹੀ ਰਾਖਾ,
ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਪ੍ਰਾਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ। ਬਹੁਤ ਨੇੜੇ ਪਹੁੰਚੀ ਹੋਈ ਗੱਲ ਆ, ਕਿਉਂਕਿ ਇਸੇ ਕਰਕੇ ਇਹ ਗੱਲ ਕਹਿ ਰਿਹਾ ਕਿ ਹੁਣ ਤਾਂ ਉਹਦਾ ਰੱਬ ਰੱਖ ਸਕਦਾ, ਰੱਬ ਤੋਂ ਬਿਨਾਂ ਨਹੀਂ। ਤੇ ਇੱਥੇ ਗੁਰੂ ਸਾਹਿਬ ਤਿਲਕ ਤੇ ਜੰਝੂ ਦੀ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਇਹ ਅਵਸਥਾ ਆ ਗਈ ਆ, ਹੁਣ ਤਿਲਕ ਤੇ ਜੰਝੂ ਦਾ ਸਿਰਫ ਰੱਬ ਹੀ ਰੱਖਾ। ਤੇ ਉਸ ਤਿਲਕ ਤੇ ਜੰਝੂ ਨੂੰ ਬਚਾਉਣ ਦੀ ਖਾਤਰ ਬੇਸ਼ੱਕ ਆਪਣਾ ਨਾਂ ਵੀ ਹੋਵੇ, ਬੇਸ਼ੱਕ ਉਹਦੇ ਧਾਰਨੀ ਨਾ ਵੀ ਹੋਣ, ਉਹਦੇ ਵਿੱਚ ਯਕੀਨ ਵਿਸ਼ਵਾਸ ਨਾ ਵੀ ਹੋਵੇ, ਕੋਈ ਏਦਾਂ ਦਾ ਰਹਿਬਰ ਸੰਸਾਰ ਦੇ ਵਿੱਚ ਆ ਜਾਏ, ਉਹ ਕਵੇ ਵੀ ਮੈਂ ਆਪਾ ਕੁਰਬਾਨ ਕਰਨ ਦੇ ਵਾਸਤੇ ਤਿਆਰ ਹਾਂ ਤਾਂ ਕਿ ਤਿਲਕ ਤੇ ਜੰਝੂ ਸਲਾਮਤ ਰਹਿ ਜਾਏ। ਸੰਸਾਰ ਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਵੀ, ਜਿਸ ਨੂੰ ਅਸੀਂ ਸਾਇੰਸ ਦਾ ਯੁੱਗ ਮੰਨਦੇ ਹਾਂ, ਅਸੀਂ ਕਹਿੰਦੇ ਹਾਂ ਬੜੀ ਇਨਫੋਰਮੇਸ਼ਨ ਹੈ ਸਾਡੇ ਕੋਲ, ਅਸੀਂ ਕਹਿੰਦੇ ਸਾਡੇ ਕੋਲ ਬੜਾ ਗਿਆਨ ਆ, ਸਾਡੇ ਕੋਲ ਜ਼ਿੰਦਗੀ ਦੇ ਬੜੇ ਰੰਗ ਆ, ਸਾਡੇ ਕੋਲ ਜ਼ਿੰਦਗੀ ਦੇ ਬੜੇ ਸੁੱਖ ਆਰਾਮ ਆ, ਪਰ ਆਪਣੇ ਅੰਦਰ ਝਾਤੀ ਮਾਰੀਏ, ਸੋਚੇ ਸੰਸਾਰ ਦੇ ਵਿੱਚ ਸਾਨੂੰ ਕੋਈ ਪ੍ਰਾਣੀ ਮਿਲ ਰਿਹਾ ਜਾਂ ਉਸਦੇ ਨੇੜੇ ਤੇੜੇ ਦੀ ਵੀ ਕੋਈ ਗੱਲ ਸੰਸਾਰ ਦੇ ਵਿੱਚ ਹੋ ਰਹੀ ਹੈ ਅੱਜ ਦੇ। ਕਿਉਂਕਿ ਤੁਹਾਡਾ ਜਿਹੜਾ ਫੋਕਸ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਉੱਤੇ ਆ, ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਆ। ਇੱਕ ਗੱਲ ਦੀ ਮੈਂ ਤੁਹਾਨੂੰ ਮੁਬਾਰਕਬਾਦ ਦੇ ਦੇਵਾਂ, ਕਿਉਂਕਿ ਬਹੁਤ ਗਿਣਤੀ ਜਿਹੜੀ ਅੱਜ ਪ੍ਰੋਗਰਾਮ ਦੇ ਵਿੱਚ ਆ, ਤੁਸੀਂ ਬੇਸ਼ੱਕ ਘੱਟ ਗਿਣਤੀ ਵਿੱਚ ਬੋਲੇ ਹੋ। ਪਹਿਲਾਂ ਮੈਡਮ ਨੇ ਹਾਜ਼ਰੀ ਲਵਾਈ ਤੁਹਾਡੀ ਇਸ ਸਕੱਤਰ ਦੇ ਤੌਰ ਦੇ ਉੱਤੇ, ਮੈਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਡਾਕਟਰ ਜਤਿੰਦਰ ਵੀਰ ਸਿੰਘ ਜੀ ਹੋਰੀ, ਤੇ ਤੁਸੀਂ ਮੈਨੂੰ ਯਾਦ ਕੀਤਾ ਤੇ ਪਹਿਲਾਂ ਵੀ ਟੈਲੀਫੋਨ ਕਰਦੇ ਹੋ। ਜਦੋਂ ਤੁਸੀਂ ਮੇਰੇ ਨਾਲ ਪੰਜਾਬੀ ਬੋਲਦੇ ਹੋ ਜਾਂ ਅੱਜ ਮੈਨੂੰ ਮੇਰੀ ਮਾਂ ਬੋਲੀ ਦੇ ਸ਼ਬਦ ਤੁਹਾਡੀ ਜ਼ੁਬਾਨ ਤੋਂ ਸੁਣਨ ਲਈ ਮਿਲੇ, ਔਰ ਦਿੱਲੀ ਨਿਵਾਸੀਓ, ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦੇਣਾ ਕਿ ਤੁਸੀਂ ਪੰਜਾਬ ਤੋਂ ਸੈਂਕੜੇ ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਵੀ ਆਪਣੀ ਮਾਂ ਬੋਲੀ ਨੂੰ ਆਪਣੀ ਗਲ ਦੇ ਨਾਲ ਲਾ ਕੇ, ਆਪਣੀ ਹਿੱਕ ਦੇ ਨਾਲ ਲਾ ਕੇ, ਆਪਣੀ ਛਾਤੀ ਦੇ ਨਾਲ ਲਾ ਕੇ ਰੱਖਿਆ, ਤੇ ਤੁਸੀਂ ਆਪਣੇ ਪੁਰਖਿਆਂ ਲਈ ਬੋਲੀ ਦਾ ਝੰਡਾ ਜਿਹੜਾ ਦੇਸ਼ ਦੀ ਰਾਜਧਾਨੀ ਵਿੱਚ ਵੀ ਬੜਾ ਉੱਚਾ ਚੁੱਕੀ ਫਿਰ ਰਹੇ ਹੋ। ਇਸ ਗੱਲ ਦੀ ਜਿੰਨੀ ਮੁਬਾਰਕਬਾਦ ਤੁਹਾਨੂੰ ਦਿੱਤੀ ਜਾਵੇ ਥੋੜੀ ਆ। ਮੈਂ ਵਿਦੇਸ਼ ਦੀ ਧਰਤੀ ਉੱਤੇ ਬਹੁਤ ਲੰਬੇ ਸਮੇਂ ਤੋਂ ਵਿਚਰਿਆ, ਮੇਰੀ ਜਿੰਨੀ ਕੁ ਪੰਜਾਬੀ ਬਚੀ ਤੁਹਾਨੂੰ ਨਜ਼ਰ ਆਉਂਦੀ ਹੈ ਮੇਰੀਆਂ ਗੱਲਾਂ ਬਾਤਾਂ ਤੋਂ, ਉਹ ਸਿਰਫ ਤੇ ਸਿਰਫ ਇਸੇ ਕਰਕੇ ਆ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਆਪਣੇ ਮਾਤਾ ਪਿਤਾ ਦੀ ਜਿਹੜੀ ਜ਼ਿੰਦਗੀ ਦਾ ਇੱਕ ਰੰਗ ਮਾਣਿਆ, ਉਹਨਾਂ ਦੇ ਨਾਲ ਨੇੜੇ ਰਹਿਣ ਦਾ। ਮੇਰੀ ਮਾਤਾ ਛੋਟੀ ਉਮਰ ਦੇ ਵਿੱਚ, ਜਦੋਂ ਸਾਡੇ ਲੋਕ ਗੀਤ ਸੀ, ਉਹ ਘਰ ਦਾ ਜਿਹੜਾ ਮਰਜ਼ੀ ਉਹ ਕੰਮ ਕਰਦੀ ਸੀ, ਵਿੱਚ ਬੇਸ਼ੱਕ ਉਹ ਚਰਖਾ ਕੱਤਦੀ ਸੀ ਜਾਂ ਉਹਨਾਂ ਦਿਨਾਂ ਦੇ ਵਿੱਚ ਅਟੇਰਦੀ ਸੀ, ਜਾਂ ਕਿਤੇ ਰੋਟੀਆਂ ਬਣਾਉਂਦੀ ਸੀ, ਜਾਂ ਮੱਝਾਂ ਦੀਆਂ ਧਾਰਾਂ ਕੱਢਦੀ ਸੀ, ਜਾਂ ਧਾਰਾਂ ਰਿੜਕਦੀ ਸੀ, ਜਾਂ ਮੱਖਣ ਕੱਢਦੀ ਸੀ। ਉਸ ਦੀ ਜ਼ੁਬਾਨ ਦੇ ਉੱਤੇ ਸਿਰਫ ਤੇ ਸਿਰਫ ਆਪਣੀ ਮਾਂ ਬੋਲੀ ਦੇ ਜਿਹੜੇ ਆ ਉਹ ਲੋਕ ਗੀਤ ਹੀ ਹੋਇਆ ਕਰਦੇ ਸੀ, ਔਰ ਹਰ ਕਿੱਤੇ ਦੇ ਨਾਲ ਸੰਬੰਧਿਤ ਸੀ। ਔਰ ਗੁਰੂ ਪਾਤਸ਼ਾਹ ਦੀ ਬਦੌਲਤ ਵੀ ਸਾਡੇ ਕੋਲ ਸਾਡਾ ਜਿਹੜਾ ਅੱਜ ਦਾ ਜਿਹੜਾ ਇਤਿਹਾਸ ਹੈ, ਡਾਕਟਰ ਬਲਕਾਰ ਸਿੰਘ ਹੋਰੀ ਕਹਿੰਦੇ ਸੀ ਮੈਂ ਲੈਕਚਰ ਸੁਣ ਕੇ ਇਹਨਾਂ ਦਾ ਜਾਣਾ, ਮੈਂ ਉਹਨਾਂ ਨੂੰ ਗੱਲ ਦੱਸਦਾ ਵੀ ਡਾਕਟਰ ਸਾਹਿਬ ਮੈਂ ਕਦੀ ਜ਼ਿੰਦਗੀ ਵਿੱਚ ਲੈਕਚਰ ਨਹੀਂ ਦਿੱਤਾ, ਮੈਂ ਸਿਰਫ ਗੱਲਾਂ ਹੀ ਕਰਦਾ। ਤੇ ਅੱਜ ਵੀ 2-4 ਮੈਂ ਇਹ ਗੱਲਾਂ ਹੀ ਕਰਦੀਆਂ, ਤੇ ਮੈਂ ਇਹ ਅਕਸਰ ਅਰਦਾਸ ਆਪਣੇ ਵੱਲੋਂ ਵੀ ਇਹੀ ਕਰਦਾ, ਤੇ ਤੁਸੀਂ ਵੀ ਮੇਰੇ ਵੱਲੋਂ ਕਰਿਓ, ਪ੍ਰਮਾਤਮਾ ਕਰੇ ਮੈਨੂੰ ਗੱਲਾਂ ਕਰਨੀਆਂ ਨਾ ਆਉਣ, ਮੈਨੂੰ ਲੈਕਚਰ ਦੇਣਾ ਨਾ ਕਿਤੇ ਆ ਜਾਏ, ਕਿਉਂਕਿ ਬਹੁਤੇ ਪ੍ਰਾਣੀ ਜਦੋਂ ਲੈਕਚਰ ਦੇਣਾ ਆ ਜਾਂਦਾ ਤੇ ਉਹ ਕੰਮ ਵੱਲੋਂ ਫਿਰ ਧਿਆਨ ਜਿਹੜਾ ਉਹਨਾਂ ਦਾ ਘਟਣਾ ਸ਼ੁਰੂ ਹੋ ਜਾਂਦਾ। ਉਹ ਕਹਿੰਦੇ ਸ਼ਾਇਦ ਲੈਕਚਰ ਦੇ ਕੇ ਗੱਲਬਾਤ ਜਿਹੜੀ ਆ ਸਾਡੀ ਕਿਸੇ ਪਾਸੇ ਲੱਗ ਜਾਏਗੀ। ਗੁਰੂ ਗੋਬਿੰਦ ਸਿੰਘ ਸਾਹਿਬ, ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਹਾਂ ਤੇ ਆਪ ਮੁਹਾਰੇ ਇਹ ਸਾਡੀ ਜਿਹੜੇ ਪਿਆਰ ਮੁਹੱਬਤ ਦੀ ਜਿਹੜੀ ਲੜੀ ਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਜਾ ਜੁੜਦੀ ਹੈ। ਜਿਨ੍ਹਾਂ ਦਿਨਾਂ ਦੇ ਵਿੱਚ ਪਟਨਾ ਸਾਹਿਬ ਦੀ ਧਰਤੀ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਅਵਤਾਰ ਧਾਰਦੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਿਨਾਂ ਦੇ ਵਿੱਚ, ਡਾਕਟਰ ਬਲਕਾਰ ਸਿੰਘ ਹੋਰੀ ਵੀ ਗੱਲ ਕਰਕੇ ਆ, ਸਾਡੇ ਦੇਸ਼ ਦੀ ਅੱਜ ਕੱਲ੍ਹ ਦੀ ਜਿਹੜੀ ਅਸਾਮ ਸਟੇਟ ਆ, ਉਸ ਸਟੇਟ ਦੇ ਇਰਦ ਗਿਰਦ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਔਰੰਗਜ਼ੇਬ ਇਸ ਗੱਲ ਤੋਂ ਵਾਕਿਫ ਆ ਕਿ ਉਹਨਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਮੁਸਲਮਾਨ ਵੀ ਉਹਨਾਂ ਦੀ ਸ਼ਰਨ ਦੇ ਵਿੱਚ ਆ ਰਹੇ ਨੇ, ਇਹ ਸਿੱਖ ਧਰਮ ਦੇ ਫਲਸਫੇ ਦੇ ਨੇੜੇ ਹੋ ਰਹੇ ਨੇ। ਤੇ ਉਹਨਾਂ ਦਿਨਾਂ ਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦਾ ਏਡਾ ਵੱਡਾ ਪਾੜਾ ਨਾ ਸੀ, ਇੱਕ ਦੂਸਰੇ ਦੇ ਨੇੜੇ ਸੀ। ਪਰ ਔਰੰਗਜ਼ੇਬ ਥੋੜੇ ਸਮੇਂ ਦੇ ਵਿੱਚ ਹੀ ਇਸ ਤਰ੍ਹਾਂ ਦਾ ਪ੍ਰਚਾਰ ਕਰਕੇ, ਕਿਉਂਕਿ ਸਮੇਂ ਦੇ ਸ਼ਾਸਕ ਦੇ ਹੱਥ ਇਹ ਸਾਰਾ ਕੁਝ ਹੁੰਦਾ ਹੈ, ਉਹ ਜਿਹੜੇ ਰੰਗ ਦੇ ਨਾਲ ਲੋਕਾਂ ਨੂੰ ਰੰਗਣਾ ਚਾਹੇ, ਆਪਣੀ ਤਾਕਤ ਵਰਤ ਕੇ, ਆਪਣੇ ਰਿਸੋਰਸਿਸ ਵਰਤ ਕੇ, ਹੋ ਸਕਦਾ ਸੰਗਤਾਂ ਨੂੰ ਉਧਰ ਦੇ ਤੋਰਨ ਦੇ, ਜਨਤਾ ਨੂੰ ਉਧਰ ਦੇ ਤੋਰਨ ਦੇ ਯਤਨ ਦੇ ਰਾਹੀਂ ਇਹ ਕਿਸੇ ਹੱਦ ਤੱਕ ਸਫਲ ਹੋ ਜਾਏ। ਪਰ ਫਿਰ ਵੀ ਉਸ ਯੁੱਗ ਦੇ ਵਿੱਚ ਵੀ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵੀ ਬਾਅਦ ਵਿੱਚ ਪੜ੍ਹਦੇ ਹੋ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਰੇ ਇੱਕ ਲਾਈਨ ਜਿਹੜੀ ਕਿਸੇ ਕਵੀ ਨੇ ਲਿਖੀ ਆ, ਉਹ ਤੁਹਾਡੇ ਨਾਲ ਆਪਣੇ ਜੇ ਸਾਂਝੀ ਕਰਾਂ ਤਾਂ ਮੇਰਾ ਖਿਆਲ ਹੈ, ਮੈਨੂੰ ਲੱਗਦਾ ਵੀ ਉਹਦੇ ਵਿੱਚ ਬੇਸ਼ੱਕ ਗੱਲ ਗੁਰੂ ਗੋਬਿੰਦ ਸਿੰਘ
ਸ਼ਬਦ ਹੀ ਆ ਕਵੀ ਨੇ ਕੀਤੀ ਹੋਈ। ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਝਲਕ ਪਤਾ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ ਕਿ ਜਦੋਂ ਦੇਸ਼ ਦਾ ਕੋਈ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ। ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਜਿੱਦਾਂ ਗੁਜਰਦਾ ਵਕਤ ਗੁਜ਼ਾਰਿਆ ਮੈਂ। 4 ਪੁੱਤਰ ਬਖਸ਼ੇ ਸਨ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ। ਮੈਨੂੰ ਮਤ ਸ਼ਹਿਨਸ਼ਾਹ ਕਹੋ ਸਿੰਘੋ, ਕਿਸ਼ਤਾਂ ਨਾਲ ਤੇ ਕਰਜ਼ ਉਤਾਰਿਆ ਮੈਂ। ਜਿਹੜਾ ਪਾਤਸ਼ਾਹ ਸਾਡੇ ਵਾਸਤੇ ਸਾਰਾ ਕੁਝ ਕੁਰਬਾਨ ਕਰਾ ਕੇ ਵੀ ਇਹ ਗੱਲ ਕਹੇ ਕਿ ਮੈਂ ਕਿਸ਼ਤਾਂ ਦੇ ਨਾਲ ਕਰਜ਼ਾ ਉਤਾਰ ਰਿਹਾ, ਉਹ ਮੈਡਮ ਕਿਹੜਾ ਕਰਜ਼ਾ ਸੀ ਜਿਹੜਾ ਕਿਸ਼ਤਾਂ ਰਾਹੀਂ ਗੁਰੂ ਪਾਤਸ਼ਾਹ ਜੀ ਇਸ ਕਰਜ਼ ਵੱਲ ਇਸ਼ਾਰਾ ਕਰਦੇ ਨੇ? ਉਹ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਅਸਲ ਵਿੱਚ ਸਾਨੂੰ ਦੱਸਣਾ ਬੜਾ ਜ਼ਰੂਰੀ ਹੈ। ਸੰਤ ਰਾਮਦਾਸ ਇੱਕ ਕਵਿਤਾ ਲਿਖਦਾ ਕਿ ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ, ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ, ਚੁੱਭੀ ਮਾਰ ਕੇ ਸਰਸਾ ਤੇ ਰੋੜ ਅੰਦਰ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ। ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਸੋ ਕੁੱਲੀ ਕੁੱਲੀ ਨੂੰ ਕਿਲਾ ਕਿਵੇਂ ਬਣਾਉਣਾ ਸੀ, ਸ਼ਾਇਦ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਉਹ ਸੁਨੇਹਾ ਨਹੀਂ ਦੇ ਸਕੇ। ਇਸ ਵਿੱਚ ਬੱਚਿਆਂ ਦਾ ਕੋਈ ਕਸੂਰ ਨਹੀਂ। ਬੱਚੇ, ਮੈਂ ਪਹਿਲਾਂ ਗੱਲ ਦੱਸ ਚੁੱਕਾ, ਤੁਹਾਡੇ ਬੱਚੇ ਹੋ ਸਕਦਾ ਕੁਛ ਘੱਟ ਗਿਣਤੀ ਬੱਚੇ ਥੋੜੇ ਸੁਣ ਵੀ ਰਹੇ ਹੋਣ, ਕਿਉਂਕਿ ਗਿਣਤੀ ਕਦੇ 30 ਦੀ, ਕਦੇ 35 ਦੀ, ਕਦੇ 40 ਦੀ, ਕਦੇ 45 ਦੀ ਵੱਧਦੀ ਘਟਦੀ ਰਹੀ ਹੈ ਸੁਣਨ ਵਾਲਿਆਂ ਨੇ। ਪਰ ਅੱਜ ਦਾ ਜਿਹੜਾ ਮੇਰਾ ਤੁਹਾਡੇ ਪ੍ਰੋਗਰਾਮ ਦੇ ਵਿੱਚ ਆਉਣ ਦਾ ਮਕਸਦ ਸੀ, ਮੈਂ ਕਹਿੰਦਾ ਉਹ ਇਸ ਗੱਲੋਂ ਸਫਲ ਹੋਇਆ ਕਿ ਡਾਕਟਰ ਬਲਕਾਰ ਸਿੰਘ ਹੋਰਾਂ ਨੇ ਇੰਨੀਆਂ ਪਿਆਰੀਆਂ ਗੱਲਾਂ ਕਰਕੇ, ਤੁਸੀਂ ਆਪਣੇ ਤੌਰ ਤੇ ਡਾਕਟਰ ਤਰਵਿੰਦਰ ਕੌਰ ਹੋਣੀ ਜਦੋਂ ਪਹਿਲਾਂ ਜਾਣਕਾਰੀ ਦਿੱਤੀ ਹੈ, ਜਿਹੜੇ ਏਡੇ ਪਿਆਰੇ ਸ਼ਬਦ ਵਰਤੇ ਆ, ਤੇ ਡਾਕਟਰ ਜਤਿੰਦਰਵੀਰ ਸਿੰਘ ਹੋਰੀ, ਜੇਕਰ ਮੈਂ ਘੋਲ ਕਰਕੇ, ਕਿਉਂਕਿ ਸਾਡੇ ਕੋਲ ਕਈ ਵਾਰੀ ਇੱਕ ਬਹਾਨਾ ਬਣ ਜਾਂਦਾ ਹੈ ਨਾ ਵੀ ਅਸੀਂ ਬਿਜ਼ੀ ਹਾਂ, ਤੇ ਬਿਜ਼ੀ ਸੰਸਾਰ ਸਾਰਾ, ਪਰ ਕਾਹਦੇ ਵਾਸਤੇ ਬਿਜ਼ੀ ਆ ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗਦੀ। ਵਿਦੇਸ਼ ਦੀ ਧਰਤੀ ਉੱਤੇ ਇਹ ਵਸਣ ਦੇ ਬਾਵਜੂਦ ਵੀ, ਕੁਛ ਮਾੜੀਆਂ ਮੋਟੀਆਂ ਪ੍ਰਾਪਤੀਆਂ ਕਰਨ ਦੇ ਬਾਵਜੂਦ ਵੀ ਜਦੋਂ ਸਾਨੂੰ ਕਿਤੇ ਸਮਾਂ ਬਣਦਾ ਆਪਣੀ ਬੋਲੀ, ਵਿਰਾਸਤ ਜਾਂ ਸੱਭਿਆਚਾਰ ਦੀ ਗੱਲ ਕਰਨ ਦਾ, ਜਾਂ ਸਾਡੇ ਜਿਹੜੀਆਂ ਸਿਹਤਮੰਦ ਸਮਾਜਿਕ ਕਦਰਾਂ ਕੀਮਤਾਂ ਸੀ, ਤੇ ਅਸੀਂ ਦੱਸਣਾ ਸ਼ੁਰੂ ਕਰ ਦਿੰਦੇ ਅਸੀਂ ਬਿਜ਼ੀ ਸੀ। ਤੇ ਪਰਮਾਤਮਾ ਨੇ ਅੱਜ ਇਹ ਵਿਧ ਬਣਾ ਦਿੱਤੀ, ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਹੋਈ ਹੈ ਕਿ ਮੈਂ ਉਹ ਬਹਾਨਾ ਲਾ ਕੇ ਅੱਜ ਬਿਜ਼ੀ ਨਹੀਂ ਰਿਹਾ, ਤੇ ਤੁਸੀਂ ਕਿੰਨੀਆਂ ਪਿਆਰ ਭਰੀਆਂ ਰੂਹਾਂ ਦੇ ਦਰਸ਼ਨ ਵੀ ਕਰਾਏ ਆ। ਤੇ ਅੱਜ ਜਦੋਂ ਇਸ ਪ੍ਰੋਗਰਾਮ ਤੋਂ ਬਾਅਦ ਮੈਂ ਬੈਠਣਾ ਪਰਿਵਾਰ ਦੇ ਵਿੱਚ, ਤੇ ਮੈਂ ਆਪਣੇ ਆਪ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਾਲਾ ਮਾਲ ਮਹਿਸੂਸ ਕਰਦਾ ਹੋਣਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵਿਦੇਸ਼ ਦੀ ਧਰਤੀ ਉੱਤੇ ਮੈਨੂੰ ਕਿਤੇ ਗੱਲ ਕਰਨ ਦੀ ਕਦੇ ਵੀ ਕਿਤੇ ਗੱਲ ਕਰਨ ਦਾ ਸਬੱਬ ਬਣਿਆ ਨਾ, ਮੈਂ ਪਹਿਲਾਂ ਤੋਂ ਵੀ ਜ਼ਿਆਦਾ ਕਮਿਟਮੈਂਟ ਤੇ ਡੈਡੀਕੇਸ਼ਨ ਦੇ ਨਾਲ ਕਰਾਂਗਾ। ਮੈਂ ਗੱਲਾਂ ਹੋਰ ਵੀ ਕਰ ਸਕਦਾ ਸੀ, ਸਮਾਂ ਬਹੁਤ ਲੇਟ ਹੋ ਗਿਆ, ਕਿਉਂਕਿ ਤੁਸੀਂ ਆਪਣੇ ਬੱਚਿਆਂ ਨੂੰ ਪਤਾ ਨਹੀਂ ਹੋ ਸਕਦਾ ਕਿਹਾ ਹੋਵੇ ਵੀ ਅੱਜ ਘੰਟੇ ਦਾ ਪ੍ਰੋਗਰਾਮ ਹੈ, ਪਹਿਲਾਂ ਹੀ ਜ਼ਿਆਦਾ ਸਮਾਂ ਹੋ ਗਿਆ। ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਸਬੱਬ ਬਣਿਆ, ਬੇਸ਼ੱਕ ਤੁਸੀਂ ਮੈਨੂੰ ਹਰੇਕ ਹਫ਼ਤੇ ਵੀ ਕਹੋ ਵੀ ਅਸੀਂ ਪ੍ਰੋਗਰਾਮ ਕਰਨਾ ਕਿਸੇ ਨਾ ਕਿਸੇ ਕਿਸਮ ਦਾ, ਮੈਂ ਉਹਦੇ ਵਿੱਚ ਆਪਣੀ ਹਾਜ਼ਰੀ ਲਾਉਣਾ ਆਪਣਾ ਸੁਭਾਗ ਸਮਝੂੰਗਾ। ਮੈਂ ਤੁਹਾਡਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਤਿੰਦਰਵੀਰ ਸਿੰਘ ਹੋਰਾਂ ਦਾ, ਡਾਕਟਰ ਤਰਵਿੰਦਰ ਕੌਰ ਹੋਰਾਂ ਦਾ, ਜਿੰਨੇ ਮੈਂ ਨਾਂ ਪੜ੍ਹ ਸਕਦਾ, ਇਹ ਕੱਲੇ ਦਾ ਜੇ ਮੈਂ ਨਾਂ ਲੈਣਾ ਸ਼ੁਰੂ ਕਰ ਦਿੱਤਾ ਤੇ ਇਹ ਪ੍ਰੋਗਰਾਮ ਹੋਰ ਲੰਮਾ ਹੋ ਜਾਏਗਾ। ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਵਿਦੇਸ਼ ਦੀ ਧਰਤੀ ਉੱਤੇ ਬੈਠੇ ਮਾੜੀ ਜਿਹੀ ਨਿਮਾਣੀ ਜਿਹੀ ਆਪਣੀ ਬੋਲੀ ਦੀ ਗੱਲ ਕਰਨ ਵਾਲੇ ਨੂੰ ਤੁਸੀਂ ਇਹ ਯਾਦ ਕੀਤਾ। ਇੱਕ ਸਮੇਂ ਦੇ ਵਿੱਚ ਅਸੀਂ ਗੀਤ ਸੰਗੀਤ ਸਾਡੇ ਪਿੰਡਾਂ ਦੇ ਵਿੱਚ ਸਪੀਕਰ ਦੀਆਂ ਆਵਾਜ਼ਾਂ ਜਦੋਂ ਸਾਡੇ ਕੰਨਾਂ ਨੂੰ ਸੁਣਨੀਆਂ ਮਹਿਸੂਸ ਹੁੰਦੀਆਂ ਸੀ, ਉਹਨਾਂ ਦੇ ਵਿੱਚ ਚਾਂਦਨੀ ਚੌਂਕ ਦੇ ਦਰਸ਼ਨ ਵੀ ਹੋ ਜਾਂਦੇ ਸੀ, ਉਹਨਾਂ ਦਿਨ ਭਾਈ ਮਤੀ ਦਾਸ ਸਤੀ ਦਾਸ ਦੇ ਦਰਸ਼ਨ ਵੀ ਹੋ ਜਾਂਦੇ ਸੀ, ਤੇ ਉਹਨਾਂ ਦੇ ਵਿੱਚ ਅਸੀਂ ਆਪ ਮੁਹਾਰੇ ਭਾਈ ਜੀਵਨ ਸਿੰਘ ਹੋਣਾ ਦੇ ਰੰਗਰੇਟਾ ਗੁਰੂ ਕਾ ਬੇਟਾ, ਉਹਨਾਂ ਦੇ ਦਰਸ਼ਨ ਵੀ ਕਰ ਲੈਂਦੇ ਸੀ। ਸਾਨੂੰ ਕੀਤੀ ਹੋਈ ਗੰਗੂ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਬਾਰੇ ਵੀ ਦੱਸ ਦਿੰਦੇ ਸੀ, ਸਾਡਾ ਗੀਤ ਹੀ ਦੱਸ ਦਿੰਦਾ ਸੀ, ਸਾਡਾ ਸੰਗੀਤ ਹੀ ਦੱਸ ਦਿੰਦਾ ਸੀ। ਅੱਜ ਸੰਗੀਤ ਸਾਡੇ ਕੰਨਾਂ ਵਿੱਚ ਵਿਦੇਸ਼ਾਂ ਦੀ ਧਰਤੀ ਉੱਤੇ ਵੀ, ਆਪਣੇ ਵਤਨ ਦੀ ਮਿੱਟੀ ਉੱਤੇ ਵੀ ਜਦੋਂ ਸਾਨੂੰ ਸੁਣਨ ਨੂੰ ਮਿਲਦਾ ਹੈ, ਤੇ ਉਹ ਸਾਡੀਆਂ ਵਿਰਾਸਤੀ ਕਦਰਾਂ ਕੀਮਤਾਂ ਦੇ ਨਾਲੋਂ ਕਈ ਵਾਰ ਹਜ਼ਾਰਾਂ ਕਿਲੋਮੀਟਰ ਇਹ ਦੂਰ ਹੁੰਦਾ। ਜਿਹੜਾ ਗੰਦ ਸਾਡੇ ਘਰਾਂ ਦੇ ਵਿੱਚ ਗੀਤ ਸੰਗੀਤ ਦੇ ਨਾਂ ਦੇ ਥੱਲੇ ਥਾਲੀ ਜਾਂ ਪਲੇਟ ਦੇ ਵਿੱਚ ਪਾ ਕੇ ਸਾਨੂੰ ਪਰੋਸਿਆ ਜਾ ਰਿਹਾ, ਉਹ ਸਾਡਾ ਮੂੰਹ ਸਾਡੀ ਸੱਚੀ ਸੁੱਚੀ ਵਿਰਾਸਤ ਵੱਲ ਨੂੰ ਨਹੀਂ ਕਰਦਾ। ਆਪਾਂ ਗੱਲਾਂ ਹੋਰ ਵੀ ਕਰ ਸਕਦੇ ਹਾਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਕਿਤੇ ਸਬੱਬ ਬਣਿਆ ਆਪਾਂ ਫਿਰ ਇਸ ਤਰ੍ਹਾਂ ਦੀ ਮਹਿਫਲ ਜੋੜਾਂਗੇ। ਮੈਂ ਆਪਣੇ ਮਨ ਦੇ ਵਲਵਲੇ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਲੱਗਦਾ ਮੈਂ ਆਪਣੇ ਸੁਭਾਅ ਮੁਤਾਬਕ ਕਦੇ ਕੋਈ ਗੱਲ ਨਾ ਸੋਚ ਕੇ ਆਇਆ ਨਾ ਲੈ ਕੇ ਆਇਆ। ਜਿਹੜੀ ਕੋਈ ਗੱਲ ਮੇਰੇ ਮਨ ਦੇ ਵਿੱਚ ਉਸ ਸਮੇਂ ਤੇ ਆਉਂਦੀ ਹੈ ਮੈਂ ਉਹ ਕਰ ਜਾਣਾ। ਹੋ ਸਕਦਾ ਚੰਗੀਆਂ ਗੱਲਾਂ ਕੁਛ ਮੈਂ ਨਾ ਕਰ ਸਕਿਆ ਹੋਵਾਂ, ਪਰ ਫਿਰ ਜੇਕਰ ਕੋਈ ਗੱਲ ਚੰਗੀ ਲੱਗੀ ਹੋਵੇ ਤੁਹਾਨੂੰ, ਤੁਹਾਡੇ ਵਿਦਿਆਰਥੀਆਂ ਨੂੰ, ਮੈਂ ਸਮਝਦਾ ਮੇਰਾ ਸੁਭਾਅ ਗਿਆ
जे कोई हल्की गल की गई होवे तो उसदी मैं माफ़ी मंगदा। एक बार फिर तुहाडा सारिਆਂ ਦਾ ਧੰਨਵਾਦ ਤੇ ਮੇਰੇ ਵੱਲੋਂ ਵਾਹਿਗੁਰੂ जी का खालसा वाहिगुरू जी की फतेह। बहुत बहुत धन्यवाद मोता सिंह सराय जी का। सानू गलबात करके ज्यादा अच्छा लगा। मैनू लगा कि मैनू की सारिਆਂ ਨੂੰ सानू ਇਹ ਲੱਗਾ कि जिवें ਅਸੀਂ परिवार विच बैठे गल्लां कर रहे हैं। मैं जब तुहानू फोन किया तो तुसी मैनू कहा कि मैं जिहड़ा लोक धारा ते बहुत अच्छा बोल सकदा, अपनी जिहड़ी पुरानी लोक संस्कृति। असी डॉक्टर साहब जरूर एक प्रोग्राम लिखांगे क्योंकि साडे बच्चों का एक पेपर है फोकलोर एंड कल्चर। असी जरूर उहदे विच तुहाडा एक लैक्चर करावांगे। ते हुण एक रस्मी धन्यवाद वास्ते मैं अपने विभाग के डॉक्टर तरनजीत कौर नूं गुजारिश करती हाँ कि वो अज दे इस वैबीनार में शिरकत करन वाले विद्वानां दा धन्यवाद करन। डॉक्टर तरनजीत कौर। सत श्री अकाल। धन्यवाद डॉक्टर मनजीत कौर जी कि तुसी मैनू अज दे मोअज़्ज़िज़ मेहमानां दा धन्यवाद करन लई सद्दा दिता है। अज साडे लई ये बड़े माण दी गल है कि साडे विच उगे आलोचक पंजाब ते पंजाबीयत नाल प्यार करन वाले दो महान विद्वान प्रोफैसर बलकार सिंह जी अते मोता सिंह जी सराय मौजूद हैं। इन्ने थोड़े समय विच इन्हां बारे गल करना बहुत मुश्किल जापदा है। मैं अपने आप नूं बड़ी खुशकिस्मत समझदी हाँ कि मैनू अजिहे विद्वानां दा धन्नवाद करन दा मौका प्राप्त होया है। कई दहाकियां पिछों कोई विरले ही अजिहे अमोलक हीरे किसी समाज सभ्याचार नूं प्राप्त हुंदे हन जो अपने साहित सभ्याचार ते धर्म बारे निष्पक्ष होके समुची लोकाई नाल बात पाउंदे हन। प्रसिद्ध आलोचक गुरबाणी दे ज्ञाता प्रोफैसर बलकार सिंह जी दा अध्ययन ते अध्यापन दा सिलसिला उन्हां दा एक्सपीरियंस कॉलेज तो लै आरंभ हो के उन्हां दे रिटायर होने तो बाद भी विदेशां विच उचेरे पदां ते सुशोभित होने तो बाद अज भी निरंतर चल रहा है। ये एक्सपीरियंस सानू उन्हां दियां साहित्यिक किरतां ते पुस्तकां चों भी वेखण नूं मिलदा है। गुरु ग्रंथ साहिब स्टडी डिपार्टमेंट विच रह के जो गहरा अध्ययन आपने बाणी ते सिख धर्म दा कीता है उसका अक्स सानू उन्हां दियां साहित्यिक किरतां विचों भी मिलदा है। आप जदों भी समाज विच किसी मसले नूं वेखदे हन तां उसदा हल गुरबाणी चों ही ढूंढदे हन। चूंकि आप सिख धर्म ते सिक्खी दे सिद्धांतां नूं समझदे हन ते आप लुकाई नूं भी इसे तरह सिक्खी सिद्धांतां ते चल के हल लभण दी गल करदे हन। आप जी दा सिख धर्म ते उस दे नाल जुड़े सिद्धांतां नूं समझाउण दा कारज जिहड़ा है वो मुख्य रूप विच बहुत ही ध्यानयोग है। आप जी दियां सिख जगत नूं दित्तियां अदुੱਤੀਆਂ सेवावां सदका आप जी कई अवार्ड ते सन्मान पत्र नाल सन्मानित किए जा चुके हैं। हुण मैं मोता सिंह सराय जी बारे भी गल करना ही जरूरी, उन्हां दा भी धन्नवाद करना जरूरी समझदी हाँ कि वो आप एक इत्थों हिंदुस्तान विचों मास्टर डिग्री करन उपरंत होर उचेरी विद्या प्राप्ति लई यूके सिटी ऑफ लंडन कॉलेज चले गए ते उत्थे ही वस गए। कहंदे ने जद पंजाबी जिथे भी जांदा है वो अपनी मिट्टी दी खुशबू ते जड़ां नूं कदी नहीं भुलदा। ये गल मोता सिंह दे बारे बिल्कुल ठीक टुकदी है। भावें आप वलैत जा वसे पर अपनी जड़ ते मिट्टी मात भाषा नाल पंजाबी साहित्य नाल हिंदुस्तान विच रहन वालियां नालों ज्यादा वधेरे जुड़े। क्योंकि अपनी मिट्टी तो जद इंसान विछड़दा है उसका हेरवा जिहड़ा है वो मनुख नूं अपनी मिट्टी नाल अपने देश नाल होर वधेरे जोड़ दिंदा है। इसे विछोड़े ते सिख चों फिर पंजाब दे इतिहास ते साहित्य ते पुरातन शैली नूं जिंदा रखन दी सिख जिहड़ी है वो मोता सिंह सराय विच मन लगदा है शायद ज्यादा उन्हां विच वध गई। इसे दे सिट्टे वजों आप जद 1994 विच पंजाबी साथ नाल जुड़े
ਫਿਰ ਆਪ ਦਾ ਮੁੱਖ ਟੀਚਾ ਸੀ ਕਿ ਪੰਜਾਬੀ ਇਤਿਹਾਸ ਤੇ ਸਾਹਿਤ ਨੂੰ ਅਤੇ ਪੁਰਾਤਨ ਨੂੰ ਜੋੜਨ ਦਾ ਕੰਮ ਕੀਤਾ ਜਾਏ। ਇਸ ਲਈ ਆਪ 2000 ਵਿੱਚ ਆਪ ਨੇ ਯੂਰਪੀਅਨ ਸਾਥ ਸ਼ੁਰੂ ਕੀਤੀ, ਜਿਸ ਵਿੱਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਜਿਹੜੇ ਕਵੀ ਸਨ ਉਹਨਾਂ ਦੀ ਬਾਤ ਕੀਤੀ। ਆਪ ਨੇ ਕਈ ਕਿਤਾਬਾਂ ਜਿਹੜੀਆਂ ਨੇ ਪੰਜਾਬ ਦੇ ਜਿਹੜੇ ਪੂਰੇ ਗਲੋਬ ਵਿੱਚ, ਪੂਰੀ ਦੁਨੀਆ ਦੇ ਵਿੱਚ, ਯੂਰਪ, ਕੈਨੇਡਾ, ਪਾਕਿਸਤਾਨ, ਆਸਟ੍ਰੇਲੀਆ, ਜਿੱਥੇ ਜਿੱਥੇ ਪੰਜਾਬੀ ਕਵੀ ਕੋਈ ਸਾਹਿਤਕਾਰ ਰਹਿੰਦਾ ਹੈ ਉਹਨਾਂ ਦੀਆਂ ਰਚਨਾਵਾਂ ਨੂੰ ਇਕੱਠਾ ਕੀਤਾ ਹੈ, ਉਹਨਾਂ ਨੂੰ ਇੱਕ ਸੰਕਲਨ ਕਰਕੇ ਕਿਤਾਬੀ ਰੂਪ ਦੇ ਕੇ ਉਹਨਾਂ ਨੂੰ ਫਿਰ ਅਸੀਂ ਜਿਵੇਂ ਦੱਸਿਆ ਗਿਆ ਕਿ 500 ਸਾਲਾ ਜਾਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਉਹਨਾਂ ਨੇ ਜੋ ਵੰਡਿਆ ਹੈ ਉਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਵੱਡਾ ਸ਼ਲਾਘਾਯੋਗ ਕੰਮ ਹੈ। ਇਹ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਇਹ ਸੇਵਾ ਹੈ ਉਹ ਪੰਜਾਬੀ ਸਮਾਜ ਸੱਭਿਆਚਾਰ ਕਦੇ ਨਹੀਂ ਭੁੱਲੇਗਾ। ਇਸ ਸਾਰੇ ਕੰਮ ਨੂੰ ਸਾਂਭਣ ਤੇ ਸੰਭਾਲਣ ਦਾ ਸਿਹਰਾ ਜਿਹੜਾ ਹੈ ਉਹ ਆਪ ਜੀ ਨੂੰ ਹੀ ਦਿੱਤਾ ਜਾਂਦਾ ਹੈ। ਅਸੀਂ ਸਾਰੇ ਪੰਜਾਬੀ ਸਮਾਜ ਉਹਨਾਂ ਦੀਆਂ ਇਹਨਾਂ ਅਦੁੱਤੀਆਂ ਸੇਵਾਵਾਂ ਲਈ ਹਮੇਸ਼ਾ ਹੀ ਉਹਨਾਂ ਦੇ ਧੰਨਵਾਦੀ ਰਵਾਂਗੇ। ਇੱਕ ਵਾਰੀ ਫੇਰ ਮੈਂ ਤਹਿ ਦਿਲੋਂ ਅੱਜ ਦੇ ਆਏ ਮੁਅੱਜ਼ਿਜ਼ ਮਹਿਮਾਨਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ, ਕਾਲਜ ਵੱਲੋਂ, ਗੁਰੂ ਗੋਬਿੰਦ ਸਿੰਘ ਕਾਲਜ ਵੱਲੋਂ, ਆਪਣੇ ਪੰਜਾਬੀ ਵਿਭਾਗ ਵੱਲੋਂ, ਕਿ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਵੀ ਕਰਦੀ ਹਾਂ ਕਿ ਅਜਿਹੇ ਦੇਸ਼ ਤੇ ਕੌਮ ਦੇ ਮਹਾਨ ਨਗੀਨਿਆਂ ਨੂੰ ਰੱਬ ਜਿਹੜਾ ਹੈ ਉਹ ਦੇ ਰੋਗਤਾ, ਤੰਦਰੁਸਤੀ ਤੇ ਬਲ ਬਖਸ਼ਣ, ਤਾਂ ਜੋ ਉਹ ਹੋਰ ਵੱਧ ਚੜ ਕੇ ਪੰਜਾਬ ਤੇ ਪੰਜਾਬੀਅਤ, ਸਾਹਿਤ ਦੀ, ਸੱਭਿਆਚਾਰ ਦੀ ਸੇਵਾ ਕਰ ਸਕਣ। ਤੇ ਉਹਨਾਂ ਦੇ ਇਹਨਾਂ ਡੂੰਘੇ ਵਿਚਾਰ ਜੋ ਅੱਜ ਉਹਨਾਂ ਨੇ ਇਸ ਸਾਡੇ ਵੈਬੀਨਾਰ ਵਿੱਚ ਸਾਡੇ ਬੱਚਿਆਂ ਨਾਲ ਸਾਂਝੇ ਕੀਤੇ ਨੇ, ਉਹਨਾਂ ਦੇ ਨਾਲ ਮੈਨੂੰ ਲੱਗਦਾ ਹੈ ਅਸੀਂ ਵੀ ਤੇ ਸਾਰੇ ਸਾਡੇ ਵਿਦਿਆਰਥੀ ਵੀ ਸਭ ਇਨਲਾਈਟਨ ਹੋ ਚੁੱਕੇ ਹਨ। ਦੀਵਾਲੀ ਆ ਰਹੀ ਹੈ, ਦੀਵਾਲੀ ਦੇ ਨਾਲ ਨਾਲ ਇਹ ਜਿਹੜਾ ਉਹਨਾਂ ਨੇ ਗਿਆਨ ਦਿੱਤਾ ਹੈ ਉਹਦੇ ਨਾਲ ਸਾਡੇ ਅੰਦਰ ਇੱਕ ਹੋਰ ਰੋਸ਼ਨੀ, ਨਵੀਂ ਗੱਲ ਸਾਡੇ ਨਾਲ ਸਾਹਮਣੇ ਆਈ ਹੈ। ਹੁਣ ਮੈਂ ਬਹੁਤਾ ਸਮਾਂ ਨਾ ਲੈਂਦੀ ਹੋਈ ਮੈਂ ਫਿਰ ਇੱਕ ਵਾਰੀ ਧੰਨਵਾਦ ਕਰਦੀ ਹਾਂ ਔਰ ਉਹਨਾਂ ਨੂੰ ਮੁਬਾਰਕਬਾਦ ਦਿੰਦੀ ਹਾਂ ਔਰ ਉਹ ਇਸ ਗੱਲੋਂ ਵਧਾਈ ਦੇ ਪਾਤਰ ਹਨ ਕਿ ਉਹਨਾਂ ਨੇ ਅੱਜ ਦੇ ਵੈਬੀਨਾਰ ਵਿੱਚ ਸਾਨੂੰ ਇਨਲਾਈਟਨ ਕੀਤਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਮੈਂ ਇੱਕ ਅਨਾਉਂਸਮੈਂਟ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਅੱਜ ਇਸ ਵੈਬੀਨਾਰ ਵਿੱਚ ਜਿਹੜੇ ਅਟੈਂਡ ਕਰ ਰਹੇ ਨੇ ਉਹ ਇੱਕ ਫੀਡਬੈਕ ਫਾਰਮ ਜਿਹੜਾ ਹੈ ਫਲੋਟ ਕਰ ਦਿੱਤਾ ਗਿਆ, ਉਹਨੂੰ ਜ਼ਰੂਰ ਭਰ ਦੇਣ। ਤੇ ਇਹਨਾਂ ਸ਼ਬਦਾਂ ਦੇ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਔਰ ਆਪਣੇ ਵਿਭਾਗ ਦੇ ਸਹਿਯੋਗੀ ਡਾਕਟਰ ਤਰਵਿੰਦਰ ਕੌਰ, ਡਾਕਟਰ ਭੁਪਿੰਦਰ ਸਿੰਘ, ਡਾਕਟਰ ਦੀਪਾ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਤਾ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਡਾਕਟਰ ਸਾਹਿਬ ਤੁਹਾਡਾ ਵੀ ਤੁਸੀਂ ਦੇਖ ਲਓ ਸਬੱਬ ਬਣਾਤਾ, ਆਨੰਦ ਲਿਆ ਤਾਂ ਤੁਹਾਡੀ ਟੀਮ ਨੇ ਪਹਿਲਾਂ ਮੇਰੇ ਨਾਲ ਸੰਪਰਕ ਕੀਤਾ।